ਇੱਕ ਵਾਰ ਫਿਰ ਤੋਂ ਹਾਜ਼ਰੀ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਇਹ ਪ੍ਰੋਗਰਾਮ ਤੁਸੀਂ ਲਾਈਵ ਦੇਖਦੇ ਹੋ ਸਾਡੇ ਚੈਨਲ ਪ੍ਰਾਈਮ ਏਸ਼ੀਆ ਟੀਵੀ ਤੇ ਨਾਲ ਦੀ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਹੀ YouTube ਦੇ ਉੱਪਰ ਵੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤਾਂ ਜੋ ਇੱਕ ਤਾਂ ਤੁਹਾਡੇ ਮਨ 'ਚ ਜੇ ਕੋਈ ਵਿਚਾਰ ਹੋਵੇ ਤਾਂ ਉਹ ਵੀ ਸਾਂਝਾ ਕਰ ਸਕਦੇ ਹੋ। ਦੂਸਰਾ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹੁੰਦੀਆਂ ਨੇ ਉਹ ਵੀ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਤਾਂ ਗੱਲ ਕਰੀਏ ਪੰਜਾਬ ਦੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਇਸ ਚੀਜ਼ ਦੇ ਉੱਪਰ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਉਹ ਪਿਛਲੇ ਕੁਝ ਸਮੇਂ ਤੋਂ ਅਲੱਗ-ਅਲੱਗ ਮੁੱਦਿਆਂ ਦੇ ਵਿੱਚ ਫਸਦੀ ਆ ਰਹੀ ਸੀ। ਕਦੀ ਇੱਕ ਪਾਰਟੀ, ਕਦੀ ਦੂਸਰੀ ਪਾਰਟੀ, ਕਦੀ ਤੀਸਰੀ ਪਾਰਟੀ। ਹੁਣ ਇੱਦਾਂ ਲੱਗਦਾ ਹੈ ਕਿ ਇਹਨਾਂ ਬਿੱਲਾਂ ਦੇ ਆਉਣ ਤੋਂ ਬਾਅਦ ਹਾਲਾਂਕਿ ਰਾਸ਼ਟਰਪਤੀ ਸਾਹਿਬ ਨੇ ਦਸਤਖਤ ਤਾਂ ਨਹੀਂ ਕੀਤੇ ਪਰ ਦਸਤਖਤਾਂ ਤੋਂ ਬਾਅਦ ਜਦੋਂ ਕਾਨੂੰਨ ਬਣ ਜਾਏਗਾ ਤਾਂ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਤਰ੍ਹਾਂ ਦੇ ਜੋੜ ਤੋੜ ਹੋਣਗੇ। ਉਹ ਜਿਹੜੇ ਜੋੜ ਤੋੜ ਨੇ ਇਸ ਵਕਤ ਉਹ ਕੀ ਹੋ ਸਕਦੇ ਆ ਜਾਂ ਕਿਹੜੇ ਲੀਡਰ ਦੀ ਕੀ ਆਉਣ ਵਾਲੇ ਦਿਨਾਂ 'ਚ ਸਰਗਰਮੀ ਹੋ ਸਕਦੀ ਹੈ। ਕੁਝ ਗੱਲਾਂ ਕਨਸੂਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਨੇ ਅਤੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਨ ਦੇ ਲਈ ਆਪਣੇ ਨਾਲ ਪਰਮਵੀਰ ਬਾਠ ਹੋਰੀ ਨੇ। ਹੋਰ ਬਾਠ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਠੀਕ ਠਾਕ ਆ ਜੀ। ਤੰਦਰੁਸਤੀ ਅਜੇ ਤੱਕ ਸਰੀਰਕ ਤੌਰ 'ਤੇ ਬਹੁਤ ਵਧੀਆ ਗੱਲ। ਦੇਖੋ ਜਿਹੜਾ ਤੁਸੀਂ ਉਹ ਕੈਪਸੂਲ ਨਾਲ ਲੈ ਗਏ ਸੀ ਨਾ ਇੱਥੋਂ, ਉਹ ਨਹੀਂ ਖਾਣਾ ਛੱਡਣਾ। ਦੇਖੋ ਸੌਣ ਤੋਂ ਬਾਅਦ ਇੱਕ ਕੈਪਸੂਲ, ਸਵੇਰੇ ਉੱਠਣ ਤੋਂ ਪਹਿਲਾਂ ਇੱਕ ਕੈਪਸੂਲ, ਅਤੇ ਜ਼ਿੰਦਗੀ ਤਰੋਤਾਜ਼ਾ। ਨਹੀਂ, ਇਹ ਬਿਲਕੁਲ ਠੀਕ ਹੈ। ਮੈਂ ਤਾਂ ਸੋਚਦਾ ਸੀ ਕਿ ਗੱਲਾਂ ਬਾਤਾਂ ਸਰ ਜਾਵੇ, ਨਾ ਗੋਲੀ ਖਾਣੀ ਪਵੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਲੀਡਰ ਗੱਲਾਂ ਬਾਤਾਂ ਸਾਰਦੇ ਆ। ਉਹ ਇਹ ਕਹੀ ਜਾਂਦੇ ਆ ਕਿ ਮੰਨ ਲਓ ਤੁਸੀਂ ਸਵੇਰੇ ਗੋਲੀ ਖਾਧੀ, ਮੰਨ ਲਓ ਤੁਸੀਂ 2 ਸਾਹ ਲੰਮੇ ਕਰਕੇ ਲੈਣੇ ਆ। ਸਾਹ ਪਹਿਲਾਂ ਖਿੱਚਣਾ ਹੈ, ਫਿਰ ਉਹਨੂੰ ਹੋਲਡ ਕਰਨਾ ਹੈ, ਫਿਰ ਹੌਲੀ ਹੌਲੀ ਕਰਕੇ ਛੱਡਣਾ ਹੈ। ਸਾਹ ਪਤਾ ਨਹੀਂ ਨੱਕ ਰਾਹੀਂ ਲੈਣਾ ਕਿ ਮੂੰਹ ਰਾਹੀਂ ਛੱਡਣਾ। ਇੱਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤਿਕ ਲੀਡਰ ਕਰੀ ਜਾਂਦੇ ਆ। ਜੇ ਇੱਦਾਂ ਢਿੱਡ ਭਰਦਾ ਹੋਵੇ ਫਿਰ ਤੁਹਾਡੇ ਮਹਿੰਗੇ ਭਾਅ ਦੀਆਂ ਗੋਲੀਆਂ ਕਿਉਂ ਖਾਈਏ ਬਈ? ਵੇਖੋ ਗੱਲ ਇਹ ਆ ਬਾਠ ਸਾਹਿਬ, ਤੁਸੀਂ ਕਰਦੇ ਹੋ ਟਿਚਰਾਂ। ਤੁਹਾਨੂੰ ਇਹ ਲੱਗਦਾ ਕਿ ਵੀ ਸ਼ਾਇਦ ਇਸ ਤਰੀਕੇ ਨਾਲ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀਆਂ ਗੋਲੀਆਂ ਦੇ ਨਾਲ ਆਪਣਾ ਮਸਲਾ ਹੱਲ ਨਹੀਂ ਹੋਣਾ। ਪਰ ਜਿਹੜੇ ਲੀਡਰਾਂ ਦੇ ਕੈਪਸੂਲ ਤੇ ਗੋਲੀਆਂ ਨਾ ਉਹਨਾਂ ਤੇ ਆਪਾਂ ਲੱਗ ਗਏ ਆ। ਇਸ ਕਰਕੇ ਏਡੀ ਛੇਤੀ ਆਪਣੇ ਤੋਂ ਛੁੱਟਣੀਆਂ ਨਹੀਂ। ਇਹ ਆਪਾਂ ਭੁੱਲ ਜਾਈਏ ਕਿ ਵੀ ਅੱਜ ਆਪਾਂ ਨੂੰ ਇਹ ਇਨਕਾਰ ਕਰਤਾ, ਨਹੀਂ ਜਾਓ ਭੱਜੋ ਇੱਥੋਂ, ਲੈ ਜਾਓ ਆਪਣੀਆਂ ਗੋਲੀਆਂ ਹੀ ਨਹੀਂ ਖਾਣੀਆਂ। ਹੋ ਸਕਦਾ ਇਹ ਉੱਦਾਂ ਹੀ ਹੈ ਜਿੱਦਾਂ ਇੱਕ ਮਰੀਜ਼ ਨਹੀਂ ਜਿਹੜਾ ਬਹੁਤਾ ਹੀ ਮਤਲਬ ਤੰਗ ਆ ਗਿਆ ਹੋਵੇ, ਦੇ ਟੀਕੇ ਤੇ ਟੀਕਾ, ਡਾਕਟਰ ਦੇ ਗਲੂਕੋਜ਼ ਤੇ ਗਲੂਕੋਜ਼, ਦੇ ਗੋਲੀਆਂ ਤੇ ਖਿੱਚ ਕੇ ਨਹੀਂ ਕਹਿੰਦਾ ਅੱਜ ਮੈਂ ਕੋਈ ਦਵਾਈ ਨਹੀਂ ਖਾਣੀ, ਜਾਓ ਭੱਜ, ਮੂੰਹ ਵੀ ਮੇਰਾ ਪੱਕ ਗਿਆ। ਡਾਕਟਰ ਕਹਿੰਦਾ ਚੱਲ ਕੋਈ ਗੱਲ ਨਹੀਂ, ਲੈ ਜਾਂਦੇ। ਥੋੜ੍ਹੀ ਦੇਰ ਬਾਅਦ ਡਾਕਟਰ ਆਪ ਨਹੀਂ ਆਉਂਦਾ, ਇੱਕ ਅੱਧੀ ਨਰਸ ਨੂੰ ਘਲਾਉਂਦਾ ਵੀ ਇੱਦਾਂ ਕਰ ਬਾਪੂ ਨੂੰ ਨਾ ਪਤਿਆ ਗਿਆ 2 ਕੈਪਸੂਲ ਤੇ ਦੇ ਨਾ ਘੱਟੋ ਘੱਟ, ਜੇ ਨਾ ਉਹਨੇ ਖਾਧੇ ਫਿਰ ਗੱਲ ਨਹੀਂ ਬਣਨੀ। ਫਿਰ ਉਹਨੇ ਥੋੜ੍ਹਾ ਜਿਹਾ 2 ਚਮਚੇ ਖਿਚੜੀ, 2 ਚਮਚੇ ਪਾਣੀ, ਮਾੜਾ ਜਿਹਾ ਦੁੱਧ ਦਾ ਘੁੱਟ ਦੇ ਕੇ ਚਲੋ ਬਾਪੂ ਜੀ ਫਿਰ ਆ ਗੋਲੀ ਤੇ ਇੱਕ ਖਾ ਹੀ ਲਓ ਨਾ, ਬਾਪੂ ਫੇਰ ਖਾ ਲੈਂਦਾ। ਇਹ ਹੋਣਾ ਤੇ ਅਲਟੀਮੇਟਲੀ ਇਹੀ ਹੈ ਜੀ। ਦੇਖੋ ਪਹਿਲੇ ਸਮੇਂ ਦੇ ਵਿੱਚ ਨਾ ਚੀਨੀ ਦੀਆਂ ਚਿੱਟੀਆਂ ਜਿਹੀਆਂ ਪਲੇਟਾਂ ਕੌਲੀਆਂ ਜਿਹੀਆਂ ਹੁੰਦੀਆਂ ਸੀ ਡਾਕਟਰਾਂ ਦੇ। ਬਹੁਤੇ ਜਿਹੜੇ ਡਾਕਟਰ ਆਪਣੇ ਨਿੱਜੀ ਖੇਤਰਾਂ ਦੇ ਵਿੱਚ ਨਹੀਂ ਹੁੰਦੇ ਸੀ, ਪਿੰਡਾਂ 'ਚ 5 7 ਪਿੰਡਾਂ ਦਾ ਸਾਂਝਾ। ਉਹਨਾਂ ਨੇ ਕਰਨਾ ਕੀ ਕਿ ਜਦੋਂ ਦੇਖਣਾ ਮਰੀਜ਼ ਆਉਂਦਾ ਪਹਿਲਾਂ ਹੀ ਉਹ ਸਰਿੰਜ ਨੂੰ ਨਾ ਪਾਣੀ ਦੇ ਵਿੱਚ ਦੀ ਛੂੰ 2 ਵਾਰੀ ਮਾਰਨੀ ਕਰਕੇ, ਕਿਉਂਕਿ ਅੱਜ ਵਾਂਗੂ ਉਦੋਂ ਦੂਜੀਆਂ ਸੂਈਆਂ ਨਹੀਂ ਸੀ ਹੁੰਦੀਆਂ ਕਿ ਪਾਈ ਆ ਕੱਟ ਕੇ ਕੜੁੱਕ ਦੇਣੀ ਕਰਕੇ ਪਰੇ ਸੁੱਟਤੀ। ਉਹੀ ਸੂਈ ਹੋਣੀ 2 ਵਾਰੀ ਪਾਣੀ 'ਚ, ਇੱਕ ਵਾਰੀ ਖਿੱਚਣੀ ਸ਼ੁਰ, ਦੂਜੀ ਵਾਰੀ ਖਿੱਚਣੀ ਸ਼ੁਰ, ਫਿਰ ਐਂ ਕਰਕੇ ਉਹ ਟੀਕੇ 'ਚੋਂ ਐਂ ਭਰਨੀ, ਲਾਲ ਨੀਲਾ ਜਿਹਾ ਪਾਣੀ ਜਿਹਾ ਹੋਣਾ। ਉਹ ਜਿੱਦਾਂ ਟੀਕਾ ਪਹਿਲਾਂ ਹੀ ਭਰਨ ਲੱਗ ਪੈਂਦੇ ਸੀ, ਉਹਨਾਂ ਨੂੰ ਪਤਾ ਸੀ ਕਿ ਬਾਪੂ ਬੰਤਾ ਸੂੰ ਆਉਂਦਾ ਅਤੇ ਬਾਪੂ ਬੰਤਾ ਸੂੰ ਦੇ ਆਹੀ ਟੀਕਾ ਲੱਗਣਾ। ਉਹ ਬੇਬੇ ਆਉਂਦੀ ਹੈ 15 ਕੁ ਦਿਨੀ, ਇਹਨੂੰ ਲੱਗਦਾ ਹੁੰਦਾ ਕਿ ਮੇਰਾ ਬਲੱਡ ਵਧਿਆ, ਇਹਦੇ ਆਹੀ ਟੀਕਾ ਲੱਗਣਾ। ਇਹ ਸਾਡੇ ਰਾਜਨੀਤਿਕ ਲੀਡਰਾਂ ਨੂੰ ਬਹੁਤ ਚੰਗੇ ਤਰੀਕੇ ਪਤਾ ਹੈ ਕਿ ਭਾਈ ਆ ਕਿਹੜਾ ਹਲਕਾ ਹੈ, ਕਿਹੜਾ ਬੰਦਾ ਹੈ, ਕਿਹੜੇ ਧਰਮ ਦਾ ਹੈ, ਕਿਹੜੇ ਕੰਮ ਕਰਦਾ ਹੈ, ਕਿਹੜੀ ਸੂਝ ਦਾ ਮਾਲਕ ਹੈ ਤੇ ਕਿਹੜੀ ਬੂਝ ਦਾ ਮਾਲਕ ਹੈ। ਉਹ ਟੀਕਾ ਪਹਿਲਾਂ ਭਰ ਕੇ ਰੱਖਦੇ ਆ। ਤੁਸੀਂ ਜਾ ਕੇ ਬਸ ਮਾੜੀ ਜਿਹਾ ਟੇਢੇ ਹੋਣਾ, ਅਗਲੇ ਨੇ ਉਸਲੇ ਟੀਕਾ ਠੋਕ ਦੇਣਾ ਤੇ ਬਾਅਦ ਵਿੱਚ ਕਹਿਣਾ ਕਿ ਭਾਈ ਇੱਥੇ ਬਿੱਲ ਰੱਖ ਜਾਓ ਤੇ ਜਾਓ ਘਰ ਨੂੰ। ਇਹ ਟੇਢੇ ਹੋਣ ਵਾਲਾ ਕੰਮ ਹੀ ਬਾਠ ਸਾਹਿਬ ਹੁਣ ਤੇ ਮੁੱਕ ਗਿਆ ਹੈ। ਏਡੇ ਐਕਸਪਰਟ ਡਾਕਟਰ ਨੇ ਅੱਜ ਕੱਲ੍ਹ। ਉਹ ਤਾਂ ਇੱਕ ਸਾਡੇ ਪਿੰਡ ਵੀ ਹੁੰਦਾ ਸੀ, ਪਤਾ ਨਹੀਂ ਹੁਣ ਵੀ ਸ਼ਾਇਦ ਹੋਵੇ। ਉਹਦਾ ਕੰਮ ਇਹ ਹੁੰਦਾ ਸੀਗਾ ਵੀ ਬਾਹਰ ਜੇ ਕੋਈ ਭਾਰੇ ਸਰੀਰ ਵਾਲਾ ਬੰਦਾ ਆ ਗਿਆ ਨਾ, ਉਹਨੇ ਨਹੀਂ ਸਕੂਟਰ ਤੋਂ ਉਤਰਿਆ ਨਹੀਂ ਜਾਂਦਾ, ਡਾਕਟਰ ਸਾਹਿਬ ਕੋਨੇ ਖਲੋ ਤੂੰ ਇੱਦਾਂ ਹੀ ਰਹਿ, ਮੈਂ ਆ ਗਿਆ ਬਸ। ਉਹਨੇ ਅੰਦਰੋਂ ਦੁਕਾਨ 'ਚੋਂ ਭਰ ਕੇ ਲੈ ਕੇ ਆਉਣਾ ਟੀਕਾ ਤੇ ਖੜੇ ਖਲੋਤੇ ਬੰਦੇ ਲਾ ਕੇ ਉੱਥੋਂ ਹੀ 10 ਰੁਪਈਏ ਲੈ ਕੇ ਅੰਦਰ ਜਾ ਵੜਨਾ। ਸੋ ਇੱਦਾਂ ਦੇ ਡਾਕਟਰ ਵੀ ਕਮਾਲ ਹੋ ਗਿਆ। ਸੋ ਇਹ ਕਲਾਕਾਰ ਜਿਹੜੇ ਆਪਣੇ ਇਸ ਵਕਤ ਦੇ ਲੀਡਰ ਸਾਹਿਬਾਨ ਨੇ, ਉਹਨਾਂ ਦੀ ਕਲਾਕਾਰੀ ਬਹੁਤ ਐਡਵਾਂਸ ਲੈਵਲ 'ਤੇ ਜਾ ਚੁੱਕੀ ਆ। ਹਰ ਤਰ੍ਹਾਂ ਦਾ ਡਰਾਮਾ ਉਹ ਕਰ ਲੈਂਦੇ। ਉਹਨਾਂ ਨੂੰ ਲੱਗਦਾ ਵੀ ਅੱਛਾ ਲੋਕਾਂ ਦਾ ਧਿਆਨ ਹੋਇਆ ਇਸ ਪਾਸੇ ਆ, ਉਹਨੂੰ ਦੂਸਰੇ ਪਾਸੇ ਕਿਵੇਂ ਡਾਇਵਰਟ ਕਰਨਾ, ਉਧਰ ਲੀਕ ਥੋੜ੍ਹੀ ਜਿਹੀ ਲੰਬੀ ਖਿੱਚ ਲਈਏ। ਅੱਜ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਬਾਠ ਸਾਹਿਬ, ਅਤੇ ਇਸ ਵਕਤ ਉੱਥੇ ਕਿ ਜੇ ਜਾ ਕੇ ਤਰੀਕ ਖੜ੍ਹ ਗਈ ਆ ਜਦੋਂ 2 ਦਿਨਾਂ ਬਾਅਦ ਪੰਜਾਬ ਦੇ ਲਈ ਜਿਹੜਾ ਨਵਾਂ ਸੰਘਰਸ਼ ਹੈ ਉਹ ਚੁਣਿਆ ਜਾਣਾ ਜਾਂ ਉਹਦਾ ਇੱਕ ਮੋੜਾ ਕੱਟਿਆ ਜਾਣਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਕਿਸ ਪਾਸੇ ਨੂੰ ਮੋੜਾ ਕੱਟੂਗਾ। ਕਿਉਂਕਿ ਪੰਜਾਬ ਬੰਦ ਦਾ ਵੀ ਐਲਾਨ ਹੈਗਾ, ਜਿਹਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਸਮਰਥਨ ਐਡਵਾਂਸ 'ਚ ਹੀ ਕਰ ਦਿੱਤਾ ਗਿਆ ਕਿ ਅਸੀਂ ਨਾਲ ਹਾਂ। ਫਿਰ ਰੇਲ ਰੋਕਣ ਦੀ ਗੱਲ ਵੀ ਹੈਗੀ ਆ, ਅਤੇ ਇਸ ਤੋਂ ਬਾਅਦ ਦਿੱਲੀ ਤੱਕ ਜਾਣ ਦੀਆਂ, ਅਤੇ ਦਿੱਲੀ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ 'ਤੇ
ਰੋਕਾਂ ਲਾਉਣ ਦੀਆਂ ਵੀ ਗੱਲਾਂ ਚੱਲ ਰਹੀਆਂ। ਪਹਿਲਾਂ ਤਾਂ ਆਪਾਂ ਕਿਸਾਨ ਸੰਘਰਸ਼ ਉਹਦਾ ਮੋੜਾ ਥੋੜ੍ਹਾ ਜਿਹਾ ਡਿਸਕਸ ਕਰ ਲਈਏ, ਫਿਰ ਇਹ ਸਾਰੇ ਮੋੜੇ 'ਤੇ ਕਿਉਂਕਿ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਹਿਸਾਬ ਨਾਲ ਕੈਲਕੂਲੇਟ ਕਰਨਾ ਵੀ ਅੱਛਾ ਇੰਨੇ ਤੋਂ ਇੰਨੇ ਘਟਾਏ ਤੇ ਅੱਗੇ ਕਿੰਨਾ ਜਵਾਬ ਆਊਗਾ, ਉਹਦੇ ਵੱਲ ਫਿਰ ਚੱਲਦੇ ਹਾਂ। ਬਿਲਕੁਲ ਸੰਧਾਲੀਆ ਸਾਹਿਬ, ਦੋ ਵੱਖੋ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਨੇ ਇਸ ਵੇਲੇ। ਖੇਤੀਬਾੜੀ ਦੇ ਜਿਹੜੇ ਆਰਡੀਨੈਂਸ ਨੇ, ਬਿੱਲ ਨੇ, ਸੰਭਾਵੀ ਕਾਨੂੰਨ ਨੇ, ਉਹਨਾਂ ਦੇ ਮੁੱਦੇ ਤੇ ਇੱਕ ਪਾਸੇ ਤਾਂ ਸਿਆਸੀ ਲਹਿਰਾਂ ਬਹਿਰਾਂ, ਹਰ ਇੱਕ ਸਿਆਸੀ ਪਾਰਟੀ ਨੇ ਆਪਣੀ ਜਿਹੜੀ ਆ ਤੂਤਨੀ ਵਜਾਉਣੀ ਸ਼ੁਰੂ ਕੀਤੀ ਹੋਆ। ਚਲੋ ਉਹ ਤਾਂ ਇੱਕ ਵੱਖਰੀ ਗੱਲ ਹੈ, ਅੱਗੋਂ ਡਿਸਕਸ ਕਰਨਾ। ਪਰ ਦੂਸਰਾ ਜਿਹੜਾ ਕਿਸਾਨੀ ਮੋਰਚੇ ਆ ਨਾ, ਇੱਕ ਤਾਂ ਜ਼ਿਲ੍ਹਿਆਂ ਦੇ ਵਿੱਚ ਲੱਗੇ ਹੋਏ ਧਰਨੇ ਆ, ਦੂਸਰਾ ਬਾਦਲ ਪਿੰਡ ਤੇ ਪਟਿਆਲੇ ਵਾਲੇ ਆ। ਮੈਂ ਦੋ ਕਹਾਣੀਆਂ ਦੋਨਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ, ਜਿਨ੍ਹਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਜਿਹੜੀ ਨੀਤੀ ਦਿੱਲੀ ਤੋਂ, ਚੰਡੀਗੜ੍ਹ ਤੋਂ ਜਾਂ ਸਰਕਾਰੀ ਬਾਬੂਆਂ ਦੇ ਦਫ਼ਤਰ 'ਚੋਂ ਬਣਦੀ ਆ, ਅਸਲ 'ਚੋਂ ਬਣਦੀ ਕਿਹਦੇ ਲਈ ਹੈ ਤੇ ਜਿਹਦੇ ਲਈ ਬਣਦੀ ਹੈ, ਕੀ ਉਸ ਬੰਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਜਾਂਦੀ ਹੈ। ਆਪਾਂ ਘਰੋਂ ਜਾਈਏ ਬਾਜ਼ਾਰ ਨੂੰ, ਕਿਤੇ ਮਹੀਨੇ ਕੁ ਬਾਅਦ ਕਿਤੇ ਗੇੜਾ ਲੱਗਣਾ ਹੋਵੇ ਤਾਂ ਖਿਡੌਣਾ ਜੇ ਨਿੱਕੇ ਨਿਆਣੇ ਲਈ ਲੈਣਾ ਹੋਵੇ, ਆਪਾਂ ਦੇਖੀਦਾ ਕਿ ਬੱਚਾ 4 ਕੁ ਸਾਲ ਦਾ ਇਸ ਖਿਡੌਣੇ ਨਾਲ ਖੇਡੂਗਾ, ਇਹਦੇ ਨਾਲ ਨਹੀਂ ਖੇਡੂਗਾ, ਉਹਨੂੰ ਆਪਾਂ ਬਾਸਕਟਬਾਲ ਨਹੀਂ ਲੈ ਕੇ ਦੇਈਦਾ, ਉਹਨੂੰ ਕੋਈ ਛੋਟਾ ਖਿਡੌਣਾ ਲੈ ਕੇ ਦੇਈਦਾ ਜਿਹਦੇ ਨਾਲ ਉਹ ਮਨ ਪਰਚਾਵਾ ਕਰ ਸਕੇ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਹਦੀ ਲੋੜ ਕੀ ਹੈ ਤੇ ਉਹਦੇ ਲਾਭ ਹਾਨੀਆਂ ਕੀ ਹੈ। ਆਪਾਂ ਛੇਤੀ ਕੀਤੇ ਉਹਨੂੰ ਬੰਦੂਕ ਨਹੀਂ ਲੈ ਕੇ ਦੇਈਦੀ, ਉਹਨੂੰ ਹੋਰ ਕੀ ਜਿਹਾ ਲੈ ਕੇ ਦਈਏ ਜੇ ਨਾ 1-2 ਊੜਾ ਆੜਾ ਮਾੜਾ ਮੋਟਾ ਸਿੱਖ ਸਕੇ। ਅਸੀਂ ਉਹਦੇ ਲਈ ਤਾਂ ਨੀਤੀ ਚੱਜ ਦੀ ਬਣਾ ਲਈਦੀ ਹੈ, ਪਰ ਜਿਹਨੇ ਭਾਰਤ ਦੇ, ਪੰਜਾਬ ਦੇ ਸਾਰੇ ਵੋਟਰਾਂ ਦਾ, ਨਿਆਣਿਆਂ ਦਾ ਧਿਆਨ ਰੱਖਣਾ, ਜਿਨ੍ਹਾਂ ਦੇ ਹੱਥ ਦੇ ਵਿੱਚ ਆਪਾਂ ਖਜ਼ਾਨਾ ਵੀ ਫੜਾਤਾ, ਨੀਤੀ ਪਲੈਨਿੰਗ ਵੀ ਫੜਾਤੀ, ਉਹ ਸ਼ਾਇਦ ਉਹਨਾਂ ਬਾਰੇ ਸੋਚਦੇ ਹੀ ਨਹੀਂ। ਪਟਿਆਲੇ ਵਾਲੇ ਧਰਨੇ 'ਚ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਤੀਨਿਧ ਗਏ ਤਾਂ ਇੱਕ ਅੰਗਹੀਣ, ਦਿਵਿਆਂਗ, ਵਿਕਲਾਂਗ ਬੰਦਾ ਬੈਠਾ ਹੈ, ਸਿਰ ਦੇ ਉੱਤੇ ਪੱਗ ਬੰਨੀ ਹੈ ਤੇ ਉਹਨੇ ਕੱਪੜੇ ਸਧਾਰਨ ਜਿਹਾ ਪਾਏ ਹੋਏ ਆ, ਮੁੜਕੇ ਦੇ ਨਾਲ ਭਿੱਜਾ ਹੋਇਆ। ਉਹ ਬੰਦੇ ਨੂੰ 2 ਬੰਦੇ ਚੱਕ ਕੇ ਲਿਆਏ, ਜਿਹੜੀ ਟਰਾਲੀ ਦੇ ਵਿੱਚ ਉਹ ਆਇਆ, ਚੱਕ ਕੇ ਲਿਆ ਕੇ ਦਰੀ ਤੇ ਬਿਠਾਇਆ, ਸਾਰਾ ਦਿਨ ਉਹ ਧਰਨੇ 'ਚ ਰਿਹਾ ਤੇ ਚੱਕ ਕੇ ਲਿਜਾ ਕੇ ਟਰਾਲੀ ਤੇ ਰੱਖਿਆ। ਉਹ ਕਹਿੰਦਾ ਜੀ ਵਿਆਹ ਮੇਰਾ ਹੋਇਆ ਨਹੀਂ, ਅੰਗਹੀਣ ਮੈਂ ਹੈਗਾ, ਮੈਨੂੰ ਲੱਗਦਾ ਕਿ ਆਹ ਸਾਰਾ ਕੁਝ ਲੁੱਟਿਆ ਪੁੱਟਿਆ ਜਾ ਰਿਹਾ, ਮੈਂ ਧਰਨੇ ਤੇ ਆਇਆ। ਅਸਲ ਦੇ ਵਿੱਚ ਉਹ ਬੰਦਾ ਹੈ ਜਿਹਦੇ ਲਈ ਸਾਡੀਆਂ ਸਰਕਾਰੀ ਨੀਤੀਆਂ ਬਣਨੀਆਂ ਚਾਹੀਦੀਆਂ, ਉਹ ਬੰਦਾ ਹੈ ਜਿਹੜਾ ਲੋੜਵੰਦ ਹੈ, ਜਿਹਨੂੰ ਅਸਲੀ ਪੰਜਾਬੀ ਆਖਿਆ ਜਾ ਸਕਦਾ। ਆਪਾਂ ਕੋਟ ਪੈਂਟ ਪਾ ਕੇ ਕੁਰਸੀਆਂ ਤੇ ਬਹਿ ਗਏ, ਬਾਬੂ ਉੱਪਰ ਬਹਿ ਗਏ, ਹੋਰ ਬੰਦੇ ਜਿਹੜੇ ਸਾਡੇ ਸੁਣਨ ਵਾਲੇ ਆ, ਹੋ ਸਕਦਾ ਕਿ ਉਹ ਵੀ ਸੁੜਕਾ ਮਾਰ ਕੇ ਚਾਹ ਪੀ ਕੇ ਤਾਂ ਮੁੜ ਕੇ ਕਹਿਣ ਚਲੋ ਭਾਈ ਕੰਮੀ ਧੰਦੀ ਲੱਗੀ ਹੈ, ਪ੍ਰੋਗਰਾਮ ਸੋਹਣਾ ਸੀ। ਪਰ ਅਸਲ ਦੇ ਵਿੱਚ ਜਿਹਦੀ ਸੰਗੀ ਨੱਪੀ ਜਾਣੀ ਹੈ, ਜਿਹਨੂੰ ਲਾਭ ਹਾਨੀ ਹੋਣੀ ਹੈ, ਉਹ ਬੰਦਾ। ਪਰ ਜਦੋਂ ਪਾਲਿਸੀ ਬਣਾਈ ਜਾਂਦੀ ਹੈ, ਉਹਨੂੰ ਦੇਖ ਸੁਣ ਕੇ ਬਣਾਈ ਨਹੀਂ ਜਾਂਦੀ। ਦੂਸਰਾ, ਇੱਕ ਬੀਬੀ ਬਾਦਲ ਪਿੰਡ ਵਾਲੇ ਧਰਨੇ 'ਚ, ਕਿਉਂਕਿ ਸਭ ਤੋਂ ਵੱਧ ਇਕੱਠ ਬੀਬੀਆਂ ਦਾ ਬਾਦਲ ਪਿੰਡ ਵਾਲੇ ਧਰਨੇ 'ਚ, ਉਹ ਬੀਬੀ ਕਹਿੰਦੀ ਕਿ ਆਦਮੀ ਮੇਰਾ, ਜਾਣੀ ਕਿ ਘਰ ਵਾਲਾ ਮੇਰਾ ਖੁਦਕੁਸ਼ੀ ਕਰ ਗਿਆ ਕਿਉਂਕਿ ਕਰਜ਼ਾ ਬਹੁਤ ਸੀ, ਪਰ ਸਾਡੇ ਕੋਲੇ ਮਕਾਨ ਕੱਚਾ ਹੈ, ਅਜੇ ਪੱਕਾ ਨਹੀਂ ਹੋਇਆ। ਜਾਣੀ ਕਿ ਉਹਨਾਂ ਜੱਟਾਂ ਦੇ ਵਿੱਚੋਂ, ਉਹਨਾਂ ਕਿਸਾਨਾਂ 'ਚੋਂ ਨਹੀਂ, ਜਿਨ੍ਹਾਂ ਦੇ ਬਾਰੇ ਆ ਸਾਡੇ ਕਈ ਕਲਾਕਾਰ ਕਹਿੰਦੇ ਆ ਕਿ ਗੰਡਾਸੇ ਤੇ ਰੱਖ ਕੇ ਰੋਟੀ ਖਾਂਦੇ ਆ, ਸਵੇਰੇ ਉੱਠ ਕੇ ਚਾਹ ਦਾ ਕੱਪ ਬਾਅਦ 'ਚ ਫੜਦੇ ਆ, ਪਹਿਲਾਂ ਬੰਦੂਕ ਚੱਕਦੇ ਆ, ਉਹਨਾਂ ਦੇ ਵਿੱਚੋਂ ਨਹੀਂ, ਵੱਡੀਆਂ ਗੱਡੀਆਂ ਤੇ ਜੀਪਾਂ ਵਾਲਿਆਂ 'ਚੋਂ ਨਹੀਂ। ਆਦਮੀ ਉਹਦੇ ਨੇ ਖੁਦਕੁਸ਼ੀ ਕਰ ਲਈ ਤੇ ਬਾਅਦ ਵਿੱਚ ਪੁੱਤ ਜਵਾਨ ਹੋਇਆ, ਕੋਸ਼ਿਸ਼ ਕੀਤੀ ਹੋਊਗੀ, ਆਪਾਂ ਖੁਦਕੁਸ਼ੀਆਂ ਦੇ ਹੱਕ 'ਚ ਨਹੀਂ, ਇੱਦਾਂ ਰਣ ਦੇ ਵਿੱਚੋਂ ਭੱਜਣਾ ਨਹੀਂ ਚਾਹੀਦਾ, ਪਰ ਬਾਅਦ ਵਿੱਚ ਪੁੱਤ ਵੀ ਉਸੇ ਰਾਹੇ ਗਿਆ। ਉਹ ਬੀਬੀ ਧਰਨੇ 'ਚ ਆਈ ਸੀ, ਮੈਂ ਸੋਚ ਰਿਹਾ ਸੀ ਕਿ ਮਾਨਸਿਕਤਾ ਕੀ ਆ। ਉਹ ਕਹਿੰਦੀ ਕਿ ਪੁੱਤ ਗਿਆ, ਪਤੀ ਗਿਆ, ਪਰ ਹੁਣ ਰੋਜ਼ ਤਿਲ ਕੇ ਮਰਿਆ ਨਹੀਂ ਜਾਂਦਾ। ਹੁਣ ਇਹ ਸੋਚ ਰਹੇ ਹਾਂ ਕਿ ਜੇ ਕਿਸੇ ਸਰਕਾਰ ਨੇ ਫੈਸਲਾ ਠੀਕ ਨਹੀਂ ਲਿਆ ਤਾਂ ਅਸੀਂ ਖਿਲਾਫ ਆਉਣਾ ਹੈ। ਨੀਤੀਆਂ ਉਹਨਾਂ ਨੂੰ ਸਾਹਮਣੇ ਰੱਖ ਕੇ ਬਣਨੀਆਂ ਚਾਹੀਦੀਆਂ ਸੀ, ਪਰ ਨਹੀਂ। ਸੰਘਰਸ਼ ਸਿਖਰ ਤੇ ਆ, ਕਿਸਾਨ ਬੈਠੇ ਹੋ ਆ, 7-7 ਦਿਨ ਹੋ ਗਏ, ਲੰਗਰ ਪਾਣੀ ਪ੍ਰਸ਼ਾਦੇ ਪੱਕ ਰਹੇ ਆ, ਪੱਖੇ ਬਿਜਲੀ ਵਾਲੇ ਉੱਥੇ ਲੱਗੇ ਆ, ਟੈਂਟ ਅਗਲਿਆਂ ਨੇ ਲਾਇਆ। ਲੋਕੀ ਜਿਹੜੇ ਘਰੋਂ ਅੰਦੋਲਨ ਦੇ ਵਿੱਚ ਹਿੱਸਾ ਲੈਣ ਆਉਂਦੇ ਆ, ਕਿਸੇ ਨੇ ਲਿਫਾਫੇ ਦੇ ਵਿੱਚ ਥੋੜ੍ਹਾ ਜਿਹਾ ਆਟਾ ਪਾਇਆ, ਕਿਸੇ ਨੇ ਦਾਲ ਪਾਈ ਆ, ਤੇ ਕੋਈ ਬਾਲਣ ਹੀ ਚੱਕੀ ਆਉਂਦਾ ਕਿ ਭਾਈ ਮੇਰੇ ਕੋਲੇ ਆ। ਜਦੋਂ ਇਸ ਤਰੀਕੇ ਆਪ ਮੁਹਾਰੇ ਸਾਰੀ ਚੀਜ਼ ਆਉਂਦੀ ਆ ਤਾਂ ਤੌਖਲਾ ਸੰਧਾਲੀਆ ਸਾਹਿਬ ਇੱਕੋ ਹੀ। ਇਹ ਜਿਹੜੇ ਲੋਕ ਨੇ ਇਮਾਨਦਾਰੀ ਨਾਲ ਆਇਓ ਆ, ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋ ਗਈਆਂ, ਪਰ ਅੱਜ ਤੱਕ ਪੰਜਾਬ ਦੀਆਂ ਲਹਿਰਾਂ ਗੁੰਮਰਾਹ ਹੁੰਦੀਆਂ ਰਹੀਆਂ। ਇਹਨਾਂ ਨੂੰ ਚੀਰ ਫਾੜ ਕੇ ਇੱਧਰ ਉੱਧਰ ਭੇਜਿਆ ਜਾਂਦਾ ਰਿਹਾ। ਇਹਨਾਂ ਦੇ ਵਿੱਚ ਕੋਈ ਨਾ ਕੋਈ ਰੌਲਾ ਰੱਪਾ ਪਵਾ ਕੇ ਹਿੰਸਕ ਅੰਦੋਲਨ ਤੱਕ ਗੱਲ ਲੈ ਜਾਂਦੀ ਕਿ ਮੁੜ ਕੇ ਭਾਈ ਖਤਮ ਹੋ ਜਾਏ ਸਾਰਾ ਕੁਝ ਇੱਕ ਦੇ, ਕਿਉਂਕਿ ਇੱਕ ਨੇ ਕੂਕ ਮਾਰਤੀ ਸਾਰਿਆਂ ਨੇ ਭੱਜ ਪੈਣਾ ਤੇ ਸਿਆਸਤਦਾਨਾਂ ਨੇ ਆਪਣਾ ਉੱਥੇ ਤਵਾ ਜਿਹੜਾ ਰੱਖ ਕੇ ਉਹਨਾਂ ਵਾਲੇ ਚੁੱਲ੍ਹੇ ਦੇ ਉੱਤੇ ਆਪਦੀਆਂ ਰੋਟੀਆਂ ਸੇਕ ਲੈਣੀਆਂ। ਕਿਤੇ ਕੰਮ ਇੱਧਰਲੇ ਪਾਸੇ ਨੂੰ ਨਾ ਜਾਓ, ਸੰਘਰਸ਼ ਕਰਨ, ਝੰਡੇ ਫੜਨ, ਸਿਰ ਜਾਗਦੇ ਰੱਖਣ। ਇਹ ਗੱਲਾਂ ਜਿਸ ਹਿਸਾਬ ਨਾਲ ਤੁਸੀਂ ਬਾਟ ਸਾਹਿਬ ਸਮਝਾਈਆਂ, ਇਹ ਬਿਲਕੁਲ ਸਹੀ ਹੈ, ਕਿਉਂਕਿ ਇੱਕ ਤਾਂ ਹੁੰਦੀ ਆ ਗੱਲ ਕਿ ਵੀ ਵੈਸੇ ਗੁੱਸੇ ਰੋਹ ਦੇ ਵਿੱਚ ਆਉਣਾ, ਇੱਕ ਹੁੰਦੀ ਆ ਮਜਬੂਰੀ, ਤੇ ਇੱਕ ਤੀਸਰੀ ਚੀਜ਼ ਇਹ ਹੈ ਕਿ ਵੀ ਜਦੋਂ ਸਾਰਾ ਕੁਝ ਰੁੜ ਪੁੜ ਗਿਆ ਹੋਵੇ, ਪਤਾ ਹੋਵੇ ਕਿ ਵੀ ਹੁਣ ਸਾਹਮਣੇ ਜਿਹੜਾ ਉਹ ਇੱਕ ਖੂਹ ਨਜ਼ਰ ਆ ਰਿਹਾ, ਤੇ ਜੇ ਹੁਣ 2-4 ਲਾਂਘਾਂ ਵੀ ਹੋਰ ਪੱਟੀਆਂ ਤੇ ਇਹਦੇ 'ਚ ਆਪਾਂ ਡਿੱਗ ਪੈਣਾ, ਉਸ ਹਾਲਾਤ ਦਾ ਕਰਕੇ ਇਸ ਵਕਤ ਜਿਹੜੇ ਕਿਸਾਨ ਨੇ ਉੱਥੇ ਬੈਠੇ ਆ।
ਪਰ ਜਿਹੜਾ ਤੁਸੀਂ ਸ਼ੱਕ ਪ੍ਰਗਟ ਕੀਤਾ ਹੈ, ਆਪਾਂ ਪਿਛਲੇ 2-3 ਦਿਨਾਂ ਤੋਂ ਪ੍ਰਗਟ ਕਰਦੇ ਆ ਰਹੇ ਹਾਂ ਕਿ ਵੀ ਇਹ ਹੋਣਾ ਜ਼ਰੂਰ ਹੈ। ਅੱਜ ਨਾ ਹੋਵੇ 2-4 ਦਿਨਾਂ ਤੱਕ ਰੋਕੇ ਹੋ ਜਾਊਗਾ, ਕਿਉਂਕਿ ਬੰਦੇ ਵੀ ਵਿੱਚ ਐਡਜਸਟ ਕੀਤੇ ਜਾਣਗੇ। ਫਿਰ ਉਹਨਾਂ ਬੰਦਿਆਂ ਦਾ ਆਪਸ 'ਚ ਲੜਾਈ ਝਗੜਾ ਵੀ ਹੋਊਗਾ। ਫਿਰ ਇੱਕ ਅੱਧੀ ਧਿਰ ਉਹਦੇ 'ਚੋਂ ਬਾਹਰ ਆਊਗੀ ਵੀ ਸਾਡਾ ਫਲਾਨੀ ਚੀਜ਼ ਦੇ ਉੱਪਰ ਮਤਭੇਦ ਹੈ, ਜਾਂ ਅਸੀਂ ਇਸ ਚੀਜ਼ ਦੇ ਉੱਪਰ ਐਗਰੀ ਕਰਦੇ ਹਾਂ ਅਤੇ ਇਸ ਚੀਜ਼ ਦੇ ਉੱਪਰ ਸਾਡਾ ਵਿਰੋਧ ਹੈ। ਇਹਦੀ ਸ਼ੁਰੂਆਤ ਕਿੱਦਾਂ ਹੋ ਗਈ, ਮੈਂ ਚਾਹੁੰਦਾ ਆਪਾਂ ਉਹਦੀ ਗੱਲ ਵੀ ਕਰ ਲਈਏ। ਅੱਜ ਜਦੋਂ ਆਪਾਂ ਇਸ ਵਕਤ ਗੱਲ ਕਰ ਰਹੇ ਹਾਂ ਤਾਂ ਜੇ ਪੰਜਾਬ ਦੇ ਹਿਸਾਬ ਨਾਲ ਜਿਹੜੇ ਵੀ ਬੰਦੇ ਉੱਠ ਪਏ ਹੋਣਗੇ ਜਾਂ ਜੇ ਉੱਠਣਗੇ, ਉਹਨਾਂ ਨੇ ਜਦੋਂ ਅਖਬਾਰਾਂ ਪੜ੍ਹਨੀਆਂ ਤੇ ਮੁੱਖ ਪੰਨੇ ਤੇ ਇੱਕ ਅੰਕੜਾ ਪੜ੍ਹਨਗੇ। ਉਸ ਅੰਕੜੇ ਦੇ ਵਿੱਚ ਲਿਖਿਆ 1925 ਤੋਂ 50 ਰੁਪਏ ਵਾਧਾ, 1975 ਰੁਪਏ ਕਣਕ ਦਾ ਰੇਟ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਉਦੋਂ ਆ ਰਹੀਆਂ ਨੇ ਗੱਲਾਂ। ਅੱਗੇ ਆਪਾਂ ਬੜੇ ਆਰਾਮ ਨਾਲ ਹਰੇਕ ਨੂੰ ਚੇਤਾ ਵੀ ਉਦੋਂ ਸੁਣਦੇ ਹੁੰਦੇ ਹਾਂ ਵੀ ਯਾਰ ਪਤਾ ਨਹੀਂ ਇੱਕ ਗਾਂ ਹੁਣ ਕਣਕ ਦਾ ਕੀ ਰੇਟ ਕਰਨਾ ਇਹਨਾਂ ਨੇ, ਐਤਕੀ ਦੇਖਣੀ ਸਰਕਾਰ ਨੇ ਮਿਥਣਾ ਹੀ ਨਹੀਂ, ਕੁਛ ਵਧਾਉਣਗੇ ਵੀ ਕਿ ਨਹੀਂ ਵਧਾਉਣਗੇ। ਪਹਿਲਾਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ। ਫਿਰ ਉੱਪਰ ਬੈਠੇ ਬਾਬੂ ਨੂੰ ਚੇਤਾ ਆਉਂਦਾ ਹੁੰਦਾ ਸੀ, ਅੱਛਾ ਯਾਰ ਉਡੀਕਦੇ ਆ ਕੋਈ ਕਣਕ ਦਾ ਰੇਟ ਵਧਾ ਲਈਏ ਜਾਂ ਝੋਨੇ ਦਾ ਵਧਾ ਲਈਏ। ਹੁਣ ਕਿਸੇ ਨੇ ਨਹੀਂ ਕਿਹਾ, ਹੁਣ ਗੱਲ ਹੋਰ ਚੱਲ ਰਹੀ ਹੈ, ਪਰ ਉਹਦੇ ਵਿੱਚ ਹੀ 50 ਰੁਪਏ ਜਿਹੜਾ ਰੇਟ ਹੈ ਉਹ ਵਧਾਉਣ ਦੀ ਗੱਲ ਚੱਲ ਪਈ। ਐਂਡ ਬਹੁਤ ਸਾਰੀਆਂ ਅਖਬਾਰਾਂ ਨੇ ਇਸ ਚੀਜ਼ ਨੂੰ ਲਿਖਿਆ ਵੀ ਹੈ ਕਿ ਵੀ ਇੱਕ ਤਰ੍ਹਾਂ ਨਾਲ ਜਿਹੜਾ ਮੁਹਿੰਮ ਹੈ ਜਾਂ ਜਿਹੜਾ ਇਸ ਵਕਤ ਵਿਰੋਧ ਹੋ ਰਿਹਾ, ਉਹਨੂੰ ਥੋੜ੍ਹਾ ਜਿਹਾ ਹੋਰ ਪਾਸੇ ਲਿਜਾਣ ਦੇ ਲਈ ਜਿਹੜਾ MSP 'ਚ ਵਾਧਾ ਹੈ ਉਹ ਇਸ ਵਕਤ ਸਾਹਮਣੇ ਲਿਆਂਦਾ ਗਿਆ। ਅਤੇ ਇਹਦਾ ਜਿਹੜਾ ਵਿਰੋਧ ਹੈ ਉਹ ਕਾਂਗਰਸ ਨੇ ਵੀ ਕਰਨਾ ਸੀ, ਆਪ ਨੇ ਵੀ ਕਰਨਾ ਸੀ, ਬਾਕੀ ਪਾਰਟੀਆਂ ਨੇ ਤਾਂ ਕੀਤਾ ਹੀ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਕਿ ਜੋ ਵੀ ਤੁਸੀਂ ਵਾਅਦਾ ਕੀਤਾ ਸੀ ਅਸੀਂ ਇਸ ਵਾਅਦੇ ਨੂੰ ਰੱਦ ਕਰਦੇ ਹਾਂ। ਮੈਂ ਚਾਹੁੰਦਾ ਵੀ ਆਪਾਂ ਇੱਥੋਂ ਵੀ ਇੱਕ ਨਾ ਗੱਲ ਛੇੜ ਲਈਏ ਵੀ ਕਿਸਾਨ ਸੰਘਰਸ਼ ਚੱਲ ਰਿਹਾ MSP ਖਤਮ ਹੋਣ ਦੇ ਡਰ ਦਾ, ਅਤੇ ਉਸੇ MSP 'ਚ 50 ਰੁਪਏ ਵਾਧਾ ਕਰਕੇ ਸਰਕਾਰ ਕਹਿੰਦੇ ਵੀ ਆਪਾਂ ਬਹੁਤ ਮਹਿੰਗੇ ਭਾਅ ਕਣਕ ਲੈ ਲੈਣੀ ਆ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਸਾਹਿਬ ਦੀ ਸਰਕਾਰ ਲੋਕਾਂ ਚੁਣੀ ਹੈ, ਵੋਟਾਂ ਪਾ ਕੇ ਚੁਣੀਆਂ, ਠੋਕ ਕੇ ਬਹੁਮਤ ਦੇ ਕੇ ਚੁਣੀ ਹੈ। ਪਿਛਲੀ ਵਾਰ ਦੇ ਮੁਕਾਬਲੇ ਵੀ ਵੱਧ ਵੋਟਾਂ ਤੇ ਵੱਧ ਸੀਟਾਂ ਉਹਨਾਂ ਦੀ ਝੋਲੀ ਪਾਈਆਂ। ਲੋਕਾਂ ਦਾ ਯਕੀਨ ਤੇ ਵਿਸ਼ਵਾਸ ਉਹਨਾਂ ਦੇ ਵਿੱਚ ਸੀ, ਹੈ, ਰਹੇਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸਵਾਲਾਂ ਦੇ ਘੇਰੇ 'ਚ ਨੇ, ਪਰ ਜਦੋਂ ਤੱਕ ਉਹ ਹੁਣ 24 ਤੱਕ ਪ੍ਰਧਾਨ ਮੰਤਰੀ ਆ, ਉਹਨਾਂ ਦੇ ਕੋਲੇ ਬਹੁਮਤ ਹੈਗਾ। ਇਹ ਗੱਲ ਤਾਂ ਸਾਨੂੰ ਪਹਿਲਾਂ ਤਸਲੀਮ ਕਰਨੀ ਪਊ। ਦੂਸਰੀ ਗੱਲ, ਹੁਣ ਇੱਕ ਗੱਲ ਹੀ ਨਹੀਂ ਅਜੇ ਤੱਕ ਸਮਝ ਆਈ ਜਿਹੜੀ ਕਿ ਬਹੁਤ ਜ਼ਰੂਰੀ ਹੈ ਸਮਝਣੀ, ਕਿ ਕਿਸਾਨ ਦੀ ਫਸਲ ਦਾ ਮੁੱਲ, ਤੁਸੀਂ ਆਪ ਇਸ ਗੱਲ ਨੂੰ ਮੰਨਿਆ, ਪ੍ਰਵਾਨ ਕੀਤਾ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਭਾਈ ਅਜੇ ਮੁੱਲ ਨਿਰਧਾਰਿਤ ਨਹੀਂ ਕੀਤਾ। ਮੁੱਲ ਨਿਰਧਾਰਿਤ ਕੌਣ ਕਰਦਾ? ਉਹਨਾਂ ਦੇ ਵਿੱਚੋਂ ਕਿੰਨੇ ਕੁ ਕਿਸਾਨ ਨੇ, ਉਹਨਾਂ ਨੂੰ ਕਿੰਨਾ ਕੁ ਪਤਾ ਹੈ ਕਿ ਭਾਈ ਖੇਤੀਬਾੜੀ ਕਰਦਿਆਂ ਕਿੰਨਾ ਕੁ ਖਰਚਾ ਹੁੰਦਾ, ਕਿੰਨਾ ਕੁ ਪਸੀਨਾ ਵਿਆਹ ਜਾਂਦਾ, ਜਾਂ ਕੀ ਕੁਝ ਭੱਜ ਟੁੱਟ ਹੁੰਦੀ ਹੈ। ਘਸਾਈ ਜਿਹੜੀ ਹੈ ਖੇਤੀਬਾੜੀ ਦੇ ਯੰਤਰਾਂ ਦੀ, ਸੰਦਾਂ ਦੀ ਕਿੰਨੀ ਕੁ ਹੁੰਦੀ ਹੈ, ਕਦੇ ਨਹੀਂ ਦੇਖਿਆ। ਹੁਣ ਆਹ ਜਿਹੜੀ ਗੱਲ ਹੈ ਕਿ ਭਾਈ 50 ਰੁਪਏ ਮੁੱਲ ਵਧਾਤਾ, ਮੈਂ ਕਹਿੰਦਾ ਕਿ ਸਾਡੀਆਂ ਸਰਕਾਰਾਂ ਸਿਆਣੀਆਂ ਹੋਣ, ਭਾਵੇਂ ਉਹ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਹੋਣ, ਭਾਵੇਂ ਵਾਜਪਾਈ ਸਾਹਿਬ ਦੀ ਅਗਵਾਈ 'ਚ ਸਨ, ਤੇ ਭਾਵੇਂ ਅੱਜ ਮੋਦੀ ਸਾਹਿਬ ਦੀ ਅਗਵਾਈ 'ਚ ਨੇ, ਉਹ ਮਾੜਾ ਜਿਹਾ ਨਾਲ ਦੱਸਿਆ ਕਰਨ ਕਿ 50 ਰੁਪਏ ਕਿਉਂ ਵਧਾਏ। ਕੀ ਉਹਨਾਂ ਨੂੰ ਲੱਗਦਾ ਹੈ ਕਿ ਡੀਜ਼ਲ ਪੈਟਰੋਲ ਵੱਧ ਗਿਆ? ਕੀ ਉਹਨਾਂ ਨੂੰ ਲੱਗਦਾ ਹੈ ਕਿ ਕੀਟਨਾਸ਼ਕਾਂ ਦੇ ਰੇਟ ਵੱਧ ਗਏ? ਕੀ ਉਹਨਾਂ ਨੂੰ ਲੱਗਦਾ ਹੈ ਕਿ ਖਾਦਾਂ ਦੇ ਭਾਅ ਵੱਧ ਗਏ? ਕੀ ਉਹਨਾਂ ਨੂੰ ਲੱਗਦਾ ਹੈ ਕਿ ਖੇਤੀਬਾੜੀ ਦੇ ਯੰਤਰ ਮਹਿੰਗੇ ਹੋ ਗਏ? ਜਾਣੀ ਕਿਉਂ ਵਧਾਏ? ਜਾਣੀ 50 ਹੀ ਕਿਉਂ? ਜੇ ਕੁਝ ਵੀ ਨਹੀਂ ਮਹਿੰਗਾ ਹੋਇਆ ਤੁਸੀਂ 25 ਵਧਾ ਦਿਓ, ਅਸੀਂ ਸੰਤੁਸ਼ਟ ਹਾਂ। ਪਰ ਜੇ ਬਹੁਤ ਕੁਝ ਮਹਿੰਗਾ ਹੋਇਆ ਫਿਰ 150 ਕਿਉਂ ਨਾ ਵਧੇ, ਫਿਰ 200 ਕਿਉਂ ਨਾ ਵਧੇ? ਸਾਡੇ ਕੋਲ 1947 ਤੋਂ ਲੈ ਕੇ 2020 ਦੇ ਵਿੱਚ ਅਸੀਂ ਆ ਗਏ। ਕਾਂਗਰਸ ਦੀਆਂ ਵੀ ਲੰਬਾ ਸਮਾਂ ਸਰਕਾਰਾਂ ਰਹੀਆਂ, ਹੁਣ ਤਾਂ BJP ਦੇ ਵੀ ਸੁਖਨਾ ਇਤਿਹਾਸ ਸਿਰਜ ਦਿੱਤਾ, ਲਗਾਤਾਰ ਸਰਕਾਰਾਂ ਬਣ ਰਹੀਆਂ। ਪਰ ਇਹ ਸਿਸਟਮ ਕਿਉਂ ਨਹੀਂ ਇਹਨਾਂ ਨੇ ਕ੍ਰੀਏਟ ਕੀਤਾ? ਇਹਨਾਂ ਨੇ ਇੱਦਾਂ ਦੱਸਿਆ ਕਿਉਂ ਨਹੀਂ ਕਿ ਭਾਈ ਕਿਸਾਨ ਹੈ, ਅਸੀਂ ਦੇਖਾਂਗੇ ਕਿ ਭਾਈ ਪਹਿਲੇ 3 ਮਹੀਨਿਆਂ ਦੇ ਵਿੱਚ ਚੌਥੇ ਮਹੀਨੇ ਜਾ ਕੇ ਫਸਲ ਆਉਣੀ ਹੈ, 90 ਦਿਨਾਂ ਦੇ ਬਾਅਦ ਜਿੰਨੀ ਮਹਿੰਗਾਈ ਵਧੀ ਹੈ, ਕਿਸਾਨ ਦਾ ਜਿੰਨਾ ਪਸੀਨਾ ਉਹਦੇ ਵਿੱਚ ਵਹਿਆ, ਜਿੰਨੀ ਉਹਨੂੰ ਆਮਦਨ ਚਾਹੀਦੀ ਹੈ, ਉਹਦੇ ਹਿਸਾਬ ਦੇ ਨਾਲ ਅਸੀਂ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਾਂਗੇ। ਆਹ ਤਾਂ ਫਿਰ ਠੂਠਾ ਹੀ ਹੋ ਗਿਆ ਕਿ ਭਾਈ ਆ 50 ਪਾਤੇ ਬਈ, 52 ਪਾਤੇ ਬਈ। ਇੱਕ ਵਾਰੀ 1 ਰੁਪਈਆ ਵੀ ਭਾਅ ਵਧਿਆ ਸੀ, ਪੁਰਾਣੀ ਗੱਲ ਹੈ ਵੈਸੇ, ਆਪਣੀ ਸੁਰਤ ਤੋਂ ਪਹਿਲੀ ਗੱਲ ਹੈ, ਸਿਆਣੇ ਦੱਸਦੇ ਆ, ਮੈਂ ਕਿਤੇ ਰਿਕਾਰਡ ਕੱਢ ਕੇ ਦੇ ਗਿਆ 1 ਰੁਪਈਆ। ਮੈਂ ਸੋਚਦਾ ਹੁੰਨਾ ਕਿ ਦੱਸਣ ਤਾਂ ਸਹੀ, ਕਿਹੜਾ ਸਿਆਣਾ ਬਿਠਾ ਲਿਆ ਉੱਥੇ, ਇਹ ਕਿਹੜਾ ਬਾਬਾ ਬਿਠਾ ਲਿਆ ਉੱਥੇ, ਕਿਹੜਾ ਤਾਂਤਰਿਕ ਬਿਠਾ ਲਿਆ ਉੱਥੇ ਜਿਹੜਾ ਇਹਨਾਂ ਨੂੰ ਦੱਸਦਾ ਹੈ ਕਿ ਭਾਈ 48 ਰੁਪਈਏ ਦਾ ਖਰਚਾ ਵਧਿਆ, 2 ਰੁਪਈਏ ਕਿਸਾਨ ਨੂੰ ਹੋਰ ਚਾਹੀਦੇ, 50 ਵਧਾ ਦਿਓ। ਕੋਈ ਤਰਕ ਤਾਂ ਹੋਵੇ ਨਾ। ਆ 50 ਵਧਾਤੇ, ਸਮੇਂ ਤੋਂ ਪਹਿਲਾਂ ਹੀ ਵਧਾਤੇ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮੱਘ ਦੇ ਕੋਲਿਆਂ ਦੇ ਉੱਤੇ ਠੰਡੇ ਪਾਣੀ ਦਾ ਛਿੱਟਾ ਮਾਰਿਆ ਜ਼ਰੂਰ ਹੈ, ਪਰ ਚੰਗੀ ਤਰ੍ਹਾਂ ਪਾ ਲਿਓ। ਕਈ ਵਾਰੀ ਬੀਬੀਆਂ 2 ਘੰਟੇ ਬਾਅਦ ਵੀ ਦੇਖਣਾ ਦੀ ਖੌਰੇ ਅੱਗ ਬੁਝੀ ਕਿ ਨਹੀਂ ਬੁਝੀ। ਬਾਠ ਸਾਹਿਬ, ਜਿਹੜਾ ਤੁਹਾਡਾ ਸਵਾਲ ਸੀ ਨਾ ਵੀ ਇਹ ਕਿਉਂ ਵਧਾਇਆ ਗਿਆ, ਮੈਨੂੰ ਲੱਗਦਾ ਕਿ ਤਰਨ ਚੁੱਘ ਹੋਰੀ, ਤੁਸੀਂ ਜਾਣਦੇ ਹੋਣੇ ਆ, ਭਾਜਪਾ ਦੇ ਲੀਡਰ ਸਾਹਿਬਾਨ ਨੇ, ਉਹ ਦੱਸ ਸਕਦੇ ਆ ਸ਼ਾਇਦ ਆਪਾਂ ਨੂੰ ਕਿ ਵੀ 50 ਰੁਪਏ ਕਿਉਂ ਵਧਾਇਆ। ਕਿਉਂਕਿ ਉਹਨਾਂ ਦਾ ਬਿਆਨ ਇਹ ਹੈ ਕਿ ਅਸੀਂ ਇਸ ਵਾਧੇ ਦਾ ਸਵਾਗਤ ਕਰਦੇ ਹਾਂ। ਮੋਦੀ ਸਾਹਿਬ ਨੇ ਜਿਹੜਾ ਕਣਕ ਦੇ ਨਾਲ ਯਾਨੀ ਕਿ ਟੋਟਲ 5 ਫਸਲਾਂ ਦਾ ਜਿਹੜਾ ਇਹ ਸਮਰਥਨ ਮੁੱਲ ਵਧਾਇਆ,
ਤੇ ਵਾਅਦਾ ਦੇ ਕੇ ਕਿਸਾਨਾਂ ਦਾ ਭਲਾ ਕੀਤਾ, ਉਹਦਾ ਅਸੀਂ ਸਵਾਗਤ ਕਰਦੇ। ਮਤਲਬ ਉਹ ਇਕਲੌਤੇ ਲੀਡਰ ਨੇ, ਭਾਜਪਾ ਦੇ ਲੀਡਰ ਨੇ ਜਿਨ੍ਹਾਂ ਨੇ ਇਸ ਚੀਜ਼ ਦਾ ਸਵਾਗਤ ਕੀਤਾ। ਰਹੀ ਗੱਲ ਤੁਸੀਂ ਕਹਿੰਦੇ ਸੀ 50 ਰੁਪਏ ਕਿਉਂ ਵੱਧਦੇ ਆ, ਇਹ ਮੈਂ ਆਪਣੇ ਵੱਲੋਂ ਝਟਕਾ ਹਿਸਾਬ ਜਿਹਾ ਲਾਉਂਦਾ ਸੀ ਵੀ ਅੱਜ ਦਾ ਨਹੀਂ, ਇਹ ਇਹਨਾਂ ਦਾ ਸ਼ੁਰੂ ਤੋਂ ਹੀ ਕੰਮ ਹੈ ਵੀ 25 30 50 60 ਇੰਨੇ ਕੁ ਰੁਪਏ ਵਧਾਉਣੇ ਆ, ਤੇ ਐਵਰੇਜ ਜਿਹੜੀ ਆ ਉਹ ਸਾਲ ਦੀ 50 ਕੁ ਰੁਪਏ ਵਧੇ ਇੱਕ ਫਸਲ ਦੀ। ਹੁਣ ਕਣਕ ਜਿਹੜੀ ਹੈ ਉਹ ਸਾਲ 'ਚ ਇੱਕ ਵਾਰ ਹੀ ਆਉਣੀ ਹੈ। ਹੁਣ ਤੁਸੀਂ ਇਹ ਦੇਖੋ ਕਿ ਜੇ 50 ਰੁਪਏ ਇੱਕ ਸਾਲ ਵਧੇ ਤੇ ਆਉਂਦੇ 10 ਸਾਲਾਂ ਦੇ ਵਿੱਚ ਵੀ 500 ਰੁਪਏ ਵਧਣਾ। ਸਿਰਫ ਅੰਦਾਜ਼ਾ ਲਾ ਕੇ ਦੇਖੋ ਕਿ 10 ਸਾਲ ਦਾ ਕਿੱਡਾ ਵੱਡਾ ਸਪੈਨ ਆ ਵੀ ਨਿਆਣਾ ਜੰਮ ਕੇ 10 ਸਾਲਾਂ ਦਾ ਹੋ ਜਾਂਦਾ, ਤੇ ਜਿਹੜਾ 10 ਦਾ ਉਦੋਂ ਜਦੋਂ 20 ਦੇ ਲਾਗੇ ਬੰਨੇ ਪਹੁੰਚਦਾ ਤੇ ਫਿਰ ਭੂਆ ਵੀ ਰਿਸ਼ਤੇ ਬਾਰੇ ਪੁੱਛਣ ਲੱਗ ਪੈਂਦੀ ਹੈ। ਇਹ ਆਪਾਂ ਪਿਛਲੇ ਸਮੇਂ 'ਚ ਵੀ ਵੇਖਦੇ ਰਹੇ ਹਾਂ ਵੀ ਸਰਕਾਰਾਂ ਨੂੰ ਸਿਰਫ 2 ਵਾਰੀਆਂ ਚੁਣਨ ਦੀ ਲੋੜ ਪੈਂਦੀ ਹੈ ਤੇ ਉਹਨਾਂ ਦੇ 10 ਸਾਲ ਪੂਰੇ ਹੋ ਜਾਂਦੇ ਆ। ਤੇ ਇਹ ਸਾਰੇ ਕੁਝ 'ਚ ਕਿੰਨੇ ਬਦਲਾਅ ਆਉਣੇ ਆ। ਆਪਾਂ ਅੱਜ ਭਾਵੇਂ ਪੈਟਰੋਲ ਡੀਜ਼ਲ ਦੀ ਗੱਲ ਕਰ ਲਈਏ ਜਾਂ ਹੋਰਨਾਂ ਚੀਜ਼ਾਂ ਦੀ ਮਹਿੰਗਾਈ ਦੀ ਗੱਲ ਕਰ ਲਈਏ, ਪਰ ਉਹਨਾਂ ਨੇ ਸ਼ੁਰੂ ਤੋਂ ਇਹ ਅੰਕੜਾ ਰੱਖਿਆ ਵੀ ਹਾਂ ਭਾਈ ਇੰਨੇ ਕੁ ਪਾਈ ਜਾਓ, ਇੰਨੇ ਕੁ ਪਾਈ ਜਾਓ, ਤਾਂ ਵੀ ਇੰਨੇ ਸਾਲ ਲੰਘਣ ਦੇ ਬਾਅਦ ਵੀ ਇਹਦੇ 'ਚ ਸਿਰਫ 500 ਰੁਪਏ ਦਾ ਨਮੂਨਾ ਵਾਧਾ ਹੋਣਾ। ਇਹ ਜਿਹੜਾ ਅਸਲ ਰੌਲਾ ਨਾ, ਮੇਰੇ ਖਿਆਲ ਨਾਲ ਇਸ ਵਾਲੇ ਪਾਸੇ ਨਾ ਤਾਂ ਉੱਥੇ ਬੈਠੇ ਜਿਹੜੇ ਵੱਡੇ ਵੱਡੇ ਅਰਥ ਸ਼ਾਸਤਰੀ ਨੇ ਜਿਹੜੇ ਕਿ ਇਨਫਲੇਸ਼ਨ ਦਾ ਹਿਸਾਬ ਲਾਉਂਦੇ ਨੇ, ਇਨਫਲੇਸ਼ਨ ਸ਼ਬਦ ਬੜਾ ਵਰਤਿਆ ਜਾਂਦਾ ਨਾ ਵੀ ਮਹਿੰਗਾਈ ਦਰ ਕਿੰਨੀ ਹੋ ਗਈ, ਉਹਨਾਂ ਨੂੰ ਮੇਰੇ ਖਿਆਲ ਨਾਲ ਸਮਝਾਉਣ ਦੀ ਲੋੜ ਆ ਵੀ ਵੀਰ ਮੇਰੇ, ਉਹ ਜਿਹੜਾ ਚੀਜ਼ ਤੁਸੀਂ ਇੱਥੇ ਰੌਲਾ ਪਾਉਂਦੇ ਹੋ ਉਹਨੂੰ ਇੱਕ ਵਾਰ ਕਾਗਜ਼ਾਂ 'ਤੇ ਝਰੀਟਣ ਦੀ ਬਜਾਏ ਇੱਕ ਦਿਨ ਉਸ ਖੇਤ 'ਚ ਜਾ ਕੇ ਝਰੀਟ ਕੇ ਦੇਖੋ ਹਲ ਦੇ ਨਾਲ, ਵੀ ਭਲਾ ਜਦੋਂ ਹਲ ਦੇ ਨਾਲ ਝਰੀਟ ਕੇ ਤੇ ਉਹ ਦਾਣਾ ਬੀਜ ਕੇ ਤੇ ਫਾਈਨਲੀ ਮੰਡੀ ਤੱਕ ਪਹੁੰਚਦਾ, ਤੇ ਫਿਰ ਜਿਹਨੂੰ ਉਹ ਇੱਕ ਸ਼ਬਦ ਵਰਤਦੇ ਉਪਭੋਗਤਾ, ਜਿਹਨੂੰ ਆਪਾਂ ਗਾਹਕ ਕਹਿ ਦਿੰਦੇ, ਫਾਈਨਲੀ ਜਿਸ ਬੰਦੇ ਨੇ ਉਹ ਦਾਣੇ ਖਾਣੇ ਆ ਉਹਦੀ ਪਲੇਟ ਤੱਕ ਉਹ ਕਿੰਨੇ 'ਚ ਪਹੁੰਚਦਾ। ਤੇ ਜਦੋਂ ਤੁਹਾਨੂੰ ਉੱਥੇ ਖੇਤ ਵਿੱਚ ਵਾਹੀ ਜਿਹੜੀ ਲੀਕ ਹੈ ਉਹਦੇ 'ਚ, ਤੇ ਜਿਹੜੀ ਉੱਥੇ ਬੰਦਾ ਆਪਣੀ ਪਲੇਟ ਦੇ ਵਿੱਚ ਉਸ ਅੰਨ ਨੂੰ ਦੇਖ ਰਿਹਾ ਉਹਦੇ ਵਿੱਚ ਜਦੋਂ ਫਰਕ ਤੇ ਪਾੜਾ ਨਜ਼ਰ ਆਊਗਾ ਨਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਜਿਹੜੇ 50 ਰੁਪਏ ਤੁਸੀਂ ਵਧਾਉਨੇ ਹੋ ਉਹਦੇ 'ਚੋਂ ਕਿੰਨੇ ਕੁ ਰੁਪਏ ਜਿਹੜਾ ਬੰਦਾ ਉਹ ਖੇਤ 'ਚ ਲੀਕਾਂ ਮਾਰਦਾ ਉਹਦੀ ਜੇਬ 'ਚ ਪੈਂਦੇ ਆ, ਤੇ ਵਿਜਲੇ ਜਿਹੜੇ ਬੰਦੇ ਆ ਉਹ ਕਿੰਨੇ ਕਿੰਨੇ ਖਾਂਦੇ ਆ। ਜੀ ਨਹੀਂ, ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਬਿਲਕੁਲ ਦਰੁਸਤ ਹੈ। ਚਾਹੀਦਾ ਤਾਂ ਇੱਦਾਂ ਦਾ ਹੀ ਮਸਲਾ ਨਾ, ਮੈਂ ਤਾਂ ਕਹਿੰਦਾ ਕਿ ਕੋਈ ਵੀ ਨਾ ਵਧਾਓ, ਚਾਹੇ ਰੇਟ 5 ਰੁਪਏ ਘਟਾ ਦਿਓ, 15 ਰੁਪਏ 50 ਰੁਪਏ ਘਟਾ ਦਿਓ, ਜੇ ਲੱਗਦਾ ਹੈ ਕਿ ਉਹਦੇ ਖਰਚੇ ਘਟ ਗਏ ਆ, ਜੇ ਲੱਗਦਾ ਹੈ ਕਿ ਭਾਈ ਜਿਹੜੇ ਪਿਛਲੀ ਵਾਰੀ ਖਰਚੇ ਹੋਏ ਸੀ ਐਤਕੀ ਉਹਦੇ ਨਾਲੋਂ ਮਸਲਾ ਥੋੜ੍ਹਾ ਜਿਹਾ ਘਟਿਆ, ਇਹ 50 ਰੁਪਏ ਵਧਾ ਕੇ 5 ਸਾਲਾਂ ਦੇ ਵਿੱਚ ਇਹਨਾਂ ਨੇ ਕਹਿ ਦੇਣਾ, ਮੁੜ ਕੇ ਸਰਕਾਰ ਭਾਵੇਂ ਕੋਈ ਵੀ ਹੋਵੇ 250 ਰੁਪਈਆ ਅਸੀਂ 5 ਸਾਲਾਂ ਦੇ ਵਿੱਚ ਕੁਇੰਟਲ ਦਾ ਤਾਂ ਭਾਅ ਵਧਾਤਾ। ਅੰਕੜੇ ਦੱਸਦੇ ਹੁੰਦੇ ਆ, ਅਸੀਂ ਇਸ ਸਾਲ ਸਰਕਾਰ ਬਣਾਈ ਸੀ ਉਦੋਂ ਸੀ ਕਣਕ ਦਾ ਝੋਨੇ ਦਾ ਭਾਅ ਇੰਨਾ, ਆਹ ਸਾਡੇ 5 ਸਾਲ ਹੋਏ ਪੂਰੇ, ਉਦੋਂ ਕਣਕ ਤੇ ਝੋਨੇ ਦਾ ਭਾਅ ਹੋ ਗਿਆ ਇੰਨਾ, ਅਸੀਂ 5 ਸਾਲਾਂ ਦੇ ਵਿੱਚ ਇਹਦਾ ਭਾਅ 10 ਤੋਂ ਲੈ ਕੇ 13% ਵਧਾ ਦਿੱਤਾ, ਕਹੋ ਜਿੰਦਾਬਾਦ। ਉਦੋਂ ਫਿਰ ਕਈ ਬੰਦੇ ਕਹਿ ਦਿੰਦੇ ਆ ਕਿ ਭਾਈ ਜਿੰਦਾਬਾਦ, ਪਰ ਉੱਥੇ ਇਹ ਨਹੀਂ ਦੱਸਿਆ ਜਾਂਦਾ ਕਿ ਜਦੋਂ ਸਰਕਾਰ ਤੁਰੀ ਸੀ ਉਦੋਂ ਡੀਜ਼ਲ ਦਾ ਭਾਅ ਕੀ ਸੀ, ਉਦੋਂ ਟਰੈਕਟਰ ਦਾ ਭਾਅ ਕੀ ਸੀ, ਉਦੋਂ ਬੀਜ ਦਾ ਭਾਅ ਕੀ ਸੀ, ਉਦੋਂ ਦਵਾਈ ਦਾ ਭਾਅ ਕੀ ਸੀ, ਉਹ ਨਹੀਂ ਦੱਸਿਆ ਜਾਂਦਾ ਕਿਉਂਕਿ ਉਹਦਾ ਦੂਜੇ ਪਾਸੇ ਆ। ਹੁਣ ਇੱਕ ਗੱਲ ਮੈਂ ਇੱਥੇ ਤੁਹਾਡੇ ਨਾਲ ਹੋਰ ਕਰਨੀ ਆ, ਉਹ ਇਹ ਕਰਨੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਹੈ ਜੀ ਉਹ ਓਪਨ ਮਾਰਕੀਟ ਦੇ ਵਿੱਚ ਚਲੇ ਜਾਊ, ਸਾਰਾ ਕੁਝ ਠੀਕ ਹੋ ਜੂ। ਉਹ ਮੇਰਾ ਖਿਆਲ ਕੀ ਹੈ, APMC ਇੱਕ ਸ਼ਬਦ ਬੜਾ ਚਰਚਾ ਦੇ ਵਿੱਚ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਹੁਣ ਜਦੋਂ ਦੇਸ਼ ਆਜ਼ਾਦ ਹੋਇਆ, ਸੰਧਾਲੀਆ ਸਾਹਿਬ ਲੋੜ ਮਹਿਸੂਸ ਕੀਤੀ, ਹਾਲਾਂਕਿ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਚਰਚਾ ਚੱਲਣ ਲੱਗ ਪਈ ਸੀ, ਲੋੜ ਕੀ ਮਹਿਸੂਸ ਕੀਤੀ ਕਿ ਭਾਈ ਅੱਧਾ ਤਾਂ ਵਿਆਜ ਦੇ ਵਿੱਚ ਹੀ ਚਲੇ ਜਾਂਦਾ, ਭਾਅ ਭੂ ਅਗਲੇ ਦਿੰਦੇ ਕੋਈ ਨਹੀਂ, ਉਹ ਕਹਿੰਦੇ ਸਾਡੇ ਤੋਂ ਤੂੰ ਪੈਸੇ ਲਏ ਅਸੀਂ ਤਾਂ 200 ਨੂੰ ਲਵਾਂਗੇ। ਫਿਰ APMC ਵਾਲਾ ਜਿਹੜਾ ਉਹ ਮਸਲਾ ਸਾਹਮਣੇ ਲਿਆਂਦਾ ਕਿ ਸੂਬੇ ਆਪੋ ਆਪਣੇ ਹਿਸਾਬ ਨਾਲ ਆਹ ਚੀਜ਼ਾਂ ਕਰਨਗੇ, ਮੰਡੀਆਂ ਬਣਾਉਣਗੇ। ਚਲੋ ਜੇ ਤਾਂ ਲੱਗਦਾ ਹੈ ਕਿ ਉਦੋਂ ਖੁੱਲ੍ਹਾ ਹੀ ਸੀ ਕੰਮ ਤੇ ਉਦੋਂ ਕਿਸਾਨ ਬਚ ਜਾਂਦਾ ਸੀ, ਫਿਰ APMC ਲਿਆਉਣ ਦੀ ਕੀ ਲੋੜ ਸੀ? ਤੇ ਜੇ ਹੁਣ ਲੱਗਦਾ ਹੈ ਕਿ APMC ਹੌਲੀ ਹੌਲੀ ਜੇ ਸੱਜੇ ਖੱਬੇ ਹੋ ਗਈ, ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਦੁਬਾਰਾ ਉਧਰਲੇ ਪਾਸੇ ਨੂੰ ਨਹੀਂ ਚੱਲ ਜੂ। ਹੁਣ ਇੱਕ ਬੜੇ ਵੱਡੇ ਖੇਤੀਬਾੜੀ ਦੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਉਹ ਕਹਿੰਦੇ ਕਿ ਜੇ ਇਹ ਸਾਰਾ ਕੁਝ ਇੰਨਾ ਹੀ ਚੰਗਾ ਹੁੰਦਾ ਤਾਂ 2006 ਦੇ ਵਿੱਚ APMC ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਬਿਹਾਰ ਨੇ। 14 ਸਾਲਾਂ ਦੇ ਵਿੱਚ ਉਹ ਕਹਿੰਦੇ ਜੇ ਤਾਂ ਬਿਹਾਰ ਨੇ ਸੋਨੇ ਦਾ ਬਣ ਜਾਣਾ ਹੁੰਦਾ ਤਾਂ ਬਣ ਜਾਣਾ ਸੀ। ਆ ਹੁਣ ਜਿੰਨੇ ਮਜ਼ਦੂਰ ਬਾਕੀ ਸੂਬਿਆਂ ਤੋਂ ਕੋਵਿਡ ਦੇ ਕਰਕੇ ਵਾਪਸ ਗਏ ਆ, ਸਭ ਤੋਂ ਵੱਧ ਬਿਹਾਰ ਦੇ ਸੀ ਜੇ ਔਸਤ ਕੱਢੀਏ। ਇਹਦਾ ਮਤਲਬ ਹੈ ਕਿ 16 ਸਾਲ APMC ਦੇ ਵਿੱਚ ਸੋਧਾਂ ਦੇ ਬਾਵਜੂਦ, ਖੁੱਲੀ ਮੰਡੀ ਦੇ ਹਵਾਲੇ ਬਿਹਾਰ ਦੇ ਕਿਸਾਨਾਂ ਨੂੰ ਕਰਨ ਦੇ ਬਾਵਜੂਦ, ਜੇ ਉਹਨਾਂ ਦੀ ਹਾਲਤ ਨਹੀਂ ਸੁਧਰੀ, ਜੇ ਅਜੇ ਵੀ ਉਹ ਮਜ਼ਦੂਰੀ ਕਰਨ ਦੇ ਲਈ ਪੰਜਾਬ ਤੇ ਹਰਿਆਣੇ ਵਰਗੇ ਸੂਬਿਆਂ ਦੇ ਵਿੱਚ ਆਉਂਦੇ ਆ, ਤੇ ਉਦਾਂ ਦੀਆਂ ਸੋਧਾਂ ਜਦੋਂ ਪੰਜਾਬ ਤੇ ਹਰਿਆਣੇ ਦੇ ਵਿੱਚ ਲਾਗੂ ਹੋਣਗੀਆਂ ਤਾਂ ਤੌਖਲਾ ਤਾਂ ਕਰਨਗੇ ਨਾ ਕਿਸਾਨਾਂ ਨੂੰ ਇੰਨਾ ਕੁ ਹੱਕ ਤਾਂ ਹੈਗਾ ਕਿ ਭਾਈ ਉਹ ਇਦਾਂ ਦੀਆਂ ਉਦਾਹਰਨਾਂ ਦੇ ਕੇ ਸਵਾਲ ਪੁੱਛ ਸਕਣ
ਤੇ ਜੇ ਅਸੀਂ ਇਹ ਵੀ ਕਹਿਣਾ ਕਿ ਕੋਈ ਗੱਲ ਨਹੀਂ, ਸਵਾਲ ਦਾ ਕੀ ਹੈ, ਆ ਆਰਡੀਨੈਂਸ ਲਾਗੂ ਹੈ, ਆ ਅਸੀਂ ਉਦਾਂ ਹੀ ਹੱਥ ਖੜੇ ਕਰਕੇ ਵੋਟਾਂ ਪਵਾ ਲਈਆਂ, ਜੇ ਕੋਈ ਕਹਿੰਦਾ ਕਿ ਕਮੇਟੀ ਦੇ ਕੋਲੇ ਭੇਜ ਦਿਓ ਤੇ ਉਹਦੇ ਤੋਂ ਬਾਅਦ ਅਸੀਂ ਕਹਿੰਦੇ ਚਲੋ ਕਮੇਟੀ ਕਿਉਂ ਨਹੀਂ ਭੇਜਣਾ, ਕਾਨੂੰਨ ਬਣ ਗਿਆ, ਕਮਾਲ ਹੋ ਗਈ ਹੈ। ਬਾਠ ਸਾਹਿਬ, ਜਿਹੜਾ ਤੁਸੀਂ 2006 ਦੀ ਗੱਲ ਕਰਦੇ ਹੋ APMC, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਸ਼ਾਂਤਾ ਕੁਮਾਰ ਵਾਲੀ ਕਮੇਟੀ ਨੇ ਆਪਣੇ ਵੱਲੋਂ ਉਦੋਂ ਕਿਹਾ ਸੀਗਾ ਕਿ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਨੂੰ ਚੇਂਜ ਕਰਨ ਦੀ ਲੋੜ ਆ, ਫਿਰ ਇਹਦੇ 'ਚ ਫਰਕ ਆ ਜਾਊਗਾ। ਹੁਣ 14 ਸਾਲ ਜਿਹੜੇ ਆ, ਆਪਾਂ ਇਹਦਾ ਵੀ ਥੋੜ੍ਹਾ ਜਿਹਾ ਹਿਸਾਬ ਕਿਤਾਬ ਲਾ ਲਈਏ। 14 ਸਾਲਾਂ 'ਚ ਆਪਣੇ ਪੰਜਾਬ ਤੋਂ ਹਰੇਕ ਪਾਰਟੀ ਦੇ ਕਿੰਨੇ ਲੀਡਰ ਰਾਜ ਸਭਾ 'ਚ, ਕਿੰਨੇ ਲੀਡਰ ਲੋਕ ਸਭਾ 'ਚ, ਤੇ ਕਿੰਨੇ ਲੀਡਰ ਇੱਥੇ ਪੰਜਾਬ ਦੀ ਜਿਹੜੀ ਲੋਕਲ ਵਿਧਾਨ ਸਭਾ ਉਹਦੇ 'ਚ ਚੁਣ ਕੇ ਗਏ, ਕਿੰਨਿਆਂ ਨੇ ਕੁਰਸੀਆਂ ਮਾਣੀਆਂ, ਤੇ ਉਹ ਜਿਹੜੀਆਂ ਕੁਰਸੀਆਂ ਮਾਣੀਆਂ ਉਹਨਾਂ ਕੁਰਸੀਆਂ ਦਾ ਬਕਾਇਦਾ ਹਿਸਾਬ ਭਾਰਤ ਸਰਕਾਰ ਦਾ ਜਿਹੜਾ ਫਾਈਨੈਂਸ ਵਿਭਾਗ ਹੈ, ਵਹੀ ਖਾਤੇ ਵਾਲਾ ਵਿਭਾਗ ਹੈ, ਉਹਦੇ ਵਿੱਚ ਦਰਜ ਹੈ। ਤੇ ਉਹਦੇ ਵਿੱਚ ਬਕਾਇਦਾ ਅਗਲੇ ਪਾਸੇ ਲਿਖਿਆ ਆਉਂਦਾ ਹੋਣਾ ਵੀ ਸ਼੍ਰੀਮਾਨ ਜੀ ਫਲਾਨਾ ਜੀ ਨੂੰ ਇੰਨੀ ਪੈਨਸ਼ਨ ਦਿੱਤੀ ਜਾਂਦੀ ਹੈ ਕਿਉਂਕਿ ਉਹ ਇਸ ਸਮੇਂ ਤੋਂ ਲੈ ਕੇ ਇਸ ਸਮੇਂ ਤੱਕ ਇਸ ਕੁਰਸੀ ਤੇ ਰਹੇ। ਹੁਣ 14 ਸਾਲਾਂ 'ਚ ਜਦੋਂ ਇਹ ਬਿਹਾਰ ਦੇ ਵਿੱਚ ਸਾਰਾ ਕੁਝ ਚੇਂਜ ਕੀਤਾ ਸੀ ਤੇ ਨਜ਼ਰ ਤੇ ਆਉਂਦਾ ਹੈ ਨਾ ਵੀ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ, ਜੇ ਇੱਕ ਸਟੇਟ 'ਚ ਆਹ ਕੰਮ ਹੋ ਰਿਹਾ ਹੈ ਤੇ ਕੱਲ੍ਹ ਨੂੰ ਸਾਡੇ 'ਚੋਂ ਕੋਈ ਨਾ ਕੋਈ ਪਾਰਟੀ ਜਾਂ ਉੱਪਰੋਂ ਕੋਈ WTO ਦੇ ਸਮਝੌਤੇ ਦੇ ਮੁਤਾਬਕ ਆਪਾਂ ਨੂੰ ਵੀ ਕਰਨਾ ਪੈ ਸਕਦਾ, ਤੇ ਆਪਾਂ ਹੁਣ ਤੋਂ ਹੀ ਇਹਦੇ ਲਈ ਕੋਈ ਨਾ ਕੋਈ ਕੰਮ ਕਰਕੇ ਚੱਲੀਏ। 14 ਸਾਲਾਂ 'ਚ ਤੁਸੀਂ ਕੋਈ ਪੰਜਾਬ ਦੇ ਕਿਸੇ, ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਵੀ ਹੈਗੇ ਵੀ ਆ ਜਾਂ ਜਿਹੜੇ ਲੰਘ ਗਏ ਆ ਜਾਂ ਜਿਹੜੇ ਉਸ ਹਿਸਾਬ ਦੇ ਨਾਲ ਪੈਨਸ਼ਨਾਂ ਵੀ ਲੈ ਰਹੇ ਤੇ ਹੁਣ ਮੌਜੂਦਾ ਕੁਰਸੀ ਤੇ ਵੀ ਹੈਗੇ ਆ, ਕਿਸੇ ਨੇ ਕਦੀ ਆਵਾਜ਼ ਉਠਾਈ ਵੀ ਹਾਂ ਯਾਰ ਉੱਥੇ ਤੁਸੀਂ ਆਹ ਕੰਮ ਕਿਉਂ ਕੀਤਾ, ਇੱਕ ਤੇ ਇਹ ਨਾ ਹੋਏ ਕੱਲ੍ਹ ਨੂੰ ਪੰਜਾਬ ਵੱਲ ਨੂੰ ਲੈ ਆਓ? ਸੁਣਿਆ ਕਦੀ ਤੁਸੀਂ? ਲੈ ਤੁਸੀਂ ਕਮਾਲ ਕਰੀਏ, ਹੋਰ ਕੰਮ ਥੋੜੇ ਨੇ, ਆਹ ਤਾਂ ਤੁਸੀਂ ਨਵਾਂ ਹੀ ਕੰਮ ਕਰਤਾ। ਉੱਥੇ ਅਸੀਂ ਪਹਿਲਾਂ ਜਾ ਕੇ ਲੜਾਈ ਲੜਨੀ ਹੁੰਦੀ ਆ ਕਿ ਸਰਕਾਰੀ ਬੰਗਲਾ ਜਿਹੜਾ ਮਿਲਣਾ ਨਾ ਦਿੱਲੀ 'ਚ, ਜਿਹੜਾ ਘਰ ਮਿਲਣਾ ਉਹ ਵਧੀਆ ਮਿਲੇ, ਆਹ ਨਹੀਂ ਮਿਲੇ, ਉਹ ਨਹੀਂ ਮਿਲੇ। ਫਿਰ ਸਾਡੇ ਕੋਲੇ ਦੂਜਾ ਕੰਮ ਹੁੰਦਾ ਹੈ, ਹਾਂ ਆਹ ਪਰਦੇ ਨਹੀਂ ਸੂਟ ਕਰਦੇ, ਇਹਨਾਂ ਦਾ ਕਲਰ ਨਹੀਂ ਠੀਕ ਹੈਗਾ, ਕਿਉਂਕਿ ਸਰਕਾਰੀ ਖਰਚੇ ਤੇ ਬਦਲਣੇ ਆ, ਫਿਰ ਅਸੀਂ ਪਹਿਲਾਂ ਪਰਦੇ ਬਦਲਾਉਣੇ ਆ, ਉਹਦੇ ਤੋਂ ਬਾਅਦ ਸਾਨੂੰ ਫਲੋਰ ਨਹੀਂ ਚੰਗਾ ਲੱਗਣਾ, ਨਹੀਂ ਇਹਦੇ ਇਹ ਕੰਟਰਾਸਟ ਨਹੀਂ ਠੀਕ ਹੈਗਾ, ਇਹ ਤਾਂ ਮੈਨੂੰ ਫਲਾਣੇ ਸਿਆਣੇ ਨੇ ਦੱਸਿਆ ਕਿ ਇਹ ਫਲੋਰ ਨਹੀਂ ਠੀਕ, ਇਹਨੂੰ ਪੱਟ ਕੇ ਬਦਲਾਓ। ਉਹਦੇ ਲਈ ਜਿਹੜਾ ਸੈਕਟਰੀ ਹੁੰਦਾ ਅਸੀਂ ਉਹਦੇ ਹਾੜੇ ਹੂੜੇ ਕੱਢਣੇ, ਉਹਨਾਂ ਨਾਲ ਜਾ ਕੇ ਇੱਧਰ ਉੱਧਰ ਪਾਉਣਾ। ਫਿਰ ਉਸ ਤੋਂ ਬਾਅਦ ਅਸੀਂ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਕਿ ਸਾਨੂੰ ਸਿਕਿਉਰਟੀ ਚੰਗੀ ਮਿਲੇ। ਉਹਦੇ ਤੋਂ ਬਾਅਦ ਅਸੀਂ ਉਹਦਾ ਇੱਕ ਅੱਧੀ ਕਮੇਟੀ ਦੇ ਵਿੱਚ ਸਾਡਾ ਨਾਂ ਪੈਣਾ ਚਾਹੀਦਾ। ਉਹਦੇ ਤੋਂ ਬਾਅਦ ਹੁੰਦਾ ਕਿ ਜਿਹੜਾ MLA ਸਾਡੇ ਪਰਿਵਾਰ ਦੇ ਵਿੱਚੋਂ ਹੈਗਾ, ਅਸੀਂ ਉਹਦੇ ਹਲਕੇ ਦੇ ਵਿੱਚ ਜਾ ਕੇ ਸਾਰਾ ਫੰਡ ਵੰਡ ਦਈਏ ਤਾਂ ਜੋ ਕੱਲ੍ਹ ਨੂੰ ਉਹਨਾਂ ਦੀ ਸੀਟ ਵੀ ਸੁਰੱਖਿਅਤ ਰਹੇ, ਬਾਕੀ ਸਾਰੀਆਂ ਚੀਜ਼ਾਂ ਵੀ ਸੁਰੱਖਿਅਤ ਰਹਿਣ। ਫਿਰ ਇੱਕ ਅੱਧੀ ਵਾਰੀ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ MP ਤਾਂ ਬਣੇ ਹੀ ਆ, ਇੱਕ ਅੱਧਾ ਜੇ ਸਰਕਾਰੀ ਟੂਰ ਲੱਗ ਜਾਵੇ, ਕਿਸੇ ਕਮੇਟੀ ਦੇ ਵਿੱਚ ਨਾ ਪੈ ਜਾਵੇ, ਭਾਵੇਂ ਇੱਧਰ ਉੱਧਰ ਦੇ ਪੈ ਜਾਵੇ, ਦੇਸ਼ ਛੋਟਾ ਹੀ ਹੋਵੇ, ਇੱਕ ਅੱਧਾ ਟੂਰ ਸਰਕਾਰੀ ਤੌਰ ਤੇ ਲੱਗ ਜਾਵੇ, ਨਾਲ ਇੱਕ ਅੱਧਾ ਟੱਬਰ ਦਾ ਜੀ ਚੱਲ ਜਾਵੇ, ਤਾਂ ਫਿਰ ਕਮਾਲਾਂ ਹੀ ਹੈ। ਫਿਰ ਅਸੀਂ ਇਹ ਵੀ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਜਿਹਦੇ ਦੰਦ ਜੇ ਟੱਬਰ ਦੇ ਵਿੱਚ ਨਹੀਂ ਵੀ ਹਿਲਦੇ ਨਾ, ਉਹਨੂੰ ਵੀ ਕਹੀਦਾ ਉਹ ਤੂੰ ਐਂ ਕਰ ਇਲਾਜ ਕਰਾ ਲਿਆ, ਇਹ ਕੱਲ੍ਹ ਨੂੰ ਹਿੱਲਣਾ ਹੀ ਆ, ਕੋਈ ਗੱਲ ਨਹੀਂ ਤੂੰ ਹੁਣੇ ਜਾ ਕੇ ਦਿਖਾ ਲਿਆ, ਉੱਥੇ ਤਾਰ ਤੂਰ ਜਿਹੜੀ ਆ ਪਾਉਣੀ ਹੁਣੇ ਪਵਾ ਲਾ। ਸਾਡੇ ਕੋਲ ਕੰਮ ਬੜੇ ਨੇ, ਆ ਤਾਂ ਤੁਸੀਂ ਨਵੀਆਂ ਹੀ ਗੱਲਾਂ ਕਰਦੇ ਹੋ। ਜੇ ਇੰਨਾ ਕੁਛ ਹੀ ਦੇਖਣਾ ਹੁੰਦਾ, ਬਿਹਾਰ ਤੋਂ ਨਾ ਇੱਕ ਚੁੱਭੀ ਜੀ ਮਾਰਨੀ, ਉੱਪਰ ਦੀ ਮਾਰ ਲਓ ਭਾਵੇਂ ਪਾਣੀ ਦੇ ਥੱਲੇ ਉਹਦੀ ਮਾਰ ਲਓ, ਉਡਾਰੀ ਮਾਰ ਲਓ, ਚੁੱਭੀ ਮਾਰ ਲਓ। ਪਰਲੇ ਪਾਸੇ ਉੱਤਰ ਪੂਰਬ ਦੇ ਸੂਬਿਆਂ ਦੇ ਵਿੱਚੋਂ ਇੱਕ ਸੂਬਾ ਭਾਰਤ ਦੇ ਵਿੱਚ ਇਦਾਂ ਦਾ ਹੈਗਾ, ਬਿਹਾਰ ਤੋਂ ਪਰਲੇ ਪਾਸੇ ਨੂੰ ਹੀ ਆ, ਜਿਨ੍ਹਾਂ ਨੇ 100% ਦੀ ਕੀਟਨਾਸ਼ਕਾਂ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਅਸੀਂ ਪੰਜਾਬ ਦੀ ਖੇਤੀ 'ਚ ਜ਼ਹਿਰਾਂ ਕਰੀ ਜਾਂਦੇ, ਕਿੰਨੀਆਂ ਕੁ ਕਮੇਟੀਆਂ ਬਣਾ ਕੇ ਉੱਥੇ ਗਏ ਆ। ਭਲਕ ਨੂੰ ਕਿਸੇ ਸੂਬੇ ਦੇ ਵਿੱਚ ਹੋ ਜਾਵੇ ਜੀ ਪੰਜਾਬੀਆਂ ਤੇ ਹਮਲਾ ਕੀਤਾ, ਇੱਕ ਦੂਜੇ ਤੋਂ ਅੱਗੇ ਹੋ ਜਾਣ ਕਿ ਸਾਨੂੰ ਕਮੇਟੀ 'ਚ ਪਾ ਲਓ, ਮੁੜ ਕੇ ਭਾਵੇਂ ਉਹਨਾਂ ਦੀ ਸਾਰੀ ਨਾ ਲੈਣ। ਪਰ ਜਿੱਥੋਂ ਪੰਜਾਬ ਦੇ ਭਲੇ ਦੀ ਗੱਲ ਹੋਣੀ ਆ ਨਾ, ਕਿਹੜਾ ਬੰਦਾ ਅੱਜ ਪੰਜਾਬ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਲੀਡਰ ਆ ਜਿਹੜੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਕੱਛਾਂ ਵਜਾਉਂਦੇ ਫਿਰਦੇ ਕਿਸਾਨੀ ਮੁੱਦੇ ਤੇ ਅਸੀਂ ਵੋਟਾਂ ਲੈਣੀਆਂ, ਕੀ ਕਿਸੇ ਉਸ ਸੂਬੇ 'ਚ ਗਏ? ਨਾ ਵੀ ਦੱਸ ਦੇਣ ਉਸ ਸਟੇਟ ਦਾ ਕਿਹੜਾ ਤਾਂ ਵੀ ਮੰਨ ਜਾਾਂਗੇ। ਬਿਲਕੁਲ ਸਹੀ। ਇਹਦੇ 'ਚ ਇੱਕ ਚੀਜ਼ ਮੈਂ ਐਡ ਕਰ ਦਿਆਂ ਕਿ ਜਿਹੜੀਆਂ ਗੱਲਾਂ ਅਸੀਂ ਇਸ ਪਲੇਟਫਾਰਮ ਤੋਂ ਕਰਦੇ ਹਾਂ ਜੀ, ਅਸੀਂ ਇਸ ਕਰਕੇ ਕਰਦੇ ਹਾਂ ਤਾਂ ਜੋ ਜਦੋਂ ਇਹ ਲੀਡਰ ਸਾਹਿਬ ਅਲੱਗ-ਅਲੱਗ ਤਰ੍ਹਾਂ ਦੀ ਪੱਗ ਬੰਨ੍ਹ ਕੇ ਤੁਹਾਡੇ ਕੋਲੇ ਕਹਿਣ ਵੀ ਮੈਂ ਪਹਿਲਾਂ ਫਲਾਨੀ ਪਾਰਟੀ 'ਚ ਸੀ, ਹੁਣ ਮੈਂ ਫਲਾਨੀ 'ਚ ਹਾਂ, ਜਾਂ ਉਹ ਕਹੇ ਵੀ ਮੈਂ ਤੇ ਸ਼ੁਰੂ ਤੋਂ ਹੀ ਫਲਾਨੀ ਪਾਰਟੀ 'ਚ ਰਿਹਾ ਤੇ ਸਾਡੀ ਪਾਰਟੀ ਤੇ ਆਹ ਕੁਛ ਤੁਹਾਡੇ ਲਈ ਕਰਦੀ ਰਹੀ ਹੈ, ਉਦੋਂ ਤੁਸੀਂ ਆਹ ਸਵਾਲ ਉਹਨਾਂ ਨੂੰ ਪੁੱਛ ਸਕੋ ਕਿ ਜੇ ਦੇਸ਼ ਦੇ ਵਿੱਚ 14 ਸਾਲ ਪਹਿਲਾਂ ਤੋਂ ਤੁਸੀਂ ਸਟੇਟਾਂ 'ਚ ਸਾਰਾ ਕੁਝ ਕਰ ਚੁੱਕੇ ਹੋ, ਜੇ ਤੁਸੀਂ APMC ਦੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ, ਹਰਿਆਣਾ ਤੇ ਉਸ ਤੋਂ ਬਾਅਦ 2 ਹੋਰ ਸੂਬਿਆਂ ਦੇ ਥੋੜ੍ਹੇ ਜ਼ਿਲ੍ਹਿਆਂ ਦੇ ਵਿੱਚ ਮੰਡੀਕਰਨ ਦਾ ਫਾਇਦਾ ਆਉਂਦਾ, ਸਿਰਫ 6% ਲੋਕਾਂ ਨੂੰ ਜਿਹੜੀ ਚੀਜ਼ MSP ਦਾ ਤੁਸੀਂ ਬੈਨੀਫਿਟ ਲੈ ਕੇ ਦਿੰਦੇ ਹੋ ਤੇ ਬਾਕੀ ਸਾਰੇ ਮੁਲਕ ਦੇ ਵਿੱਚ ਨਹੀਂ ਹੁੰਦਾ ਸੀਗਾ। ਤੁਸੀਂ ਇਹਦੇ ਤੇ ਕਦੀ ਗੱਲ ਚਲਾਈ ਕਿ ਜੇ ਪੰਜਾਬ ਹੈ ਉਹਦੀ ਆਰਥਿਕਤਾ ਭਾਵੇਂ ਉਹ ਸੱਜਿਓਂ ਫੜ ਲਓ ਖੱਬਿਓਂ ਫੜ ਲਓ, ਇੱਕ ਹੁੰਦਾ ਨਾ ਵੀ ਤੁਸੀਂ ਕੰਨ ਜਿੱਧਰੋਂ ਮਰਜ਼ੀ ਫੜ ਲਓ, ਧੌਣ ਵਿਚਾਲੇ ਰਹਿਣੀ ਆ। ਸੋ ਪੰਜਾਬ ਦੀ ਧੌਣ ਵਿਚਾਲੇ ਰਹਿਣੀ ਆ ਕਿ ਤੁਸੀਂ ਜਿੱਧਰ ਮਰਜ਼ੀ ਭੱਜ ਲਓ, ਜਿਸ ਮਰਜ਼ੀ ਇੰਡਸਟਰੀ ਜੋ ਮਰਜ਼ੀ ਲਾ ਲਓ, ਖੇਤੀ ਪ੍ਰਧਾਨ ਜੇ ਸੂਬਾ ਇਹਨੂੰ ਕਿਹਾ ਜਾਂਦਾ ਤੇ ਇਹਦੀ ਆਰਥਿਕਤਾ ਖੇਤੀ ਦੇ ਆਲੇ ਦੁਆਲੇ ਹੀ ਘੁੰਮਣੀ ਆ, ਭਾਵੇਂ ਉਹ ਸ਼ਹਿਰ 'ਚ ਬੈਠੀਆਂ ਦੁਕਾਨਾਂ ਨੇ, ਭਾਵੇਂ ਉਹ ਕੋਈ ਹੋਰ ਵੱਡੇ ਕਾਰੋਬਾਰੀ ਨੇ, ਭਾਵੇਂ ਜਿਵੇਂ ਮਰਜ਼ੀ ਹੈ। ਤੇ ਜੇ ਇਹਨਾਂ ਨੂੰ ਅਜੇ ਤੱਕ ਵੀ ਫਿਕਰ ਨਹੀਂ ਸੀ ਵੀ ਅਸੀਂ ਆਪਣੀ ਸਟੇਟ ਦੇ ਲਈ ਜੇ ਆਹ ਚੇਂਜਿਸ ਆ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਜੇ ਇਹੋ ਜਿਹੀਆਂ ਚੇਂਜਿਸ ਸਾਡੇ ਸਟੇਟ ਦੇ ਲਈ ਲਾਗੂ ਹੁੰਦੀਆਂ ਤੇ ਫਿਰ ਅਸੀਂ ਕੀ ਕਰਨਾ,
ਤੇ ਫਿਰ ਇਹ ਸਵਾਲ ਤੁਸੀਂ ਜ਼ਰੂਰ ਪੁੱਛੋ। ਮੈਂ ਚਾਹੁੰਦਾ ਬਾਠ ਸਾਹਿਬ ਆਪਾਂ ਹੁਣ ਕੱਲੀ ਪਾਰਟੀ ਵਾਲੇ ਪਾਸੇ ਵੀ ਤੁਰ ਪਈਏ, ਕਿਉਂਕਿ ਵਿਰੋਧ ਤਾਂ ਕਰਨ ਲੱਗ ਪਏ। ਭਾਜਪਾ ਵਾਲਿਆਂ ਨੇ ਕਹਿਤਾ ਸਵਾਗਤ ਹੈ ਜੀ, 50 ਰੁਪਏ ਰੇਟ ਵਧਾਤਾ, ਅਕਾਲੀ ਦਲ ਨੇ ਵਿਰੋਧ ਕਰਤਾ, ਕਾਂਗਰਸ ਨੇ ਕਰਤਾ, ਆਪ ਵਾਲਿਆਂ ਵਿਰੋਧ ਕਰਤਾ, ਨਾਲ ਇਹ ਵੀ ਕਹਿਤਾ ਵੀ ਆਪਾਂ ਹੁਣ ਜਿੱਥੇ ਵੀ ਕਿਸਾਨ ਕਹਿਣਗੇ ਆਪਾਂ ਉਹਨਾਂ ਦੇ ਬੰਦ ਦਾ ਸਮਰਥਨ ਵੀ ਕਰਾਂਗੇ, ਰੇਲ ਰੋਕੂ ਘਰਾਓ ਜੋ ਵੀ ਕਰਨਾ ਆਪਾਂ ਉਹਨਾਂ ਦੇ ਨਾਲ ਆ। ਪਹਿਲਾਂ ਤਾਂ ਆਪਾਂ ਅਕਾਲੀ ਦਲ ਦੀ ਗੱਲ ਹੀ ਕਰ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਵੀ ਅਸੀਂ ਕਿਸਾਨਾਂ ਦੀ ਪਾਰਟੀਆਂ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਰਹੇ ਹਾਂ, ਪਰ ਇਹ ਉਹਨਾਂ ਦੇ ਉੱਪਰ ਦੋਸ਼ ਲਾਉਂਦੀਆਂ ਨੇ ਵਿਰੋਧੀ ਪਾਰਟੀਆਂ ਕਿ ਵੀ ਇਹ ਆਖਰੀ ਵਾਲੇ ਦਿਨ ਹੀ ਕਿਉਂ ਕਿਸਾਨ ਚੇਤੇ ਆਏ, ਤੇ ਆਖਰੀ ਵਾਲੇ ਦਿਨ ਜਿਹੜਾ ਸੀਗਾ ਉਦਣ ਹੀ ਕਿਉਂ ਇਹ ਕਿਹਾ ਕਿ ਵੀ ਹਾਂ ਭਾਈ ਸਾਹਿਬ ਆਪਾਂ ਕਿਸਾਨਾਂ ਦੇ ਨਾਲ ਆ। 1.5-2 ਮਹੀਨੇ ਪਹਿਲਾਂ ਕਿਸਾਨ ਕਿਉਂ ਭੁੱਲੇ ਰਹੇ? ਜਿਸ ਦਿਨ ਆਪਾਂ ਵੱਡੇ ਬਾਦਲ ਸਾਹਿਬ ਨੂੰ ਇਹ ਤੰਗ ਕੀਤਾ ਸੀ ਕਿ ਬਾਦਲ ਸਾਹਿਬ ਇੱਕ ਲਾਈਵ ਹੋ ਕੇ ਸਮਝਾਓ, ਸ਼ਾਇਦ ਤੁਹਾਡੀ ਸਮਝ ਲੈਣ। ਜੀ ਸੰਧਾਲੀਆ ਸਾਹਿਬ, ਅਕਾਲੀ ਦਲ ਤੇ ਗੱਲ ਕਰਨ ਤੋਂ ਪਹਿਲਾਂ 1 ਮਿੰਟ ਮੰਗ ਕੇ ਲੈਣਾ ਜੀ, ਜੇ ਦਿਓ ਤਾਂ। ਨਹੀਂ ਲਓ ਸਰ, ਤੁਹਾਨੂੰ ਆਦਤ ਨਹੀਂ ਜਾਂਦੀ, ਕੈਨੇਡਾ ਚਲ ਗਏ ਫੇਰ ਵੀ ਉਹ ਗੱਲ ਨਹੀਂ, ਠੂਠੇ ਵਾਲੀ ਆਦਤ ਨਹੀਂ ਜਾਂਦੀ। ਦੇਖੋ ਪਈ ਆ ਪੁਰਾਣੇ ਸਮੇਂ ਦੀ, ਕਰੀਏ ਕੀ ਮਹਾਰਾਜ। ਨਾਲੇ ਤੁਹਾਡੇ ਵਰਗਾ ਜੋਰਾਵਰ ਬੰਦਾ ਮੂਹਰੇ ਬੈਠਾ ਹੋਵੇ ਤਾਂ ਉਹੀ ਬੰਦਾ ਥਿੜਕਦਾ ਰਹਿੰਦਾ, ਯਾਰ ਕਿਤੇ ਕੋਈ ਗਲਤ ਨਾ ਬੋਲ ਹੋ ਜਵੇ, ਅਗਲਾ ਮੁੜ ਕੇ ਇੱਕ ਅੱਧੀ ਹੱਡੀ ਤੋੜ ਦੂ। ਮੈਂ ਤਾਂ ਸਾਰੀ ਉਮਰ ਬਾਂਹ ਐ ਪਾ ਕੇ ਤੁਰਿਆ ਫਿਰੂ। ਫੇ ਡਾਇਲੌਗ ਮਾਰਾ ਜਿਹੜਾ ਮੈਂ ਮਾਰਦਾ ਨਾ, ਤਾਬਿਆਦਾਰ ਤਾਬਿਆਦਾਰ। ਹਾਂ ਨਹੀਂ, ਗੱਲ ਤੁਹਾਡੀ ਠੀਕ ਆ ਮਹਾਰਾਜ, ਤਾਬਿਆਦਾਰੀਆਂ। ਤੇ ਚਲੋ ਮੈਂ ਹੁਣ ਗੱਲ ਇਹ ਕਰਨ ਲੱਗਾ ਸੀ ਕਿ ਅਸੀਂ ਹੁਣ ਕੱਲੀ ਸਿਆਸੀ ਪਾਰਟੀ ਦੀ ਗੱਲ ਕਰਨੀ ਆ, ਪਰ ਉਹਦੇ ਪਿੱਛੇ ਇੱਕ ਕਾਰਨ ਹੈ। ਗੱਲ ਸੰਧਾਲੀਆ ਸਾਹਿਬ ਨੇ ਇਸ ਕਰਕੇ ਸ਼ੁਰੂ ਕੀਤੀ ਹੈ ਕਿਉਂਕਿ ਕਿਸਾਨ ਧਰਨੇ ਮੋਰਚੇ ਚੱਲ ਰਹੇ ਆ 23, 24 ਤੇ 25 ਤੇ 26 ਵੀ ਨਾਲ। ਇਹ 4 ਦਿਨ ਪੰਜਾਬ ਦੇ ਲਈ ਬੜੇ ਇੰਪੋਰਟੈਂਟ ਆ। ਅਸੀਂ ਨਹੀਂ ਕਹਿੰਦੇ ਕੋਈ ਬੰਦਾ ਰਾਹ ਦੇ ਵਿੱਚ ਖੱਜਲ ਖਰਾਬ ਹੋਵੇ, ਕਿਉਂਕਿ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਰੇਲਾਂ ਵੀ ਰੋਕਣੀਆਂ, ਸੜਕਾਂ ਵੀ ਰੋਕ ਸਕਦੇ ਆ, ਹੋਰ ਵੀ ਕੋਈ ਐਜੀਟੇਸ਼ਨ ਹੋ ਸਕਦੀ ਹੈ। ਕਈ ਸਿਆਸੀ ਧਿਰਾਂ ਕਹਿੰਦੀਆਂ ਅਸੀਂ ਕਿਸਾਨਾਂ ਦੇ ਨਾਲ ਖੜੀਆਂ। ਉਦੋਂ ਹੋ ਸਕਦਾ ਕੋਈ ਬੰਦਾ ਖੱਜਲ ਖਰਾਬ ਹੋਵੇ, ਪਰ ਉਹ ਸਿਖਰਲੇ ਦਿਨ ਹੋਣੇ ਆ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ। ਇੱਕ ਪਾਸੇ ਉਹ ਕਿਸਾਨ ਨੇ ਜਿਹੜੇ ਸਵੇਰ ਨੂੰ ਆਉਂਦੇ ਆ, ਰਾਤ ਨੂੰ ਜਾਂਦੇ ਨਹੀਂ, ਉੱਥੇ ਹੀ ਬੈਠੇ ਆ, ਭਾਵੇਂ ਮੱਛਰ ਵੱਢਦਾ ਹੈ, ਭਾਵੇਂ ਕਿਸੇ ਦੇ ਸੱਪ ਸਪੋਲੀਆ ਲੜਦਾ ਹੈ, ਭਾਵੇਂ ਨਹਾਉਣ ਨੂੰ ਉੱਥੇ ਥਾਂ ਹੈਗੀ ਹੈ, ਭਾਵੇਂ ਨਹੀਂ ਹੈਗੀ, ਤੁਸੀਂ ਅੰਦਾਜ਼ਾ ਲਾਓ। ਹਾਲਾਂਕਿ ਗੱਲ ਕਿਸੇ ਨੂੰ ਬੁਰੀ ਲੱਗ ਸਕਦੀ ਹੈ, ਕਈ ਹੁਣ ਸਵੇਰ ਹੈ। ਮੈਂ ਸੰਧਾਲੀਆ ਸਾਹਿਬ ਸੋਚਦਾ ਜਿੱਥੇ 5000 ਬੰਦਾ ਕਿਸਾਨਾਂ ਦਾ ਆ ਕੇ ਬੈਠਾ ਹੈ, ਕੋਈ ਨਹਾਉਣ ਦੀ ਫੈਸਿਲਿਟੀ ਨਹੀਂ ਹੈ। ਇਦਾਂ ਨਹੀਂ ਹੈ ਕਿ ਭਾਈ ਉਹ ਬੰਦੇ ਗਏ ਆ ਤੇ ਉੱਥੇ ਰੂਮ ਉਹਨਾਂ ਨੂੰ ਇੱਕ ਵੱਖਰਾ ਮਿਲਦਾ, ਉੱਥੇ ਜਾਂਦੇ ਆ, ਅਟੈਚ ਵਾਸ਼ਰੂਮ ਹੈ, ਇਦਾਂ ਨਹੀਂ ਹੈ। ਪਤਾ ਨਹੀਂ ਪਖਾਨੇ ਦੀ ਸਹੂਲਤ ਕਿੱਥੇ ਆ, ਕਿੰਨੀ ਦੂਰ ਜਾਣਾ ਪੈਂਦਾ, ਪਤਾ ਨਹੀਂ ਉੱਥੇ ਖਾਣ ਪੀਣ ਦੀ ਸਹੂਲਤ ਜਿਹੜੀ ਉਹ ਕਿੱਦਾਂ ਦੀ ਹੈਗੀ ਹੈ, ਉੱਥੇ ਪੱਖੀ ਕਿਸੇ ਨੂੰ ਮਿਲਦੀ ਕਿ ਨਹੀਂ ਮਿਲਦੀ। ਅਸੀਂ ਘਰ ਦੇ ਵਿੱਚ ਵੀ ਹੋਈਏ, ਗਰਮੀ ਲੱਗੇ, 100 ਵਾਰੀ ਮੂੰਹ ਧੋਈਦਾ ਰੋਜ਼। ਅਸੀਂ ਕਹੀਦਾ ਕਿ ਬਾਰ-ਬਾਰ ਹੱਥ ਧੋਵੋ, ਸੈਨੀਟਾਈਜ਼ ਕਰੋ, ਮਾਸਕ ਲਾ ਕੇ ਰੱਖੋ, ਗਲਵਜ਼ ਪਾ ਕੇ ਰੱਖੋ। ਵਿਚਾਰੇ ਉੱਥੇ ਬੈਠੇ ਆ। ਅਸਲ ਸੰਘਰਸ਼ ਉਹਨਾਂ ਦਾ, ਉਹ ਅਸਲ ਸੰਘਰਸ਼ ਦੇ ਨਾਲ ਨਾਲ ਜੋ ਕੁਝ ਪੰਜਾਬ 'ਚ ਸਿਆਸੀ ਤੌਰ ਤੇ ਚੱਲਦਾ, ਅਸੀਂ ਇਸ ਕਰਕੇ ਉਧਰ ਆਏ ਹਾਂ ਕਿ ਦੋਨੋਂ ਚੀਜ਼ਾਂ ਅੱਡ ਨੇ, ਦੋਨੋਂ ਰਸਤੇ ਅੱਡ ਨੇ। ਕਿਸਾਨੀ ਧਿਰਾਂ ਨਹੀਂ ਵੜਨ ਦਿੰਦੀਆਂ ਸਿਆਸੀ ਲੀਡਰਾਂ ਨੂੰ ਉੱਥੇ। ਉਹ ਕਹਿੰਦੇ ਆਉਣਾ, ਉਹ ਪਿਛਲੀ ਦਰੀ ਤੇ ਜਾ ਕੇ ਬਹਿ ਜਾਓ, ਸਾਡੀ ਮੁਹਿੰਮ ਨੂੰ ਹਾਈਜੈਕ ਨਾ ਕਰ ਲਿਓ। ਇਹ ਬੇਵਿਸ਼ਵਾਸੀ ਹੈ। ਕਿਉਂ ਪੈਦਾ ਹੋਈ ਸਿਆਸੀ ਧਿਰਾਂ ਦੀ ਬੇਵਿਸ਼ਵਾਸੀ? ਜੇ ਅੱਜ ਕੋਈ ਲੀਡਰ ਜਾਂਦਾ ਤਾਂ ਕਿਸਾਨ ਵੜਨ ਕਿਉਂ ਨਹੀਂ ਦਿੰਦੇ? ਪਤਾ ਤਾਂ ਲੱਗੇ ਨਾ। ਇਹਦਾ ਮਤਲਬ ਹੈ ਕਿ ਲੀਡਰਾਂ ਨੇ ਕਿਤੇ ਨਾ ਕਿਤੇ ਕੁਤਾਹੀ ਕੀਤੀ, ਅਣਗਹਿਲੀ ਕੀਤੀ, ਕਮਜ਼ੋਰੀ ਕੋਈ ਵਿਖਾਈ। ਹੁਣ ਮੈਂ ਆਉਣਾ ਸਿਆਸੀ ਪਾਰਟੀਆਂ ਵੱਲ, ਤੇ ਤੁਸੀਂ ਪਹਿਲਾਂ ਅਕਾਲੀ ਦਲ ਦਾ ਜ਼ਿਕਰ ਕੀਤਾ। ਵੱਡੇ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਜੀ, ਉਹ ਕਹਿੰਦੇ ਜੀ ਜੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਪ੍ਰਧਾਨ ਦੇ ਤੌਰ ਦੇ ਉੱਤੇ ਫੈਸਲਾ ਲਿਆ ਨਾ ਮੰਤਰੀ ਮੰਡਲ ਚੋਂ ਬਾਹਰ ਆਉਣ ਦਾ, ਵਧੀਆ, ਇਹ ਫੈਸਲਾ ਚੰਗਾ ਕੀਤਾ। ਨਾਲ ਹੀ ਅਕਾਲੀ ਦਲ ਵਾਲੇ ਰਾਸ਼ਟਰਪਤੀ ਸਾਹਿਬ ਦੇ ਕੋਲੇ ਪੁੱਜੇ ਕਿ ਦੇਖੋ ਲੋਕ ਸਭਾ ਚੋਂ ਪਾਸ ਹੋ ਗਿਆ, ਰਾਜ ਸਭਾ ਚੋਂ ਪਾਸ ਹੋ ਗਿਆ, ਰਾਸ਼ਟਰਪਤੀ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ ਮੁੜ ਵਿਚਾਰ ਦੇ ਲਈ ਭੇਜਿਓ, ਦਸਤਖਤ ਨਾ ਕਰ ਦਿਓ, ਇਹ ਕਾਨੂੰਨ ਮਾੜਾ ਹੈ। ਚਲੋ ਅਕਾਲੀ ਦਲ ਨੇ ਆਪਣੇ ਵੱਲੋਂ ਇਹ ਗੱਲ ਕਹਿਤੀ। ਅਕਾਲੀ ਦਲ ਨੇ ਆਪਣੇ ਵੱਲੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਘਟਨਾਕ੍ਰਮ ਮਾੜਾ ਹੈ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਵੇਲੇ, ਉਹਨੇ ਇਹ ਗਲਤ ਕੀਤਾ, ਪੰਜਾਬ ਦੇ ਲਈ ਮਾੜਾ। ਇਹਦੇ ਵਿੱਚ ਹੋਣਾ ਚਾਹੀਦਾ ਸੀ ਕਿ ਪਹਿਲਾਂ ਸਲਾਹ ਮਸ਼ਵਰਾ ਕਰਦੇ। ਹੁਣ ਅਕਾਲੀ ਦਲ ਇੱਥੇ ਕ ਖੜਾ ਹੈ, ਪਰ ਅਜੇ ਗੱਠਜੋੜ ਕਾਇਮ ਹੈ। 25 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਹੈ, ਹੋ ਸਕਦਾ ਹੈ ਕਿ ਉਹਦੇ ਵਿੱਚ ਐਨ ਵਰਕਾ ਵੀ ਪਾਟ ਜਾਏ। ਸੰਧਾਲੀਆ ਸਾਹਿਬ, ਜਿੱਥੋਂ ਜਾ ਕੇ ਅਸਲੀ ਸਿਆਸੀ ਪੇਚ ਫਸਣਾ ਹੈ, ਜਿੱਥੋਂ ਜਾ ਕੇ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਨਵੇਂ ਸਿਰਿਓਂ ਸ਼ੁਰੂ ਹੋਣੀ ਹੈ, ਨਵਾਂ ਅਧਿਆਇ ਲਿਖਿਆ ਜਾਣਾ ਹੈ। ਜੇ ਉਸ ਦਿਨ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ, ਗੱਠਜੋੜ ਤੋੜ ਦਿੱਤਾ, ਤਾਂ ਪੰਜਾਬ 'ਚ ਨਵੀਂ ਸਾਫਬੰਦੀ ਹੋਣੀ ਹੈ। ਜੇ ਉਦੋਂ ਉਹਨਾਂ ਨੂੰ ਹਫ਼ਤੇ 10 ਦਿਨ ਦਾ ਸਮਾਂ ਦਿੱਤਾ ਕਿ ਤੁਹਾਨੂੰ 10 ਦਿਨ ਦਿੱਤੇ ਭਾਈ, ਜੇ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਤਾਂ ਅਸੀਂ ਤੁਹਾਡੇ ਨਾਲ ਨਹੀਂ, ਫਿਰ ਸਤਿ ਸ੍ਰੀ ਅਕਾਲ ਹੋ ਜੂ। ਹੋ ਸਕਦਾ 10 ਦਿਨ ਮਿਲ ਜਾਣ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰੱਦੋ ਬਦਲ ਵੱਡੀ ਹੋਏਗੀ। ਇਹ ਹੋਣੀ ਆ ਬਾਠ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਵੀ ਗੱਠਜੋੜ ਜਿਹੜਾ ਹੈ ਉਹ ਕਾਇਮ ਰਹੂਗਾ ਕਿ ਨਹੀਂ ਰਹੂਗਾ। ਜੋ ਇਸ ਵਕਤ ਦੀ ਤਸਵੀਰ ਹੈ ਨਾ, ਉਹਦੇ ਤੋਂ ਤਾਂ ਇਹੀ ਲੱਗਦਾ ਕਿ ਗੱਠਜੋੜ ਅਕਾਲੀ ਦਲ ਨੂੰ ਨਾਲ ਰੱਖ ਕੇ ਨੁਕਸਾਨ ਹੈ ਸਗੋਂ। ਕਿਉਂਕਿ ਇੱਕ ਪਾਸੇ ਤਾਂ ਜਿੱਦਾਂ
ਹਾਲਾਂਕਿ ਵਿਰੋਧੀ ਪਾਰਟੀਆਂ ਨਹੀਂ ਮੰਨਦੀਆਂ, ਉਹ ਕਹਿੰਦੇ ਵੀ ਏਡੀ ਕੋਈ ਗੱਲ ਨਹੀਂ ਹੈਗੀ, ਜੇ ਅਸਤੀਫਾ ਦੇਣਾ ਸੀ ਤਾਂ ਪਹਿਲਾਂ ਦਿੰਦੇ। ਪਰ ਜੇ ਆਪਾਂ ਅਕਾਲੀ ਦਲ ਦੇ ਲੌਜਿਕ ਦੇ ਨਾਲ ਵੀ ਚੱਲੀਏ ਕਿ ਵੀ ਇੱਕ ਕੇਂਦਰੀ ਮੰਤਰੀ ਦੀ ਕੁਰਸੀ ਬਹੁਤ ਵੱਡੀ ਕੁਰਸੀ ਹੁੰਦੀ ਹੈ ਐਂਡ ਉਹਨੂੰ ਛੱਡਣਾ ਆਪਣੇ ਵੱਲੋਂ ਇੱਕ ਬਹੁਤ ਵੱਡਾ ਸਟੈਪ ਹੈ ਜਿਹੜਾ ਕਿ ਅਕਾਲੀ ਦਲ ਨੇ ਲੈ ਲਿਆ। ਪਰ ਗੱਲ ਇਹ ਆ ਵੀ ਜਿਹੜਾ ਉਹਦਾ ਨੈਕਸਟ ਸਟੈਪ ਹੈ ਕਿ ਜੇ ਆਪਾਂ ਇੱਕ ਕੁਰਸੀ ਛੱਡੀ ਆ ਪਰ ਉਹਦੇ ਬਾਵਜੂਦ ਵੀ ਜਦੋਂ NDA ਲਿਖਿਆ ਜਾਂਦਾ ਤਾਂ NDA ਦੇ ਵਿੱਚ ਭਾਈਵਾਲ ਪਾਰਟੀਆਂ ਭਾਜਪਾ ਦੀਆਂ ਆਉਂਦੀਆਂ, ਉਹਦੇ ਵਿੱਚ ਅਕਾਲੀ ਦਲ ਦਾ ਨਾਮ ਹੀ ਆਉਂਦਾ। ਉਹ ਜਿਹੜਾ ਨਾਂ ਜਦ ਤੱਕ ਉਸ ਲਿਸਟ ਦੇ ਵਿੱਚ ਬੋਲਦਾ ਰਹਿੰਦਾ ਉਨੀ ਦੇਰ ਤੱਕ ਉਹ ਜਿਹੜਾ ਅਹੁਦਾ ਛੱਡਿਆ ਨਾ ਉਹਦਾ ਪ੍ਰਭਾਵ ਵੀ ਨਹੀਂ ਜਾਂਦਾ। ਇਸ ਕਰਕੇ ਹੋ ਸਕਦਾ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਇਹਦੇ ਜਿਹੜੇ ਸਿਆਣੇ ਸਿਰ ਜੁੜ ਕੇ ਬੈਠਣਗੇ ਉਹ ਇਹ ਫੈਸਲਾ ਲੈਣ ਕਿ ਆਪਾਂ ਜੀ ਗੱਠਜੋੜ ਵੀ ਛੱਡਿਆ। ਕੀ ਕਹਿੰਦੇ ਜੀ ਬਿਲਕੁਲ ਸੰਧਾਲੀਆ ਸਾਹਿਬ, ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਮਸਲਾ ਹੈ। ਦੇਖੋ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ, ਜਾਨੀ ਵਜ਼ਾਰਤ ਅਗਲਿਆਂ ਨੇ ਛੱਡ ਦਿੱਤੀ, ਵਿਰੋਧੀ ਪਾਰਟੀਆਂ ਜੋ ਮਰਜ਼ੀ ਦੋਸ਼ ਲਾਉਣ, ਪਰ ਇਹ ਲਿਖਿਆ ਗਿਆ ਕਿ ਅਗਲਿਆਂ ਨੇ ਇਸ ਮੁੱਦੇ ਤੇ ਵਜ਼ਾਰਤ ਛੱਡੀ। ਹੁਣ ਦੂਸਰੀ ਗੱਲ, ਇੱਕ ਵੀਡੀਓ ਚੱਲਦੀ ਆ, ਵਿਰੋਧੀ ਪਾਰਟੀਆਂ ਇਸ ਵੇਲੇ ਉਹ ਵੀਡੀਓ ਦਾ ਬਹੁਤ ਪ੍ਰਚਾਰ ਕਰਦੀਆਂ, ਜਿਹਦੇ ਵਿੱਚ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਬੋਲਦੇ ਆ, ਜੂਨ ਮਹੀਨੇ ਦੀ ਗੱਲ ਹੋਣੀ ਆ ਉਹ, ਕਿ ਭਾਈ ਆ ਦੇਖੋ ਸੁਨੀਲ ਜਾਖੜ ਸਾਹਿਬ ਗਲਤ ਕਹਿ ਰਹੇ ਆ ਕਿ ਆਰਡੀਨੈਂਸ ਮਾੜੇ ਆ, ਇਹਦੇ ਵਿੱਚ ਸਿਰਫ 4 ਚੀਜ਼ਾਂ ਨੇ, 4 ਚੀਜ਼ਾਂ। ਕੋਈ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀ, ਨਾਲ ਹੀ ਉਹ ਅਗਲੀ ਵੀਡੀਓ ਦਾ ਪੋਰਸ਼ਨ ਦਿਖਾਉਂਦੇ ਆ ਕਿ ਹੋਣ ਵਾਲੀ ਕਿ ਭਾਈ ਸਾਨੂੰ ਇਹਦੇ ਵਿੱਚੋਂ ਪੁੱਛਿਆ ਨਹੀਂ ਗਿਆ। ਹੁਣ ਉਹ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਕਿ ਅੱਜ ਤੁਸੀਂ ਕਹਿੰਦੇ ਹੋ ਸਾਨੂੰ ਪੁੱਛਿਆ ਨਹੀਂ ਗਿਆ, ਜੂਨ ਦੇ ਵਿੱਚ ਤੁਸੀਂ ਕਹਿੰਦੇ ਸੀ ਕਿ ਇਹਦੇ ਵਿੱਚ ਸਿਰਫ 4 ਚੀਜ਼ਾਂ ਨੇ, ਤੁਸੀਂ ਪੜ੍ਹ ਲਓ। ਉਹ ਕਹਿੰਦੇ ਜੇ ਤੁਹਾਨੂੰ ਉਦੋਂ ਪਤਾ ਸੀ ਜੂਨ ਦੇ ਵਿੱਚ ਕਿ ਇਹਦੇ ਵਿੱਚ 4 ਚੀਜ਼ਾਂ, ਇਹਦਾ ਮਤਲਬ ਤੁਸੀਂ ਉਦੋਂ ਦੇ ਜਾਣਦੇ ਹੋ। ਇੱਕ ਤਾਂ ਅਕਾਲੀ ਦਲ ਦੇ ਖਿਲਾਫ ਹੁਣ ਇਹ ਪ੍ਰਚਾਰ ਚੱਲ ਰਿਹਾ। ਦੂਸਰਾ ਜਿਹੜਾ ਇਸ ਵੇਲੇ ਮਸਲਾ ਖੜਾ ਹੋਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਇੱਕ ਇੰਟਰਵਿਊ ਹੋਰ ਜਿਹੜੀ ਹੈ ਉਹਦਾ ਇੱਕ ਪੋਰਸ਼ਨ ਕੱਟ ਕੇ ਜਿਹੜਾ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ, ਜਿਹਦੇ ਵਿੱਚ ਉਹ ਕਹਿੰਦੇ ਕਿ ਕਿਸਾਨ ਕਹਿੰਦੇ ਆ ਕਿ ਭਾਈ ਸਾਨੂੰ ਸੰਤੁਸ਼ਟੀ ਨਹੀਂ ਹੈ। ਹੁਣ ਕਿਸਾਨ ਕਹਿੰਦੇ ਆ ਕਿ ਅਕਾਲੀ ਦਲ ਕਹਿੰਦਾ, ਠੀਕ ਹੈ, ਅਕਾਲੀ ਦਲ ਵਾਲੇ ਇਹ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੀ ਆਵਾਜ਼ ਆ, ਕਿਸਾਨ ਜੋ ਕਹਿੰਦੇ ਅਸੀਂ ਨਾਲ ਆ, ਪਰ ਅਕਾਲੀ ਦਲ ਨੂੰ ਨਾ ਕਿਤੇ ਸਥਿਤੀ ਸਪਸ਼ਟ ਕਰਨੀ ਪਊਗੀ ਕਿ ਕੀ ਉਹ ਇਸ ਕਾਨੂੰਨ ਨੂੰ ਆਪਣੇ ਪੱਧਰ ਦੇ ਉੱਤੇ ਮਾੜਾ ਮੰਨਦੇ ਆ, ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਬਹੁਤ ਖਤਰਨਾਕ ਹੈ, ਨਹੀਂ ਤਾਂ ਵਜ਼ੀਰੀ ਛੱਡ ਕੇ ਵੀ ਵਿਰੋਧੀਆਂ ਦੇ ਸਵਾਲ ਖੜੇ ਰਹਿਣੇ ਆ। ਇਹੀ ਤਾਂ ਗੱਲ ਹੈ ਵਾਰ ਸਾਹਿਬ। ਇਹਨੂੰ ਦੇਖੋ ਕਾਰਨ ਆ ਵੀ ਪਹਿਲਾਂ ਜਦੋਂ ਬੰਦਾ ਕਹਿੰਦਾ ਸੀ ਵੀ ਭਾਈ ਸਾਹਿਬ ਆਪਾਂ ਨਾਲ ਹੀ ਰਹਿਣਾ, ਆਪਾਂ ਕੁਰਸੀ ਛੱਡਣੀ ਨਹੀਂ, ਉਦੋਂ ਦਾ ਜਿਹੜਾ ਪ੍ਰਭਾਵ ਬਣਿਆ ਨਾ ਉਹਨੇ ਹੁਣ ਇੱਕੇ ਦਾ ਮੋੜਾ ਨਹੀਂ ਕੱਟਣਾ। ਇਹ ਅਜੇ 5 7 10 ਦਿਨ ਲੱਗਣਗੇ, ਵਿੱਚੋਂ ਗੱਠਜੋੜ ਤੋੜਨ ਦੀਆਂ ਗੱਲਾਂ ਆਉਣਗੀਆਂ, ਫਿਰ ਇੱਧਰੋਂ ਉੱਧਰੋਂ ਹੋਰ ਬੰਦੇ ਬਿਆਨਬਾਜ਼ੀ ਕਰਨਗੇ। ਫਿਰ ਜਦੋਂ 15-20 ਦਿਨ ਮਹੀਨੇ ਤੱਕ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਅਕਾਲੀ ਦਲ ਨੇ ਕੁਰਸੀ ਨੂੰ ਵੀ ਲੱਤ ਮਾਰੀ ਆ ਤੇ ਅਕਾਲੀ ਦਲ ਨੇ ਗੱਠਜੋੜ ਨੂੰ ਵੀ ਪਾਸੇ ਕੀਤਾ, ਫਿਰ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ ਨੂੰ ਸੱਚਮੁੱਚ ਯਕੀਨ ਆ ਜਾਵੇ ਕਿ ਨਹੀਂ ਯਾਰ ਇਹ ਬੰਦੇ ਭਾਵੇਂ ਅੰਦਰੋਂ ਕਹਿ ਲਓ ਜਾਂ ਉੱਤੋਂ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਸਾਡੇ ਬਾਰੇ ਸੋਚਦੇ ਆ। ਇਹਨੂੰ ਅਜੇ ਟਾਈਮ ਲੱਗਣਾ। ਦੂਸਰੇ ਪਾਸੇ ਰਹਿ ਗਈ ਗੱਲ ਕਾਂਗਰਸ ਪਾਰਟੀ ਦੀ। ਹੁਣ ਕਾਂਗਰਸ ਪਾਰਟੀ ਵਾਲੇ ਪਾਸਿਓਂ ਭਾਵੇਂ ਆਪਾਂ ਗੱਲ ਕਰ ਲਈਏ ਜਾਖੜ ਸਾਹਿਬ ਦੀ, ਭਾਵੇਂ ਆਪਾਂ ਸੁਖਜਿੰਦਰ ਰੰਧਾਵਾ ਹੋਰਾਂ ਦੀ ਗੱਲ ਕਰ ਲਈਏ, ਭਾਵੇਂ ਕੈਪਟਨ ਸਾਹਿਬ ਦੀ ਆਪਣੀ ਗੱਲ ਕਰ ਲਈਏ, ਉਹ ਸਾਰੇ ਇਸ ਵਕਤ ਜੇ ਘੇਰ ਕੇ ਲਿਆ ਰਹੇ ਨੇ ਜਦੋਂ ਵੀ ਤੋੜਾ ਝਾੜਨਾ, ਉਹ ਤੋੜਾ ਝਾੜਨ ਵਾਲਾ ਕੰਮ ਅਕਾਲੀ ਦਲ ਦੇ ਸਿਰ ਤੇ ਕੀਤਾ ਜਾ ਰਿਹਾ। ਸੁਖਜਿੰਦਰ ਰੰਧਾਵਾ ਹੋਰਾਂ ਨੇ ਤਾਂ 5 ਸਵਾਲ ਵੀ ਹਰਸਿਮਰਤ ਬਾਦਲ ਹੋਰਾਂ ਨੂੰ ਪੁੱਛ ਲਏ ਕਿ ਜਿਸ ਦਿਨ ਇਹ ਪਹਿਲੀ ਵਾਰ ਆਰਡੀਨੈਂਸ ਉੱਥੇ ਕੈਬਨਿਟ 'ਚ ਡਿਸਕਸ ਹੋਇਆ ਸੀ, ਤੁਸੀਂ ਕੀ ਸਟੈਂਡ ਲਿਆ? ਜਦੋਂ ਉਦੋਂ ਕਿਹਾ ਗਿਆ ਵੀ ਹਾਂਜੀ ਆਰਡੀਨੈਂਸ ਪਾਸ ਕਰਨਾ, ਉਦੋਂ ਕੀ ਸਟੈਂਡ ਲਿਆ? ਜਦੋਂ ਇਸ ਕੈਬਨਿਟ ਦੇ ਵਿੱਚੋਂ ਬਾਅਦ ਦੇ ਵਿੱਚ ਆਰਡੀਨੈਂਸ ਬਣਨ ਤੋਂ ਬਾਅਦ ਇਹ ਗੱਲ ਚੱਲੀ ਕਿ ਵੀ ਇਹ ਹੁਣ ਬਿੱਲ ਬਣ ਕੇ ਤੇ ਜਿਹੜਾ ਮੌਨਸੂਨ ਸੈਸ਼ਨ ਆਉਣਾ ਉਹਦੇ ਵਿੱਚ ਪਾਸ ਕਰਨ ਦੀ ਗੱਲ ਚੱਲੂਗੀ, ਉਦੋਂ ਤੁਸੀਂ ਕੀ ਸਟੈਂਡ ਲਿਆ? ਫਿਰ ਜਿੱਦਣ ਬਿੱਲ ਪੇਸ਼ ਹੋਣਾ ਸੀ ਉਦੋਂ ਤੁਸੀਂ ਉੱਥੇ ਹਾਜ਼ਰ ਕਿਉਂ ਨਾ ਹੋਏ? ਜੇ ਤੁਸੀਂ ਹਾਜ਼ਰ ਹੋ ਵੀ ਗਏ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿੱਦਣ ਇਹ ਵੋਟ ਪਾਉਣੀ ਆ ਉਸ ਦਿਨ ਆਪਣੀ ਉੱਥੇ ਗੈਰ ਹਾਜ਼ਰੀ ਆ, ਅਸਤੀਫਾ ਤੁਸੀਂ ਪਹੁੰਚਦਾ ਕਰ ਦਿੰਦੇ ਹੋ, ਉਦੋਂ ਗੈਰ ਹਾਜ਼ਰੀ ਕਿਉਂ ਕੀਤੀ? ਤੇ ਫਿਰ ਇੱਕ ਉਹ ਜਿਹੜਾ ਇੰਟਰਵਿਊ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਤੁਸੀਂ ਕੀ ਇਹ ਮੰਨਦੇ ਹੋ ਕਿ ਵੀ ਇਹ ਕਿਸਾਨ ਹਿਤੈਸ਼ੀ ਆ ਜਾਂ ਕਿਸਾਨ ਵਿਰੋਧੀ ਆ? ਇਹਦੀ ਹਾਂ ਨਾ 'ਚ ਜਵਾਬ ਦਿਓ। ਹੁਣ ਜਦੋਂ ਇਹ ਤਾਂ ਰਾਜਨੀਤੀ ਕਰਨੀ ਹੈ, ਹੁਣ ਕਾਂਗਰਸ ਵੀ ਤਾਂ ਇਹਦੇ 'ਚ ਰਾਜਨੀਤੀ ਕਰ ਰਹੀ, ਪਹਿਲਾਂ ਅਕਾਲੀ ਦਲ ਕਰਦਾ ਰਿਹਾ, ਭਾਜਪਾ ਆਪਣੇ ਹਿਸਾਬ ਨਾਲ ਕਰੂਗਾ, ਤਾਂ ਇਹ ਆਪਾਂ ਤਾਂ ਵਿਚਾਰ ਰਹੇ ਹਾਂ ਵੀ ਇੱਕ ਪਾਸੇ ਕਿਸਾਨ ਜਿੱਦਾਂ ਤੁਸੀਂ ਉਹਨਾਂ ਦੀ ਸਿਚੁਏਸ਼ਨ ਸਥਿਤੀ ਦੱਸੀ ਵੀ ਉਹ ਕਿਸ ਹਾਲਾਤ 'ਚ ਨੇ, ਉਹ ਆਪਣਾ ਭੁੱਖ ਅਗਲੇ ਬੰਨੇ ਖੂਹ ਦੇਖ ਰਹੇ ਆ, ਤੇ ਦੂਜੇ ਪਾਸੇ ਜਿਹੜੀ ਰਾਜਨੀਤੀ ਘੁੱਟਣ ਵਾਲੇ ਆ ਉਹ ਕੋਈ ਪਰੌਂਠੇ ਤੇ ਘਿਓ ਲਾਈ ਜਾਂਦਾ, ਕੋਈ ਪਰੌਂਠੇ ਤੇ ਤੇਲ ਲਾਈ ਜਾਂਦਾ, ਉਹ ਕਹਿੰਦਾ ਵੀ ਆਪਾਂ ਰਾੜ ਅੱਗੇ ਰੱਖੀ ਜਾਣੇ, ਦੇਖੋ ਹੁਣ ਕਿਹੜਾ ਕਿਵੇਂ ਚੱਕਦਾ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਜਿਹੜੀ ਉਹ ਬਿਲਕੁਲ ਠੀਕ ਹੈ ਕਿ ਇਸ ਵੇਲੇ ਉਹ ਪਰੌਂਠਾ ਰਾੜਨ ਵਾਲਾ ਜਿਹੜਾ ਮਸਲਾ ਨਾ ਉਹਦੇ ਉੱਤੇ ਵਿਚਾਰਾਂ ਜ਼ਰੂਰ ਹੋਣੀਆਂ ਚਾਹੀਦੀਆਂ। ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ 10 ਸਵਾਲ ਦਿੱਤੇ, ਤੁਸੀਂ 5 ਦੱਸੇ ਆ ਰੰਧਾਵਾ ਸਾਹਿਬ ਦੇ, ਕੈਪਟਨ ਸਾਹਿਬ ਨੇ 10 ਦਿੱਤੇ ਕਿ ਆ 10 ਦਾ ਅਕਾਲੀ ਦਲ ਜਵਾਬ ਦੇਵੇ। ਮੂਹਰਿਓਂ ਅਕਾਲੀ ਦਲ ਕੀ ਕਹਿੰਦਾ? ਅਕਾਲੀ ਦਲ ਵੱਲੋਂ ਅੱਜ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਇੱਕ ਵੀਡੀਓ ਜਾਰੀ ਕੀਤਾ, ਉਹਦੇ ਵਿੱਚ ਉਹਨਾਂ ਨੇ ਆਹ ਦਿਖਾਇਆ, ਕਹਿੰਦੇ ਆਹ ਦੇਖੋ ਇਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੈ, ਇਸ ਮੀਟਿੰਗ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਗਏ, ਇਸ ਮੀਟਿੰਗ ਦੇ ਵਿੱਚ ਆ ਹੋਇਆ, ਆ ਨੋਟ ਨੇ ਸਾਰੇ। ਯਾਨੀ ਉਹ ਕਹਿੰਦੇ ਤੁਹਾਨੂੰ ਪਤਾ ਸੀ ਪਹਿਲਾਂ ਕਿ ਆ ਸਾਰਾ ਕੁਝ ਹੋ ਰਿਹਾ ਤੇ ਤੁਸੀਂ ਉਹਨਾਂ ਕਮੇਟੀਆਂ ਦੇ ਵਿੱਚ ਐਜ਼ ਏ ਮੈਂਬਰ ਜਾਂਦੇ ਰਹੇ ਹੋ ਤੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ।
ਹੁਣ ਅਕਾਲੀ ਦਲ ਦੇ ਉੱਤੇ ਕਾਂਗਰਸ ਸਵਾਲ ਕਰਦੀ ਹੈ ਕਿ ਭਾਈ ਤੁਹਾਨੂੰ ਸਾਰਾ ਕੁਝ ਜੂਨ ਦਾ ਪਤਾ ਸੀ, ਤੁਸੀਂ ਚੁੱਪ ਬੈਠੇ ਰਹੇ। ਕਾਂਗਰਸੀ ਜਿਹੜੇ ਨੇ ਉਹਨਾਂ ਦੇ ਉੱਤੇ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ ਨੇ ਸਵਾਲ ਕੀਤੇ ਕਿ ਭਾਈ ਆ ਦੇਖੋ ਸਾਰਾ ਕੁਝ ਕਲੀਅਰ ਹੈ। ਉਹਨਾਂ ਨੇ ਵੀ ਕਿਹਾ ਕਿ ਆ ਦੇਖੋ ਤੁਹਾਡਾ ਮੈਨੀਫੈਸਟੋ ਹੈ, ਤੁਸੀਂ ਆ ਚਾਰੇ ਹੀ ਚੀਜ਼ਾਂ ਜਿਹੜੀਆਂ ਅੱਜ ਆਰਡੀਨੈਂਸਾਂ ਸਾਹਮਣੇ ਆਈਆਂ, ਤੁਸੀਂ ਤਾਂ ਪਹਿਲਾਂ ਹੀ ਕਿਹਾ ਸੀ ਓਪਨ ਮਾਰਕੀਟ ਜੀ, ਕੰਟਰੈਕਟ ਫਾਰਮਿੰਗ ਜੀ, ਫਲਾਨਾ ਜੀ, ਧਮਕਾਨਾ ਜੀ। ਹੁਣ ਸੰਧਾਲੀਆ ਸਾਹਿਬ ਜਿਹੜੀਆਂ ਗੱਲਾਂ ਪੰਜਾਬ ਦੀਆਂ ਦੋਵਾਂ ਵੱਡੀਆਂ ਪਾਰਟੀਆਂ ਵੱਲ ਸਾਹਮਣੇ ਆ ਰਹੀਆਂ ਨਾ, ਇਹਦੇ ਕਰਕੇ ਲੋਕਾਂ 'ਚ ਬੇਯਕੀਨੀ ਹੈ, ਇਹਦੇ ਕਰਕੇ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਹੈ। ਉਹ ਕੈਪਟਨ ਸਾਹਿਬ ਦੇ ਉੱਤੇ ਹੁਣ ਜਿਹੜਾ ਯਕੀਨ ਕਰਨ ਜਾਂ ਬਾਦਲ ਸਾਹਿਬ ਦੀ ਪਾਰਟੀ ਦੇ ਉੱਤੇ ਯਕੀਨ ਕਰਨ। ਹੁਣ ਮੈਂ ਇੱਕ ਕਹਾਣੀ ਦੱਸ ਦਿੰਦਾ ਕਿ ਸਿਆਸੀ ਪਾਰਟੀਆਂ ਦੇ ਹਾਲਾਤ ਕੀ ਹੋ ਸਕਦੇ ਆ। ਇੱਕ ਵਾਰੀ ਇੱਕ ਬੰਦੇ ਨੇ ਐਨ ਡਰਾਈ ਕਲੀਨ ਕਰਕੇ, ਤੁਹਾਡੇ ਵਾਂਗੂ ਚੰਗਾ ਬੰਦਾ ਤਕੜਾ ਹੀ ਖਾਂਦੇ ਪੀਂਦੇ ਪਰਿਵਾਰ ਦੇ ਵਿੱਚੋਂ 4 ਪੈਸੇ ਜੇਬ ਦੇ ਵਿੱਚ ਉੱਪਰਲੇ ਪਾਸੇ ਸਭ ਤੋਂ ਵੱਡੇ ਨੋਟ ਜਿਹੜੇ ਉਹ ਰੱਖਣੇ। ਹੁਣ ਉਹਨੇ ਕੋਟ ਪੈਂਟ ਐਨ ਡਰਾਈ ਕਲੀਨ ਕਰਾਇਆ, ਡਰਾਈ ਕਲੀਨ ਕਰਾ ਕੇ ਵਿਆਹ ਦੇ ਵਿੱਚ ਜਿਹੜਾ ਉਹਨੇ ਪਾ ਲਿਆ। ਬਾਕੀ 3-4 ਜਿਹੜੇ ਉਹਦੇ ਮਿੱਤਰ ਸੀ ਉਹਨਾਂ ਨੇ ਸਲਾਹ ਬਣਾ ਲਈ, ਕਹਿੰਦੇ ਅੱਜ ਨਾ ਬੰਦੇ ਨਾਲ ਐਂ ਕਰਨੀ ਆ। ਉਹ ਪਹਿਲਾਂ ਇੱਕ ਦੇ ਕੋਲੇ ਗਿਆ, ਉਹ ਕਹਿੰਦਾ ਯਾਰ ਮਿੱਟੀ ਦੇ ਤੇਲ ਦਾ ਮੁਸ਼ਕ ਜਿਹਾ ਆਉਂਦਾ। ਉਹਨੂੰ ਥੋੜਾ ਪਤਾ ਸੀ ਵੀ ਮੇਰੇ ਕੋਲ ਆਉਂਦਾ, ਕਿਉਂਕਿ ਆਉਂਦਾ ਦੱਸੇਗਾ ਹੀ ਨਹੀਂ। ਫਿਰ ਉਹ ਪਕੌੜੇ ਪਕੂੜੇ ਖਾਂਦਾ, ਪਲੇਟ 'ਚ ਰੱਖ ਕੇ ਦੂਜੇ ਦੇ ਕੋਲੇ ਗਿਆ, ਕਹਿੰਦਾ ਮਿੱਟੀ ਦੇ ਤੇਲ ਦਾ ਮੁਸ਼ਕ ਜਿਹਾ ਆਉਂਦਾ ਬਈ। ਜਦੋਂ ਤੀਜੇ ਨੇ ਵੀ ਕਹਿਤਾ, ਉਹਨੂੰ ਲੱਗੇ ਕਿ ਯਾਰ ਪਤਾ ਨਹੀਂ ਉਹਨੇ ਡਰਾਈ ਕਲੀਨ ਵਾਲੇ ਨੇ ਗਲਤ ਕੀਤਾ। ਜਦੋਂ ਚੌਥਾ ਉਹਨੇ ਅਜੇ ਨੱਕ ਜਿਹਾ ਚੱਕਿਆ ਸੀ, ਕਹਿੰਦਾ ਜੀ ਮਾਫ ਕਰਨਾ, ਮਿੱਟੀ ਦੇ ਤੇਲ ਦਾ ਮੁਸ਼ਕ ਮੇਰੇ ਕੋਲੋਂ ਆਉਂਦਾ। ਜਾਣੀ ਕਿ ਅੱਜ ਸਾਡੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਹਾਲ ਨੇ, ਜੇ ਉਹ ਕਹਿਣ ਵੀ ਨਾ ਕਿ ਭਾਈ ਅਸੀਂ ਸੱਚੇ ਦਿਲੋਂ ਕੰਮ ਕਰਦੇ ਆਂ, ਜਿੰਨਾ ਲੋਕਾਂ ਦੇ ਮਨੋਂ ਇਹ ਲੈ ਗਈਆਂ, ਉਹਦੇ ਕਰਕੇ ਲੋਕਾਂ ਨੂੰ ਯਕੀਨ ਲੱਗਦਾ ਹੋਣਾ ਨਹੀਂ। ਇਹ ਗੱਲ ਠੀਕ ਹੈ ਵਾਟ ਸਾਹਿਬ। ਇਹ ਜਿਸ ਹਿਸਾਬ ਨਾਲ ਤੁਸੀਂ ਮਿੱਟੀ ਦੇ ਤੇਲ ਵਾਲੀ ਕਹਾਣੀ ਸੁਣਾਈ ਹੈ ਨਾ, ਇਹ ਤੋਂ ਤਾਂ ਕਲੀਅਰ ਹੀ ਹੈ ਕਿ ਵੀ ਇਸ ਵਕਤ ਲੜਾਈ, ਤੁਹਾਨੂੰ ਫਿਰ 2 ਸ਼ਬਦਾਂ ਦੇ ਵਿੱਚ ਜਿੰਨੇ ਵੀ ਆਪਾਂ ਇਸ ਵਕਤ ਪਰਿਵਾਰ ਦੇ ਮੈਂਬਰ ਸੁਣ ਰਹੇ ਆ ਉਹਨਾਂ ਨੂੰ ਦੱਸਦੇ ਹਾਂ ਕਿ ਲੜਾਈ ਇਹ ਨਹੀਂ ਹੈ ਇਸ ਵਕਤ ਸਿਆਸੀ ਪਾਰਟੀਆਂ ਦੀ ਕਿ ਵੀ ਜਿਹੜਾ ਇੱਕ ਕਿਸਾਨ ਵਿਰੋਧੀ ਬਿੱਲ ਆਏ ਨੇ ਇਹਨਾਂ ਨੂੰ ਰੋਕਣਾ ਕਿਵੇਂ ਜਾਂ ਪਹਿਲਾਂ ਕਿਵੇਂ ਰੋਕਿਆ ਜਾ ਸਕਦਾ ਸੀ। ਲੜਾਈ ਹੁਣ ਇਹ ਹੈ ਕਿ ਵੀ ਇਹਦੇ ਚੋਂ ਨੰਗਾ ਕੋਈ ਕੌਣ ਕਿਹਨੂੰ ਕਰਦਾ, ਮਤਲਬ ਲੋਕਾਂ ਦੇ ਸਾਹਮਣੇ ਕਿਹਦੇ ਸਿਰ ਦੇ ਉੱਪਰ ਆਪਾਂ ਇਹ ਦੋਸ਼ ਮੜ ਦਈਏ ਕਿ ਲੈ ਵੀ ਫਲਾਨੇ ਕਰਾਇਆ ਹੀ ਤੇ 2022 ਚ ਵੋਟਾਂ ਮੈਨੂੰ ਪਾਈ ਕਿਉਂਕਿ ਆਹ ਕੰਮ ਇਹਨੇ ਕਰਾਇਆ ਹੀ। ਹਾਲਾਂਕਿ ਜਿਹੜੇ ਕਾਗਜ਼ ਪੱਤਰ ਉਧਰੋਂ ਵੀ ਜ਼ੋਰ ਲਾ ਰਹੇ ਨੇ, ਉਧਰੋਂ ਵੀ ਜ਼ੋਰ ਲਾ ਰਹੇ ਨੇ। ਫਿਲਹਾਲ ਤਾਂ ਸਥਿਤੀ ਜਿਹੜੀ ਉਹ ਵਿੱਚ ਵਿਚਾਲੇ ਜਿਹੀ ਹੈ, ਪਰ ਆਉਣ ਵਾਲੇ ਸਮੇਂ 'ਚ ਕਿਹੜੀ ਪਾਰਟੀ ਕਿਸ ਹਿਸਾਬ ਨਾਲ ਲੋਕਾਂ ਨੂੰ ਯਕੀਨ ਦਿਵਾਉਣ 'ਚ ਕਾਮਯਾਬ ਹੁੰਦੀ ਆ, ਲੜਾਈ ਇਸ ਪਾਸੇ ਚੱਲ ਰਹੀ। ਕਿਉਂ ਬਾਟ ਸਾਹਿਬ ਇੱਦਾਂ ਹੀ ਆ? ਨਹੀਂ, ਬਿਲਕੁਲ ਇਦਾਂ ਹੀ ਆ ਜੀ। ਜਾਣੀ ਕੁੱਲ ਮਿਲਾ ਕੇ ਮਸਲਾ ਤਾਂ ਟੂਰਨਾਮੈਂਟ ਦੀ ਸਟੇਜ ਦੀ ਉੱਪਰਲੀ ਕੁਰਸੀ ਲੈਣ ਦਾ ਕਿ ਭਾਈ ਆ ਜੋ ਬੈਠਾ ਹੈ ਉਹਦੇ ਤੇ ਦੋਸ਼ ਲਾਓ ਕਿ ਭਾਈ ਤੂੰ ਗਲਤ ਕਰ ਰਿਹਾ, ਤੂੰ ਠੀਕ ਨਹੀਂ ਕਰ ਰਿਹਾ, ਨਿਆਣੇ ਦੀਆਂ ਕਬੱਡੀਆਂ ਵੱਧ ਕਰਾਓ, ਆ ਨਿਆਣਿਆਂ ਨੂੰ ਖੁਰਾਕ ਖਰੂਕ ਦਿਓ, ਘਿਓ ਦੇ ਡੱਬੇ ਦਿਓ। ਉਹ ਜਦੋਂ ਉਹਨੂੰ ਕੁਰਸੀ ਤੋਂ ਲਾਤਾ ਫਿਰ ਆਪ ਬਹਿ ਗਿਆ, ਫਿਰ ਘਿਓ ਦਾ ਡੱਬਾ ਵੀ ਚੇਤਾ ਭੁੱਲ ਜਾਣਾ, ਨਿਆਣਿਆਂ ਦੀਆਂ ਜਿਹੜੀਆਂ ਉਹ ਕਬੱਡੀਆਂ ਦਾ ਵੀ ਚੇਤਾ ਭੁੱਲ ਜਾਣਾ। ਕਬੱਡੀ ਨੂੰ ਬਚਾਉਣ ਦਾ ਮਸਲਾ ਨਹੀਂ ਹੈ, ਸਿਆਸੀ ਕਬੱਡੀ ਪਾਉਣ ਦਾ ਮਸਲਾ ਆ। ਇਹ ਗੱਲ ਤਾਂ ਪੱਥਰ ਤੇ ਲਕੀਰ ਵਰਗੀ ਆ। ਨਹੀਂ ਤਾਂ ਸਿਆਸੀ ਪਾਰਟੀਆਂ ਇਕੱਠੀਆਂ ਨਾ ਹੋ ਜਾਂਦੀਆਂ, ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਰਾਸ਼ਟਰਪਤੀ ਕੋ ਜਾਂਦੀਆਂ। ਖੱਖੜੀਆਂ ਕਰੇਲੇ ਕਾਹਤੋਂ ਆ? 13 ਤੁਹਾਡੇ MP ਆ ਲੈ ਦੇ ਕੇ, ਆ 2 ਉਂਗਲਾਂ ਤੇ ਆ 2 ਹੱਥ ਤੇ 3 ਉਂਗਲਾਂ ਹੋਰ, ਇਹ ਕਿੰਨੇ ਬਣ ਗਿਆ? 13 ਹੀ ਨੇ। 14ਵਾਂ ਬੰਦਾ ਹੀ ਹੈ ਨਹੀਂ ਤੇ 13 ਹੀ ਜੇ ਇਕੱਠੇ ਹੋ ਕੇ ਨਹੀਂ ਜਾ ਤਾਂ ਫਿਰ ਤਾਂ ਸਤਿ ਸ੍ਰੀ ਅਕਾਲ ਹੀ ਆ। ਬਾਟ ਸਾਹਿਬ ਤੁਸੀਂ ਇਦਾਂ ਉਦਾਹਰਨ ਦਿੰਦੇ ਹੋ, ਦੇਖੋ ਤੁਸੀਂ ਕਰਦੇ ਹੋ ਵੀ ਇਹ 2 ਹੱਥ ਤੇ ਨਾਲ 3 ਉਂਗਲਾਂ ਹੋਰ ਜੋੜੀਏ, ਇਹ ਹੋ ਜਾਂਦੀ ਉਹ ਜਿਹੜੀ ਪੁਰਾਣੀ ਕਹਾਣੀ ਸੀਗੀ ਉਹਦੇ ਹਿਸਾਬ ਨਾਲ ਦੀ ਗੱਲ ਵੀ ਹਾਂ ਵੀ ਉਹ 4 ਪੁੱਤ ਸੀ, ਉਹ 4 ਇਕੱਠੇ ਰਹਿਣ। ਇਦਾਂ ਨਹੀਂ, ਉਹ ਕਹਿੰਦੇ ਜੇ ਇਦਾਂ ਨੇ ਨਾ ਹੱਥ ਤੇ, ਇਹਦੇ ਤੋਂ ਪਹਿਲਾਂ ਤੁਸੀਂ ਇਦਾਂ ਕਰੋ। ਜੇ ਮੈਂ ਠੀਕ ਬਣਾ ਰਿਹਾ ਤੇ ਵੇਖੋ ਕਿੰਨੇ ਹੋਏ? 8। ਕਹਿੰਦਾ ਇਹ ਵੀ 10 ਦੇ ਵਿੱਚੋਂ ਹੀ ਬਣ ਜਾਂਦੇ ਹੈ ਨਾ। ਫਿਰ ਤੁਸੀਂ ਇਦਾਂ ਬਣਾਓ, ਕਹਿੰਦੇ ਇਦਾਂ, ਫਿਰ ਕਹਿੰਦੇ ਇਦਾਂ ਬਣਾਓ, ਫਿਰ 1 ਬਣਾਓ ਜੀ। ਹੁਣ ਇਹ ਮੈਂ ਉਹੀ 2 ਹੱਥ ਨੇ ਜਿਹਦੇ ਚੋਂ ਕਦੀ 8 ਵੀ ਬਣ ਜਾਂਦੇ ਨੇ, ਫਿਰ 2 ਵੀ ਬਣ ਜਾਂਦੇ ਨੇ, ਫਿਰ 2 ਬਣ ਜਾਂਦੇ ਨੇ, ਫਿਰ 1 ਬਣ ਜਾਂਦਾ। ਇਹ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੇ ਆਪ ਕਲੀਅਰ ਪਤਾ ਲੱਗ ਗਈ ਗੱਲ ਵੀ ਕਿਹੜੀ ਉਂਗਲ ਕਿਹਦੇ ਵੱਲ ਨੂੰ ਕਿਵੇਂ ਇਸ਼ਾਰਾ ਕਰਦੀ ਆ। ਤੇ ਸੋ ਰੌਲਾ ਇਹ ਗਿਣਤੀਆਂ ਮਿਣਤੀਆਂ ਦਾ ਇਸ ਵਕਤ ਚੱਲ ਰਿਹਾ ਕਿ ਵੀ ਕਿਹੜਾ ਬੰਦਾ ਕੀ ਪ੍ਰਭਾਵ ਪਾ ਸਕਦਾ ਤੇ ਉਹਦੇ ਤੋਂ ਕੱਲ ਨੂੰ ਕਿਵੇਂ ਵੋਟਾਂ ਦਾ ਲਾਹਾ ਮਿਲ ਸਕਦਾ। ਇੱਕ ਤਾਂ ਸਿੱਧੂ ਸਾਹਿਬ ਵੱਲ ਵਧਾਈ ਬਣ ਗਈ, ਮੈਂ ਨਾ ਦੇ ਦਈਏ ਯਾਰ ਇੱਕੋ ਹੀ ਮਿੰਟ ਜੀ, ਇੱਕੋ ਵਧਾਈ ਤੇ ਦੇ ਦਿਓ ਯਾਰ ਭਰਾਵਾ, ਬੰਦਾ ਬੋਲਿਆ ਯਾਰ ਕੀ ਕਰਦੇ ਜੇ ਉਹ ਗੱਲ। ਉਹ ਮਹਾਰਾਜ ਮੈਂ ਤਾਂ ਰੋਕਣ ਲੱਗਿਆ, ਮੈਂ ਕਿਹਾ ਮੈਂ ਫੇਰ ਪਿੰਡ ਵਾਲਾ ਬੰਦਾ, ਸਾਡੇ ਲਈ MP ਹੁੰਦਾ। ਤੁਸੀਂ ਕਿਉਂਕਿ ਤੁਹਾਡੀ ਬਹਿਣੀ ਉੱਠਣੀ ਆ, ਤੁਹਾਨੂੰ ਪਤਾ ਕਿ 8 ਕਿੱਧਰ ਵਾਲੇ ਪਾਸੇ, 3 ਕਿੱਧਰ ਵਾਲੇ ਪਾਸੇ, 2 ਕਿੱਧਰ ਤੇ 1 ਕਿਹੜੇ ਰੰਗ ਦੀ ਪੱਗ ਬੰਨੀ ਫਿਰਦਾ। ਸਾਨੂੰ ਦੂਰੋਂ ਤਾਂ ਸਾਡੇ ਲਈ ਤਾਂ ਲੀਡਰ ਹੀ ਆ, ਜਿਹਦੇ ਆਲੇ ਦੁਆਲੇ 2 ਬੰਦੂਕਾਂ ਵਾਲੇ ਤੁਰੇ ਫਿਰਦੇ। ਸਾਡੇ ਲਈ ਤਾਂ ਪਾ ਝੰਡੀ ਵਾਲੀ ਕਾਰ ਝੰਡੀ ਵਾਲੀ ਆ। ਇਹ WhatsApp ਵਹਿਮ ਹੈ, ਮੈਂ ਤੁਹਾਨੂੰ ਦੱਸਾਂ। ਇਹ ਜਿਸ ਹਿਸਾਬ ਨਾਲ ਹੌਲੀ ਹੌਲੀ ਚੇਂਜ ਆ ਰਹੀ ਹੈ ਨਾ, ਇਹ ਪੁਰਾਣੇ ਜਿਹੜੇ ਆਪਣੇ ਉਹ ਸਾਊ ਬਾਬੇ ਸੀ ਨਾ, ਜਿਹੜੇ ਚਾਚੇ ਤਾਏ ਅਜੇ ਵੀ ਆਪਾਂ ਨੂੰ ਕਈ ਵਾਰ ਬੈਠੇ ਮਿਲਦੇ ਆ ਕਿਸਾਨ ਦੇ ਧਰਨਿਆਂ 'ਚ, ਉਹਨਾਂ ਦੇ ਨਾਲ ਹੀ ਤੁਸੀਂ 2-2 4-4 ਹੁਣ ਨੌਜਵਾਨ ਵੀ ਜਦੋਂ ਬੈਠੇ ਦੇਖਦੇ ਹੋ, ਜਿਹੜਾ ਆਪਣਾ ਕੋਈ ਪੱਤਰਕਾਰ ਭਾਈ ਸਾਹਿਬ ਜੇ ਉੱਥੇ ਪਹੁੰਚੇ, ਜੇ ਉਹ ਬਾਬੇ ਦੇ ਮੂੰਹ ਅੱਗੇ ਮਾਈਕ ਕਰੇ ਤੇ ਉਹਦੀ ਆਵਾਜ਼ ਦੇ ਵਿੱਚ ਇੱਕ ਹੌਕਾ ਜਿਹਾ ਹੁੰਦਾ ਵੀ ਹਾਂ ਵੀ ਕੀ ਹੋ ਰਿਹਾ, ਵੀ ਪੁੱਤ ਸਾਨੂੰ ਸਮਝ ਨਹੀਂ ਆਉਂਦੀ।
ਜਦੋਂ ਮਾਈਕ ਘੁਮਾ ਕੇ ਮੁੰਡੇ ਦੇ ਮੂੰਹ ਅੱਗੇ ਕਰਦਾ ਤੇ ਉਹਦੀ ਆਵਾਜ਼ ਦੀ ਬੜਕ ਦਾ ਫਰਕ ਹੁੰਦਾ। ਇਹ ਆਪਾਂ ਮਤ ਸੋਚੀਏ ਵੀ ਜੇ ਇਸੇ ਹਿਸਾਬ ਨਾਲ ਚੱਲੀ ਜਾਣਾ ਤੇ ਉਹ ਇਹ ਨਹੀਂ ਹੁੰਦਾ ਵੀ ਸਪਰਿੰਗ ਨੂੰ ਦੱਬੀ ਜਾਓ ਦੱਬੀ ਜਾਓ ਦੱਬੀ ਜਾਓ, ਉਹ ਕਿਤੇ ਜਾ ਕੇ ਪੂਰਾ ਦੱਬਿਆ ਜਾਂਦਾ ਤੇ ਫਿਰ ਉਹ ਖੁੱਲਦਾ ਵੀ ਆ। ਕੀ ਆਂਦੇ ਜੀ ਬਿਲਕੁਲ ਠੀਕ ਹੈ, ਕੋਈ ਗੱਲ ਨਹੀਂ, ਉਹ ਤਾਂ ਐਨ ਆਨੰਦ 'ਚ ਆ ਜੀ ਇਸ ਵੇਲੇ। ਜਿੱਦਾਂ ਨੌਜਵਾਨ ਜਾ ਰਹੇ ਨੇ ਨਾ, ਕੋਈ ਸਾਈਕਲ ਤੇ, ਕੋਈ ਸਕੂਟਰ ਤੇ, ਕੋਈ ਟਰੈਕਟਰ ਦੇ ਉੱਤੇ, ਉਹ ਸੱਚੀ ਮੁੱਚੀ ਜੋਸ਼ ਦੇਖਣ ਵਾਲਾ। ਤੇ ਉਹ ਇੱਥੇ ਤਖਤੀਆਂ ਵੀ ਲਵਾਈ ਫਿਰਦੇ ਆ, ਫੀਤੇ ਵੀ ਲਵਾਈ ਫਿਰਦੇ ਜੇ ਤੇ ਵਲੰਟੀਅਰ ਲਿਖਿਆ। ਇਹ ਹੁਣ ਪੰਜਾਬ ਦਾ ਇੱਕ ਨੌਜਵਾਨ ਉਹ ਆ ਜਿਹੜਾ ਸਾਨੂੰ ਕਾਲ ਭੂਰੇ ਨੀਲੇ ਕਾਲੇ ਜਿਹਾ ਕਰਾਈ ਫਿਰਦੇ ਨਜ਼ਰ ਆਉਂਦਾ, ਤੇ ਦੂਜੇ ਪਾਸੇ ਉਹ ਆ ਜਿਹੜਾ ਇੱਥੇ ਹਿੱਕ ਦੇ ਉੱਤੇ ਵਲੰਟੀਅਰ ਲਿਖਾਈ ਫਿਰਦਾ, ਤੇ ਉਹ ਕਿਤੇ ਨਾ ਕਿਤੇ ਪੰਜਾਬ ਦੇ ਚੰਗੇ ਭਵਿੱਖ ਦਾ ਸੂਚਕ ਵੀ ਹੈ। ਇੱਕ ਇੱਥੇ ਬਾਠ ਸਾਹਿਬ ਨਵਜੋਤ ਸਿੱਧੂ ਹੋਰਾਂ ਦੀ ਗੱਲ ਕਰ ਲਈਏ ਯਾਰ, ਉਹ ਸੁਣਨ ਚ ਆਇਆ ਕਿਉਂਕਿ ਉਹਨਾਂ ਦੇ ਪਰਮ ਮਿੱਤਰ ਪ੍ਰਗਟ ਸਿੰਘ ਹੋਰਾਂ ਨੇ ਇਸ਼ਾਰਾ ਇਹ ਦਿੱਤਾ ਕਿ ਸ਼ਾਇਦ ਨਵਜੋਤ ਸਿੱਧੂ ਹੋਰੀ ਹੁਣ ਕਿਸਾਨਾਂ ਦੇ ਧਰਨਿਆਂ 'ਚ ਆ ਕੇ ਬੈਠਣਗੇ। ਇਹ ਕਿਸਾਨਾਂ ਦੇ ਧਰਨਿਆਂ 'ਚ ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਵੀ ਬਾਵਾਂਗੇ, ਕਾਂਗਰਸ ਪਾਰਟੀ ਕਹਿੰਦੀ ਅਸੀਂ ਵੀ, ਸੁਖਪਾਲ ਖਹਿਰਾ ਹੋਰੀ ਵੀ, ਈਵਨ ਛੋਟੇਪੁਰ ਸਾਹਿਬ ਦਾ ਬਿਆਨ ਵੀ ਆ ਗਿਆ ਵੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਆਪਾਂ ਵਿਰੋਧ ਕਰਾਂਗੇ ਨਾਲ। ਪਰ ਨਵਜੋਤ ਸਿੱਧੂ ਹੋਰੀ ਪਹਿਲਾਂ ਥੋੜ੍ਹੇ ਜਿਹੇ ਲੇਟ ਹੋ ਗਏ, ਪਰ ਹੁਣ ਅਚਾਨਕ ਤੋਂ ਜਿਵੇਂ ਸੁਨੇਹਾ ਆਇਆ, ਕੀ ਜਾਪਦੀ ਇਹ ਗੱਲ? ਨਹੀਂ ਦੇਖੋ, ਇਸ ਵੇਲੇ ਐਨ ਮੌਕਾ, ਜਿਹੜਾ ਲੀਡਰ ਇਸ ਵੇਲੇ ਪਛੜ ਗਿਆ ਉਹ 2022 ਚ ਪਛੜ ਗਿਆ, ਫਿਰ ਉਹ ਪੈਰਾਂ ਸਿਰ ਨਹੀਂ ਆ ਸਕਦਾ। ਵੈਸੇ ਤਾਂ 2 ਮਹੀਨੇ ਗਵਾ ਲਏ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਮੈਂ ਸਾਫ਼ ਕਹਿਣਾ ਕਿ ਗਵਾ ਲਏ, ਕਿਉਂਕਿ ਉਹਨਾਂ ਦੇ ਕੋਲੇ ਇਸ ਵੇਲੇ ਆਪਣੀ ਪਾਰਟੀ ਦੀ ਵਾਗਡੋਰ ਹੈ ਨਹੀਂ, ਨਵੀਂ ਪਾਰਟੀ ਹੈ ਨਹੀਂ, ਕਿਹੜੀ ਪਾਰਟੀ ਦੇ ਵਿੱਚ ਜਾਣਾ ਉਹਦਾ ਕੋਈ ਰਾਹ ਰਸਤਾ ਹੈ ਨਹੀਂ। ਸੋਸ਼ਲ ਮੀਡੀਆ ਦੇ ਉੱਤੇ 25-27 ਦਿਨੀ ਆਉਂਦੇ ਆ, ਪੰਜਾਬ ਦੇ ਮੁੱਦੇ ਡਿਸਕਸ ਕਰਦੇ ਆ, ਪਰ ਉਹ ਮੁੱਦਿਆਂ ਨੂੰ ਡਿਸਕਸ ਕਰਨਾ ਤੇ ਲੋਕਾਂ ਦੇ ਵਿੱਚ ਆ ਕੇ ਬੈਠਣਾ, ਦੋਨਾਂ ਦੇ ਵਿੱਚ ਫਰਕ ਬੜਾ। ਹੁਣ ਜਦੋਂ ਹਰੀਸ਼ ਰਾਵਤ ਹੋਰੀ ਆਏ ਸੀ ਨਾ ਕਾਂਗਰਸ ਪਾਰਟੀ ਦੇ ਪੰਜਾਬ ਸੂਬੇ ਦੇ ਇੰਚਾਰਜ ਬਣ ਕੇ, ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਦੇ ਤੋਂ ਅੰਦਾਜ਼ਾ ਲੱਗ ਗਿਆ ਸੀ ਕਿ ਕੁਝ ਨਾ ਕੁਝ ਹੇਠਲੀ ਉੱਤੇ ਹੋਣੀ ਹੈ। ਉਹਨਾਂ ਆਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ, ਇਹ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਹੈ, ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਨੇ। ਉਹਨਾਂ ਨੇ ਐਜ਼ ਏ ਚੀਫ ਮਿਨਿਸਟਰ, ਇੱਕ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਸੀ, ਤਾਂ ਉਦਾਹਰਨਾਂ ਦਿੰਨੇ ਆ। ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ, ਕਹਿੰਦੇ ਨਵਜੋਤ ਸਿੰਘ ਸਿੱਧੂ ਦੀ ਸਾਨੂੰ ਸਾਰੇ ਦੇਸ਼ 'ਚ ਲੋੜ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸ਼ਬਦਾਂ 'ਚ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਨੇ ਕਾਂਗਰਸ ਦੇ, ਪਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਨਾਲ ਨਾਲ ਦੇਸ਼ ਦੇ ਵਿੱਚ ਵੀ ਲੋੜ ਹੈ। ਤੇ 24 ਤਰੀਕ ਤੋਂ ਕਾਂਗਰਸ ਪਾਰਟੀ ਸਾਰੇ ਦੇਸ਼ ਦੇ ਵਿੱਚ ਇਸ ਮੁੱਦੇ ਤੇ ਅੰਦੋਲਨ ਕਰਨ ਜਾ ਰਹੀ ਹੈ। ਤੇ ਕਾਂਗਰਸ ਪਾਰਟੀ ਦੇ ਕੋਲੇ ਬੁਲਾਰਾ ਕਿਹੜਾ ਹੈ? ਜੋਤਿਰਾਦਿੱਤਿਆ ਸਿੰਧੀਆ ਤਾਂ ਚਲਾ ਗਿਆ, ਸਚਿਨ ਪਾਇਲਟ ਅਜੇ ਬਿਨਾਂ ਅਹੁਦੇ ਤੋਂ ਬੈਠਾ, ਕੁਰਸੀ ਉਹਦੀ ਉਹ ਪਰਲੇ ਪਾਸੇ ਨੁੱਕਰ ਤੇ ਲਾਤੀ ਸੀ। ਰਾਹੁਲ ਗਾਂਧੀ ਨੂੰ ਕਿੰਨੇ ਕੁ ਬੰਦੇ ਸੁਣਨਾ ਚਾਹੁੰਦੇ ਆ, ਸਮਝ ਨਹੀਂ ਆਉਂਦੀ। ਬੀਬੀ ਸੋਨੀਆ ਗਾਂਧੀ ਦੀ ਸਿਹਤ ਖਰਾਬ ਰਹਿੰਦੀ ਹੈ। ਹੁਣ ਕਿੰਨੀ ਕੁ ਦੇਰ ਹਰਿਆਣੇ ਵਾਲੇ ਰਣਦੀਪ ਸੂਰਜੇਵਾਲੇ ਦੀਆਂ ਗੱਲਾਂ ਹੀ ਇਕੱਲਿਆਂ ਨੇ ਸੁਣੀ ਜਾਣੀਆਂ? ਕੋਈ ਨਾ ਕੋਈ ਬੰਦਾ ਤਾਂ ਕਾਂਗਰਸ ਪਾਰਟੀ ਨੂੰ ਚਾਹੀਦਾ। ਹੁਣ ਉੱਤਰਾਖੰਡ ਦਾ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੈਬਨਿਟ ਮੰਤਰੀ ਹਰੀਸ਼ ਰਾਵਤ ਜਦੋਂ ਕਾਂਗਰਸ ਪਾਰਟੀ ਦਾ ਇੰਚਾਰਜ ਆਸ਼ਾ ਕੁਮਾਰੀ ਨੂੰ ਲਾ ਕੇ ਲਾਇਆ, ਤਾਂ ਉਹ ਸਿੱਧੇ ਤੌਰ ਦੇ ਉੱਤੇ ਸਿੱਧੂ ਨੂੰ ਇੱਕ ਸੁਨੇਹਾ ਸੀ। ਬੀਬੀ ਆਸ਼ਾ ਕੁਮਾਰੀ ਤਾਂ ਕਦੇ ਬੋਲੀ ਹੀ ਨਹੀਂ, ਬੀਬੀ ਆਸ਼ਾ ਕੁਮਾਰੀ ਤਾਂ ਕਦੇ ਨਵਜੋਤ ਸਿੰਘ ਸਿੱਧੂ ਕੋ ਗਿਆ ਹੀ ਨਹੀਂ। ਉਹਨਾਂ ਨੇ ਤਾਂ ਕਦੇ ਗੱਲ ਹੀ ਨਹੀਂ ਕੀਤੀ ਕਿ ਭਾਈ ਇਹ ਬੰਦੇ ਦਾ ਵੀ ਮੁੱਲ ਹੈ, ਇਹ ਬੰਦੇ ਨੂੰ ਵੀ ਮਨਾਉਣਾ ਚਾਹੀਦਾ। ਪਰ ਹੁਣ ਪ੍ਰਗਟ ਸਿੰਘ ਦਾ ਸੰਕੇਤ, ਨਵਜੋਤ ਸਿੰਘ ਸਿੱਧੂ ਦੀਆਂ ਤਿਆਰੀਆਂ, ਹਰੀਸ਼ ਰਾਵਤ ਦਾ ਸਿੱਧਾ ਬਿਆਨ, ਇਹਨਾਂ ਸਾਰੀਆਂ ਗੱਲਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਲੇਟ ਹੋ ਗਿਆ ਨਵਜੋਤ ਸਿੰਘ ਸਿੱਧੂ। ਉਹ ਲੇਟ ਕੱਢਣੀ ਬੜੀ ਔਖੀ ਹੈ, ਪਰ ਜੇ ਪੰਜਾਬ ਦੀ ਲੀਡਰਸ਼ਿਪ ਅਜੇ ਵੀ ਕਿਸਾਨ ਧਰਨਿਆਂ ਦੇ ਵਿੱਚ ਆਏ ਤਾਂ ਕਿਤੇ ਨਾ ਕਿਤੇ ਬਲ ਸ਼ਕਤੀ ਉਹਨਾਂ ਨੂੰ ਮਿਲ ਸਕਦੀ ਹੈ। ਇਹ ਤਾਂ ਹੈ। ਵੈਸੇ ਤੁਸੀਂ ਉਹ ਸੂਰਜੇਵਾਲਾ ਸਾਹਿਬ ਦੀ ਗੱਲ ਕੀਤੀ, ਗਵਾਂਢਲਾ ਸੂਬਾ ਹਰਿਆਣਾ। ਹੁਣ ਜੇ ਪੰਜਾਬ ਦੇ ਵਿੱਚ ਇਸ ਵਕਤ ਭਾਜਪਾ ਦੀ ਭਾਈਵਾਲ ਅਕਾਲੀ ਦਲ ਪਾਸੇ ਹੋ ਸਕਦੀ ਹੈ, ਤੇ ਉੱਥੇ ਵੀ ਦੇ ਖੱਟਰ ਸਾਹਿਬ ਦੇ ਨਾਲ ਦੁਸ਼ਯੰਤ ਚੌਟਾਲਾ ਹੋਰਾਂ ਨੇ ਕੁਰਸੀ ਮੱਲੀ ਆ ਉਪ ਮੁੱਖ ਮੰਤਰੀ ਦੀ, ਉਹਦੇ ਵੱਲ ਵੀ ਇਸ਼ਾਰੇ ਕੀਤੇ ਜਾ ਰਹੇ ਆ। ਤੁਹਾਨੂੰ ਲੱਗਦਾ ਕਿ ਵੀ ਉਹ ਬੰਦਾ ਪਾਸੇ ਹੋ ਜੂ? ਨਵੀਂ ਪਾਰਟੀ ਦੱਸ ਹੈ, ਉਹੀ ਕਮਾਲ ਵਾਲੀ ਗੱਲ ਕੀਤੀ। ਨਹੀਂ, ਮੈਂ ਤਾਂ ਕਿਹਾ ਵੀ ਆਪਾਂ ਨੂੰ ਹਰਿਆਣੇ 'ਚ ਵੀ ਸੁਣਦੇ ਆ ਵੀਰ, ਯਾਰ ਗੁੱਸਾ ਨਾ ਕਰਿਆ ਕਰੋ। ਦੇਖੋ ਮੈਂ ਕਹਿਣਾ ਵੀ ਹਰਿਆਣੇ ਦੀ ਰਾਜਨੀਤੀ ਦੀ ਗੱਲ ਕਰ ਲਈਏ, ਵੀ ਕੁਰਸੀ ਜਮਾ 2 ਨੰਬਰ ਵਾਲੀ ਤੇ ਇੱਕ ਬੰਦਾ ਬੈਠਾ ਜਿਨ੍ਹਾਂ ਦੀ ਰਾਜਨੀਤੀ ਕਿਸਾਨੀ ਦੇ ਉੱਪਰ ਹੈ, ਤੇ ਉਹਨਾਂ ਦੇ ਜੇ ਆਪਾਂ ਕਜ਼ਨ ਬ੍ਰਦਰਸ ਜਾਂ ਚਾਚੇ ਤਾਇਆਂ ਦੀ ਗੱਲ ਕਰੀਏ, ਤੇ ਉਹ ਇਸ ਵਕਤ ਕਿਸਾਨਾਂ ਦੇ ਨਾਲ ਖੜੇ ਆ, ਤੇ ਉਹ ਇਸ ਵਕਤ ਉਸ ਕੁਰਸੀ ਤੇ ਨੇ। ਜਿਹੜੀ ਮੈਂ ਸੁਪਨਾ ਲੈ ਕੇ ਇਹ ਬੈਠਾ ਕਿ ਸੰਧਾਲੀਆ ਨੂੰ ਰਾਸ਼ਟਰੀ ਲੀਡਰ ਬਣਾਉਣਾ ਹੈ, ਪੰਜਾਬ ਦੀ ਰਾਜਨੀਤੀ ਚੋਂ ਅੱਗੇ ਲਿਜਾ ਕੇ ਦੇਸ਼ ਦਾ ਸੁਧਾਰ ਕਰਾਉਣ ਲਈ ਅੱਗੇ ਲੈ ਕੇ ਜਾਣਾ ਹੈ। ਤੁਸੀਂ ਹਰਿਆਣੇ ਵਾਲੀਆਂ ਗੱਲਾਂ ਪੁੱਛ ਕੇ ਤੁਸੀਂ ਇਹ ਨਾ ਕਰਿਆ ਕਰੋ, ਤੁਸੀਂ ਵੱਡਾ ਸੋਚਣਾ ਹੈ। ਤੁਸੀਂ ਅੱਜ ਤੋਂ ਬਾਅਦ ਬਿਆਨ ਵੀ ਦੇਣਾ, ਦੇਸ਼ ਵਿਆਪੀ ਬਿਆਨ ਦੇਣਾ ਹੈ, ਉਸ ਹਿਸਾਬ ਕਿਤਾਬ ਨੂੰ ਸਾਹਮਣੇ ਰੱਖ ਕੇ ਦੇਣਾ। ਦੇਖੋ ਗੱਲ ਇਹ ਹੈ, ਨਵਾਂ ਸਕੂਟਰ ਜਿਹੜਾ ਨਾ ਘਰ ਦੇ ਵਿੱਚ ਨਵਾਂ ਸਕੂਟਰ ਆਵੇ, ਜਾਂ ਨਵਾਂ ਸਕੂਟਰ ਨੇ ਆਣਾ ਚਲਾਉਣਾ ਸਿੱਖਿਆ ਹੋਵੇ, ਉਹ ਪਤਾ ਕੀ ਕਰਦਾ? ਝੂਟਾ ਲਿਆ ਕੇ ਆਣ ਕੇ ਉਹਨੇ ਖੜਾ ਕਰ ਦੇਣਾ, ਉੱਪਰ ਹੀ ਬਹਿ ਜਾਣਾ, ਫਿਰ ਉਤਰਨਾ ਨਹੀਂ। ਜੇ ਕੇਲਾ ਕਰ ਦੇਣਾ ਤਾਂ ਹੁਣ ਕਾਕਾ ਕੇਲਾ ਖਾ ਲਾ, ਹੁਣ ਰੋਟੀ ਖਾ ਲਾ, ਉਹਨੇ ਥਾਲ ਲੈ ਕੇ ਉਹਨੇ ਮੋਰਲੀ ਸੀਟ ਦੇ ਉੱਤੇ ਬਹਿਣਾ, ਵਿੱਚ ਬ੍ਰੇਕ ਪੈਰ ਨਾ ਮਾਰ ਕੇ ਦੇਖੀ ਜਾਣੀ ਹੈ, ਖੜੇ ਦਾ ਗੇਅਰ ਵੀ ਕਦੇ ਪਾਈ ਜਾਣਾ ਹੈ, ਫਿਰ ਮਾੜੀ ਜੀ ਚਾਬੀ ਲਾ ਕੇ ਟੀ ਅੱਗੇ ਹੁੰਦਾ ਤੁਰ ਐਂ ਜਿਹਾ ਟੀ ਵੱਜਦੀ ਹੁੰਦੀ ਸੀ ਉਹਦੀ, ਉਹ ਵਜਾ ਕੇ ਦੇਖੀ ਜਾਣੀ ਹੈ।
ਮਾਮਾ ਸਕੂਟਰ ਲੈ ਕੇ ਬਾਅਦ ਚ ਆਵੇ, ਮਾਸੜ ਸਕੂਟਰ ਲੈ ਕੇ ਬਾਅਦ ਚ ਆਵੇ, ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿਸੇ ਤਰੀਕੇ ਚਾਬੀ ਮੰਗ ਕੇ ਇੱਕ ਗੇੜਾ ਲਾਇਆ ਵਾ। ਹੁਣ ਦੇਖੋ ਦੁਸ਼ਯੰਤ ਚੌਟਾਲਾ ਨੂੰ ਪਹਿਲੀ ਵਾਰੀ ਕੁਰਸੀ ਮਿਲੀ ਹੈ ਤੇ ਕੁਰਸੀ ਵੱਡੀ ਮਿਲੀ ਹੈ, ਪਰਿਵਾਰ ਤੋਂ ਅੱਡ ਹੋ ਕੇ ਮਿਲੀ ਹੈ। ਜਿੱਦਾਂ ਦੇ ਉੱਥੇ ਸੰਕੇਤ ਨੇ ਦੁਬਾਰਾ ਖਰੇ ਕਦੇ ਇਦਾਂ ਦੀ ਕੁਰਸੀ ਮਿਲਣੀ ਕਿ ਨਹੀਂ ਮਿਲਣੀ। ਉਹਦੀ ਆਪਦੀ ਪਾਰਟੀ ਦੇ ਬੜੇ ਥੋੜੇ ਜਿਹੇ ਵਿਧਾਇਕ ਆ, 2 ਵਿਧਾਇਕ ਕਿਸਾਨਾਂ ਦੇ ਧਰਨਿਆਂ 'ਚ ਬੈਠੇ, ਉਹ ਕਹਿੰਦੇ ਪਾਰਟੀ ਛੱਡਣੀ ਪਈ, ਛੱਡ ਦਿਆਂਗੇ, ਕਿਸਾਨ ਨਹੀਂ ਛੱਡਦੇ। ਉਹ ਅਗਲਾ ਬੰਦਾ ਪਤਾ ਕੀ ਕਹੀ ਜਾਂਦਾ, ਇਹ ਤਾਂ ਕਾਂਗਰਸ ਦੀਆਂ ਚਾਲਾਂ ਆ, ਜੇ MSP ਖਤਮ ਹੋਈ, ਜੇ ਸਰਕਾਰੀ ਖਰੀਦ ਖਤਮ ਹੋਈ, ਮੈਂ ਕੁਰਸੀ ਛੱਡ ਦੂੰ। ਛੱਡ ਦਿਓਗੇ ਉਦੋਂ ਨੂੰ, ਕਈ ਵੱਡੇ ਵੱਡੇ ਛੱਡ ਚੁੱਕਿਆ ਦੁਸ਼ਯੰਤ ਚੌਟਾਲਾ ਜੀ। ਲੱਗਦਾ ਹੈ ਕਿ ਸਿਆਸੀ ਸਫ਼ਰ ਤੁਸੀਂ ਛੋਟਾ ਕਰਾ ਲੈਣਾ। ਚਲੋ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਹਰਿਆਣੇ ਦੀ ਰਾਜਨੀਤੀ ਕੀ ਕਹਿੰਦੀ ਆ, ਪਰ ਆਪਾਂ ਦੁਬਾਰਾ ਪੰਜਾਬ ਦੀ ਰਾਜਨੀਤੀ ਵਾਲੇ ਪਾਸੇ ਮੋੜਾ ਕੱਟੀਏ। ਇਹ ਰਾਜਨੀਤੀ ਤੋਂ ਪਹਿਲਾਂ ਨਾ ਜੀ ਇਹ ਕੁਝ ਮੈਸੇਜ ਸੀ ਕਿ ਮੈਨੂੰ ਲੱਗਦਾ ਕਿ ਆਪਾਂ ਉਹ ਵਿਸ਼ਾ ਜ਼ਰੂਰ ਵਿਚਾਰ ਲਈਏ। ਉਹ ਮੈਸੇਜ ਦੇ ਵਿੱਚ ਇਹ ਵੀ ਸੀਗਾ ਕਿ ਜਿਹੜਾ ਆਪਾਂ ਇਹ ਕਹਿੰਦੇ ਆ ਕਿ ਜੀ MSP ਵਧਾਈ ਜਾਵੇ ਜਾਂ ਖੇਤੀ ਜਿਣਸਾਂ ਜਿਹੜੀਆਂ ਨੇ ਉਹਨਾਂ ਦੇ ਰੇਟ ਵਧਾਏ ਜਾਣ, ਤਾਂ ਜਦੋਂ ਰੇਟ ਵਧਣਗੇ ਤੇ ਫਿਰ ਮਹਿੰਗਾਈ ਵਧੇਗੀ। ਜਿਹੜਾ ਫਿਰ ਆਮ ਬੰਦਾ ਜੀ ਉਹਦੀ ਜਿਹੜੀ ਥਾਲੀ ਦੇ ਵਿੱਚ ਰੋਟੀ ਜਾਂ ਭੋਜਨ ਪਹੁੰਚਦਾ ਹੈ ਉਹ ਮਹਿੰਗਾ ਹੋ ਜਾਏਗਾ। ਇਸ ਕਰਕੇ ਇਹ ਸਾਰੇ ਕੁਛ ਨੂੰ ਖਿਆਲ 'ਚ ਰੱਖਣ ਦੇ ਲਈ ਇਹ ਸਰਕਾਰਾਂ ਕਰਦੀਆਂ ਨੇ। ਚੰਦ ਦਿਨ ਪਹਿਲਾਂ ਵੀ ਇੱਕ ਸੱਜਣ, ਹੋ ਸਕਦਾ ਕਿ ਵੀ ਉਹਨਾਂ ਦੀ ਵਿਚਾਰਧਾਰਾ BJP ਨਾਲ ਹੋਵੇ, ਉਹਨਾਂ ਨੇ ਵੀ ਇਸ ਤਰ੍ਹਾਂ ਦਾ ਇੱਕ ਮੈਸੇਜ ਭੇਜਿਆ ਸੀ ਕਿ ਵੀ ਜਦੋਂ ਆਪਾਂ ਇਹ ਗੱਲ ਕਰਦੇ ਵੀ ਕਿਸਾਨ ਜਿਹੜਾ ਜੀ ਉਹਦੇ ਬਾਰੇ ਸੋਚਿਆ ਜਾਵੇ, ਉਹਦੀ ਉਪਜ ਦਾ ਖਿਆਲ ਰੱਖਿਆ ਜਾਵੇ, ਉਹਦੀ MSP ਤੇ ਖਰੀਦ ਕੀਤੀ ਜਾਵੇ, ਫਿਰ MSP ਦਾ ਰੇਟ ਵਧਾਇਆ ਜਾਵੇ। ਜਦੋਂ ਥੋੜ੍ਹਾ ਵਧਾਇਆ ਜਾਂਦਾ ਫਿਰ ਸੰਘਰਸ਼ ਕੀਤਾ ਜਾਂਦਾ, ਨਹੀਂ ਹੋਰ ਵਧਾਇਆ ਜਾਵੇ, ਤਾਂ ਫਿਰ ਜਿਹੜਾ ਬੰਦੇ ਨੇ ਉਹ ਚੀਜ਼ ਖਾਣੀ ਆ, ਜਿਹੜਾ ਬੰਦਾ ਅਖੀਰ ਉਹਦਾ ਗਾਹਕ ਹੈ, ਐਂਡ ਯੂਜ਼ਰ ਹੈ, ਉਸ ਬੰਦੇ ਨੂੰ ਉਹ ਚੀਜ਼ ਮਹਿੰਗੀ ਮਿਲੂਗੀ। ਅਤੇ ਤੁਹਾਨੂੰ ਲੱਗਦਾ ਨਹੀਂ ਕਿ ਵੀ ਇਸ ਤਰ੍ਹਾਂ ਤੇ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਤੱਕ ਬਹੁਤ ਚੀਜ਼ਾਂ ਮਹਿੰਗੀਆਂ ਮਿਲਣਗੀਆਂ। ਫਿਰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਇਹ ਕਰ ਰਹੀ ਆ ਕਿ ਵੀ ਹਰ ਚੀਜ਼ ਜਿਹੜੀ ਉਹਦਾ ਜਿਹੜਾ ਰੇਟ ਹੈ ਉਹ ਕੰਟਰੋਲ 'ਚ ਰਹੇ। ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਸੀ ਵੀ ਭਾਈ ਸਾਹਿਬ ਨੇ ਮੈਸੇਜ ਤਾਂ ਜ਼ਰੂਰ ਕਰ ਦਿੱਤਾ, ਹੋ ਸਕਦਾ ਵੀ ਕਦੀ ਉਹ ਸਬਜ਼ੀ ਵਾਲੀ ਮੰਡੀ ਤੱਕ ਵੀ ਨਾ ਗਏ ਹੋਣ, ਕਿਉਂਕਿ ਜੇ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗੇ ਨਾ ਵੀ ਭਾਈ ਸਾਹਿਬ ਜਿਹੜੀ ਗੋਭੀ ਅਸੀਂ 20 ਰੁਪਏ ਕਿਲੋ ਲੈ ਲੈਂਦੇ ਹਾਂ, ਉਹ ਕਈ ਵਾਰ ਉੱਥੇ 50 ਰੁਪਈਆਂ ਦੀ ਪੰਡ ਵਿਕਦੀ ਹੁੰਦੀ ਹੈ, ਤੇ ਉਹ ਜਿਹੜਾ ਬੰਦਾ ਪੰਡ ਪਿੰਡੋਂ ਸਾਈਕਲ ਤੇ ਬੰਨ੍ਹ ਕੇ ਲਿਆ ਕੇ ਉੱਥੇ ਵੇਚਣ ਆਇਆ ਹੁੰਦਾ, ਉਹਦੀ ਜੇਬ 'ਚ 50 ਰੁਪਏ ਪਏ ਹੁੰਦੇ ਆ, ਤੇ ਉਸ ਪੰਡ 'ਚ ਹੋ ਸਕਦਾ 100 ਫੁੱਲ ਹੋਵੇ, 150 ਫੁੱਲ ਹੋਣ, ਪਰ ਜਿਹੜਾ ਬੰਦਾ ਉਦੋਂ ਬਾਅਦ ਜਾ ਕੇ ਤੇ ਉਹਨੂੰ ਛਾਬੇ 'ਚ ਰੱਖ ਕੇ ਤੇ ਸਾਰਾ ਦਿਨ ਵੇਚਦਾ, ਫਿਰ ਉਹ ਕੱਲਾ ਫੁੱਲ ਵੀ ਹੋ ਸਕਦਾ ਕਈ ਵਾਰ 10 ਦਾ, 20 ਦਾ, 15 ਦਾ ਵਿਕੇ। ਇਹ ਹਿਸਾਬ ਮੇਰੇ ਖਿਆਲ ਨਾਲ ਉਹ ਭਾਈ ਸਾਹਿਬ ਨੇ ਨਹੀਂ ਲਾਇਆ, ਤਾਂ ਮੈਸੇਜ ਕਰਤਾ ਹੋਊਗਾ, ਜਾਂ ਤੁਸੀਂ ਕੋਈ ਵੱਖਰੀ ਰਾਏ ਰੱਖਦੇ ਹੋ? ਹੋ ਸਕਦਾ ਮੈਂ ਗਲਤ ਹੋਵਾਂ। ਨਹੀਂ, ਉਹਨਾਂ ਨੇ ਬਿਲਕੁਲ ਠੀਕ ਮੈਸੇਜ ਕੀਤਾ, ਕਿਉਂਕਿ ਉਹ ਤਾਂ ਇਹ ਹੁੰਦਾ ਨਾ ਕਿ ਲੈ ਬਈ ਪਿਛਲੀ ਵਾਰੀ ਤਾਂ 5 ਰੁਪਏ ਦੀ ਮਿਲਦੀ ਸੀ, ਦੀਵਾਲੀ ਦੇ ਨੇੜੇ ਐਤਕੀ 8 ਰੁਪਏ ਦਾ ਫੁੱਲ ਕਰ ਦਿੱਤਾ ਜਾਂ ਖੁੱਲ ਕਰ ਦਿੱਤਾ, ਜਾਂ ਜਿਹੜਾ ਵੀ ਤੁਸੀਂ ਸ਼ਬਦ ਵਰਤਦੇ ਹੋ ਕਿ ਭਾਈ ਔਖਾ ਹੋ ਗਿਆ। ਹੁਣ ਇਸ ਮਸਲੇ ਨੂੰ ਇਦਾਂ ਵੀ ਸਮਝਣਾ ਚਾਹੀਦਾ, ਤੁਸੀਂ ਤਾਂ ਬੜਾ ਵੱਡਾ ਰੇਟ ਲਾਤਾ ਸੰਧਾਲੀਆ ਸਾਹਿਬ ਕਿ 50 ਰੁਪਏ ਦੀ ਪੱਲੀ ਜੇਬ 'ਚੋਂ ਬੰਨ੍ਹ ਕੇ ਲਿਆਉਂਦਾ ਹੈ। ਕਈ ਵਾਰੀ ਅਗਲੇ ਪਤਾ ਕਹਿੰਦੇ ਆ ਉਹ ਇਹ ਨਹੀਂ ਵਿਕਣੀ ਬੁਕਣੀ, ਚੱਕ ਕੇ ਟਰਾਲੀ ਰੱਖ ਕੇ ਤੇ ਵਾਪਸ ਲੈ ਜਾ। ਉਹ ਬੰਦਾ ਪੱਲੀ ਦੇ ਵਿੱਚੋਂ ਸਾਰੀ ਗੋਭੀ ਦੀ ਬੰਨ੍ਹ ਕੇ ਵਾਪਸ ਵੀ ਲੈ ਜਾਂਦਾ, ਨਹੀਂ ਤਾਂ ਕਹਿੰਦਾ ਜੀ ਚਲੋ 25 ਦਿਓ, ਘੱਟੋ ਘੱਟ ਮੇਰਾ ਤੇਲ ਦਾ ਖਰਚਾ ਤਾਂ ਨਿਕਲੂ। ਹੁਣ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਜੇ ਇੱਕੋਦਮ 2500 ਰੁਪਈਆ ਪ੍ਰਤੀ ਕੁਇੰਟਲ ਕਣਕ ਦਾ ਭਾਅ ਕਰ ਦੇਣ, ਤਾਂ ਜਿਨ੍ਹਾਂ ਨੇ ਥੈਲੀ ਵਾਲਾ ਆਟਾ ਲੈਣਾ ਉਹਨੂੰ ਤਾਂ 30 ਰੁਪਈਏ ਕਿਲੋ ਮਿਲੂਗਾ। ਆਪਾਂ ਗੱਲ ਤੋਂ ਇਨਕਾਰ ਨਹੀਂ ਕਰਦੇ, ਪਰ ਕਣਕ ਦੀ ਮਹਿੰਗਾਈ ਦੀ ਤਾਂ ਚਿੰਤਾ, ਜਿਹੜੀਆਂ ਖਾਦਾਂ ਦੇ ਰੇਟ ਵੱਧਦੇ ਉਹਨਾਂ ਦੀ ਨਹੀਂ ਚਿੰਤਾ, ਜਿਹੜੇ ਬੀਜਾਂ ਦੇ ਰੇਟ ਵੱਧਦੇ ਉਹਨਾਂ ਦੀ ਨਹੀਂ ਚਿੰਤਾ। ਜਦੋਂ ਆਖਰੀ ਗ੍ਰਾਹਕ ਦੀ ਗੱਲ ਆਉਂਦੀ ਹੈ, ਗਾਹਕ ਦੀ ਗੱਲ ਆਉਂਦੀ ਹੈ, ਖਪਤਕਾਰ ਦੀ ਗੱਲ ਆਉਂਦੀ ਹੈ, ਜਦੋਂ ਕਦੇ ਐਡੇ ਵੱਡੇ ਸਕੈਂਡਲ ਨਿਕਲਦੇ ਆ ਕਿ ਭਾਈ ਆ ਦੇਖੋ ਸ਼ਹਿਰ ਦੇ ਵਿੱਚ ਦੁਕਾਨ ਹੈ, ਦੁਕਾਨ ਦੇ ਵਿੱਚ ਲਾਲਾ ਜੀ ਬੈਠੇ ਆ ਜਾਂ ਕੋਈ ਵੀ ਦੁਕਾਨਦਾਰ ਵੇਚਣ ਨੂੰ ਸਮਾਨ ਬੈਠਾ ਹੈ, ਉਹਦੇ ਕਾਊਂਟਰ ਦੇ ਉੱਤੇ ਆ ਬੀਜਾਂ ਦੀ ਥੈਲੀ, ਖਾਦ ਦੀ ਬੋਰੀ ਰੱਖੀ ਆ ਤੇ ਉਹ ਨਕਲੀ ਹੈ। ਕਦੀ ਉਸ ਮੁੱਦੇ ਦੇ ਉੱਤੇ ਆਏ ਹੋ ਕਿ ਭਾਈ ਆ ਜਿਹੜਾ ਕਿਸਾਨ ਦੇ ਨਾਲ ਧੱਕਾ ਹੋਇਆ, ਉਹ ਤੋਂ ਪੈਸੇ ਵੀ ਲੈ ਲਏ, ਉਹਦੀ ਫਸਲ ਵੀ ਥੋੜੀ ਹੋਈ। ਜਦੋਂ ਆਲੂ ਉਹਦੇ 25 ਪੈਸੇ ਨੂੰ ਕਿਲੋ ਵਿਕਦੇ ਆ, ਉਸ ਵੇਲੇ ਤਾਂ ਆਵਾਜ਼ ਆਪਣੀ ਬੁਲੰਦ ਹੋਣੀ ਚਾਹੀਦੀ ਹੈ ਨਾ। ਆ ਪਿਛਲੇ ਸਮੇਂ ਦੇ ਵਿੱਚ ਕਿੰਨੀ ਵਾਰੀ ਕਿਸਾਨਾਂ ਨੇ ਕਿਹਾ। ਹੁਣ ਇੱਕ ਵੀਡੀਓ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਸੰਧਾਲੀਆ ਸਾਹਿਬ ਕਿੰਨੇ ਨਹੀਂ ਦੇਖੀ ਹੋਣੀ, ਹੁਸ਼ਿਆਰਪੁਰ ਦੀ ਮੰਡੀ 600 ਰੁਪਏ ਨੂੰ ਕੁਇੰਟਲ ਮੱਕੀ ਦੀ ਬੋਲੀ ਲੱਗ ਰਹੀ ਹੈ ਤੇ ਸਰਕਾਰੀ ਭਾਅ 1800 ਰੁਪਏ ਤੋਂ ਉੱਪਰ ਹੈ। ਜਿਹੜੇ ਬੰਦੇ ਨੂੰ ਲੱਗਦਾ ਕਿ ਭਾਈ ਖੁੱਲੀ ਮੰਡੀ ਦੇ ਵਿੱਚ ਬੱਲੇ ਬੱਲੇ ਹੋ ਜਾਣੀ ਆ, ਕੜਾਕੇਦਾਰ ਕੰਮ ਹੋ ਜਾਣਾ, ਹੁਸ਼ਿਆਰਪੁਰ ਦੀ ਮੰਡੀ ਦੇ ਵਿੱਚ ਫਿਰ ਮੱਕੀ 600 ਨੂੰ ਕਿਉਂ, ਨਰਮਾ ਫਿਰ ਭਾਅ ਤੋਂ ਘੱਟ ਅੱਜ ਕੱਲ ਕਿਉਂ ਵਿਕ ਰਿਹਾ, ਬਾਸਮਤੀ ਦਾ ਭਾਅ ਪਿਛਲੀ ਵਾਰੀ 9000 ਰੁਪਈਆ ਕੁਇੰਟਲ ਘੱਟ ਕਿਉਂ ਆ ਭਾਈ? ਇਹ ਨਾ WhatsApp ਆ ਮੱਕੀ ਵਾਲੀ ਗੱਲ ਚਲੋ ਉਦੋਂ ਕੀਤੀ ਸੀ ਆਪਾਂ, ਇੱਕ ਵਾਰ ਮੈਂ ਫਿਰ ਮੇਰੇ ਦਿਮਾਗ 'ਚ ਆਇਆ, ਜਿਹੜੇ ਵੀ ਭਾਈ ਸਾਹਿਬ ਇਸ ਤਰ੍ਹਾਂ ਸੋਚਦੇ ਨੇ ਨਾ, ਹੁਣ ਤਾਂ ਚਲੋ ਸਿਨੇਮੇ ਘਰ ਬੰਦ ਆ, ਜਦੋਂ ਸਿਨੇਮੇ ਘਰ ਖੋਲ੍ਹਦੇ ਨੇ ਨਾ ਉਦੋਂ ਫਿਰ ਫੈਮਿਲੀ ਦੇ ਨਾਲ ਆਓ, ਫਿਰ ਆਊਟਿੰਗ ਕਰਨੇ ਚਲਤੇ हैं, ਕੋਈ ਫਿਲਮ ਦੇਖ ਕਰ ਆਤੇ हैं। ਜਦੋਂ ਉੱਥੇ ਕੁਰਸੀ ਤੇ ਬਹਿ ਕੇ ਤੇ ਐਡਾ ਕੱਪ ਜਿਹਾ ਫੁੱਲਿਆਂ ਦਾ, ਜਿਹਨੂੰ ਉਹ ਪੌਪਕੌਰਨ ਕਹਿ ਦਿੰਦੇ ਆ, ਉਹਦੇ ਤੇ ਕਿਸੇ ਨੇ ਕੋਈ ਲੂਣ ਪਾਤਾ, ਕਿਸੇ ਨੇ ਕੋਈ ਮਿੱਠਾ ਪਾਤਾ, ਉਹ ਲੈ ਕੇ ਬਹਿ ਕੇ ਜਦੋਂ ਖਾਂਦਾ ਤੇ ਉਹਦਾ ਰੇਟ ਹੁੰਦਾ 300 ਰੁਪਈਆ।
ਹੁਣ ਕਦੀ ਹਿਸਾਬ ਲਾ ਕੇ ਦੇਖੋ ਕਿ ਉਹ ਜਿਹੜਾ ਐਡਾ ਕੁ ਡੱਬਾ ਜਿਹਾ ਫੁੱਲਿਆਂ ਦਾ ਬਣਦਾ ਉਹ 'ਚ ਦਾਣੇ ਕਿੰਨੇ ਕੁ ਪੈਂਦੇ ਆ ਮੱਕੀ ਦੇ, ਤੇ ਉਹਦਾ ਵਜ਼ਨ ਕਰਕੇ ਦੇਖਿਓ ਵੀ ਅਸਲੀ ਇਹ ਕਿੰਨੇ ਗ੍ਰਾਮ ਮੱਕੀ ਤੋਂ ਕਿੰਨੇ ਗ੍ਰਾਮ ਫੁੱਲੇ ਬਣੇ ਜਿਹੜੇ ਤੁਸੀਂ ਕੁਰਸੀ ਤੇ ਬਹਿ ਕੇ ਖਾਧੇ। ਤੇ ਕੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਮਹਿੰਗਾਈ ਬਹੁਤ ਵੱਧ ਗਈ, ਉਹ ਜਿਹੜਾ 300-400 ਦਾ ਤੁਸੀਂ ਉੱਥੇ ਉਹ ਪੌਪਕੌਰਨ ਦਾ ਖਾਧਾ ਮੱਗ ਜਿਹਾ, ਉਹਦੇ ਚੋਂ ਜਿਸ ਬੰਦੇ ਨੇ ਉਹ ਮੱਕੀ ਬੀਜੀ, ਉਗਾਈ, ਵੇਚੀ, ਵੱਟੀ ਤੇ ਨਿਆਣੇ ਪਾਲਣੇ, ਉਹਦੀ ਜੇਬ 'ਚ ਕਿੰਨੇ ਗਏ ਸੀ। ਫਿਰ ਇਦਾਂ ਦੇ ਆਪਾਂ ਮੈਸੇਜ ਜ਼ਰੂਰ ਕਰੀਏ, ਫਿਰ ਇਦਾਂ ਦੀਆਂ ਗੱਲਾਂ ਤੇ ਆਪਾਂ ਬਹਿਸ ਜ਼ਰੂਰ ਕਰੀਏ। ਇਹ ਨਾ ਹੋਵੇ ਕਿ ਸਿਰਫ ਇੱਕ ਪਾਰਟੀ ਦੀ ਵਿਚਾਰਧਾਰਾ ਦਾ ਕਰਕੇ ਆਪਾਂ ਜਿਹੜਾ ਉਹਦੇ ਤੇ ਕੋਈ ਨਾ ਕੋਈ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਹਾਂ। ਆਪਾਂ ਜੋ ਜ਼ਮੀਨੀ ਪੱਧਰ ਤੇ ਜੋ ਕੁਝ ਹੋ ਰਿਹਾ ਨਾ ਉਹਦਾ ਹਿਸਾਬ ਤਾਂ ਜ਼ਰੂਰ ਲਾਇਆ ਕਰੀਏ। ਜੀ ਬਾਠ ਸਾਹਿਬ। ਬਿਲਕੁਲ ਜੀ ਸੰਧਾਲੀਆ ਸਾਹਿਬ, ਇਹ ਬਹੁਤ ਜ਼ਰੂਰੀ ਹੈ। ਜਦੋਂ ਸਿਨੇਮੇ ਘਰ 'ਤੇ ਤੁਸੀਂ ਗੱਲ ਕੀਤੀ, ਮੈਂ ਸੋਚ ਰਿਹਾ ਸੀ ਕਿ ਪਹਿਲਾਂ ਤਾਂ ਮਹਿੰਗੀਆਂ ਟਿਕਟਾਂ ਲੈਣੀਆਂ, ਉਹਦੇ ਤੋਂ ਬਾਅਦ ਜਾਂਦੇ ਆ, ਜਦੋਂ ਆਪਾਂ ਮਨਾ ਨਹੀਂ ਕਰਦੇ ਕਿਸੇ ਨੂੰ ਕਿ ਭਾਈ ਦੇਖਣਾ ਚਾਹੀਦਾ, ਪਰਿਵਾਰਾਂ ਨਾਲ ਜਾਣਾ ਚਾਹੀਦਾ, ਪਰ ਜਦੋਂ ਉੱਥੇ ਬੈਠ ਕੇ ਬੰਦਾ ਪੁੱਛਦਾ ਨਾ ਕਿ ਉਹ ਰਿਸੈਸ ਜੀ ਤੋਂ ਪਹਿਲਾਂ ਕੀ ਕਹਿੰਦੇ ਹੁੰਦੇ, ਹਾਫ ਟਾਈਮ ਤੋਂ ਪਹਿਲਾਂ ਹੀ, ਇੰਟਰਵਲ ਤੋਂ ਪਹਿਲਾਂ ਹੀ, ਹਾਂ, ਉਹਦੇ ਵਿੱਚੋਂ अगला बंदा ये पुछदा क्या खाना है आपने, मैंने तो कैरेमल लेना है, वो नहीं मैंने सॉल्टी लेना है। तीसरे बंदे ने मेरे को मिक्स चाहिए। ਉਹ ਫਿਰ ਸੌਲਟੀ ਕੈਰੇਮਲ ਮਿਕਸ, ਉਹਦੇ ਵਿੱਚ ਜਦੋਂ ਕਿਸਾਨ ਗਵਾਚਦਾ, ਜਦੋਂ ਮਜ਼ਦੂਰ ਗਵਾਚਦਾ ਨਾ, ਉਦੋਂ ਔਖਾ। ਕਿਉਂਕਿ ਇੱਕ ਗੱਲ ਜ਼ਰੂਰ ਅੱਜ ਤੋਂ ਬਾਅਦ ਅਸੀਂ ਚੇਤੇ ਰੱਖੀਏ ਕਿ ਭਾਵੇਂ ਉਹ ਕੈਰੇਮਲ ਹੈ, ਭਾਵੇਂ ਉਹ ਸੌਲਟੀ ਹੈ, ਭਾਵੇਂ ਉਹ ਮਿਕਸ ਹੈ, ਜਦੋਂ ਅਸੀਂ ਉਹ ਇੱਕ ਦਾਣਾ ਚੱਕ ਕੇ ਮੂੰਹ ਦੇ ਵਿੱਚ ਪਾਉਂਦੇ ਆ ਤੇ ਸਾਨੂੰ ਚੇਤੇ ਰੱਖਣੀ ਚਾਹੀਦੀ ਕਿ ਉਹਨੂੰ ਬਚਾਉਣ ਦੇ ਲਈ ਡੂਢ ਮਹੀਨਾ ਕਿਸਾਨ ਤੇ ਖੇਤ ਮਜ਼ਦੂਰ ਉਹ ਮੱਕੀ ਦੇ ਖੇਤ ਦੇ ਦੁਆਲੇ ਐਂ ਕਰਦਾ ਹੁੰਦਾ ਕਿ ਭਾਈ ਇਹਨੂੰ ਕੋਈ ਪੰਛੀ ਨਾ ਖਾ ਜਾਵੇ, ਉਹਦੀ ਰਾਖੀ ਕਰਦਾ ਹੈ। ਉਹਦੇ ਤੋਂ ਬਾਅਦ ਮੱਕੀ ਦੇ ਟਾਂਡਿਆਂ ਦੇ ਨਾਲੋਂ ਮੱਕੀ ਤੋੜ ਕੇ ਘਰ ਦੇ ਵਿੱਚ ਲਿਆ ਕੇ ਜਦੋਂ ਉਹਨਾਂ ਨੂੰ ਸੁਕਾਉਂਦਾ ਹੈ, ਉਹਨੂੰ ਬੋਰੀਆਂ ਦੇ ਵਿੱਚ ਭਰਦਾ ਹੈ, ਉਹਨੂੰ ਉੱਪਰੋਂ ਬੰਨ੍ਹਦਾ ਹੈ, ਮੰਡੀ 'ਚ ਲਿਜਾ ਕੇ ਬੇਬਸ ਜਿਹਾ ਹੋਇਆ ਦੇਖਦਾ ਕਿ ਭਾਈ ਮੈਨੂੰ ਵੀ 4 ਰੁਪਈਏ ਮਿਲਣ। ਹੋ ਸਕਦਾ ਹੈ ਕਿ ਉਸ ਕਿਸਾਨ ਦੇ ਨਿਆਣੇ ਨੇ ਭੱਠੀ ਤੋਂ ਬਣਾ ਕੇ ਤਾਂ ਦਾਣੇ ਖਾਦੇ ਹੋਣ। ਆ ਕੈਰੇਮਲ, ਸੌਲਟੀ ਤੇ ਮਿਕਸ, ਉਹਦੀ ਜਵਾਰ ਦੇ ਦਾਣੇ ਜਿਹੜੇ ਆ ਉਹਨੂੰ ਕਦੀ ਇੰਨੇ ਜਿਹੜੇ ਫਲੇਵਰ ਦੇ ਵਿੱਚ ਖਾਣੇ ਨਸੀਬ ਹੀ ਨਾ ਹੋਣ, ਕਿਉਂਕਿ ਉਹਦੇ ਕੋਲ 4 ਰੁਪਈਏ ਹੁੰਦੇ ਹੀ ਨਹੀਂ। ਬਿਲਕੁਲ ਸਹੀ। ਆ ਜਿਹੜਾ ਰੇਟ ਇੱਕ ਵਾਰ ਫਿਰ ਤੋਂ ਅਸੀਂ ਇਸ ਗੱਲ ਨੂੰ ਹੁਣ ਨਿਬੇੜਦੇ ਹਾਂ ਕਿ 600 ਰੁਪਈਏ ਦੀ ਕੁਆਂਟਲ ਤੇ 300, 350, 400 ਰੁਪਈਏ ਦਾ ਐਡਾ ਕੁ ਮੱਗ ਫੁੱਲਿਆਂ ਦਾ, ਉਹਦੇ ਵਿੱਚ ਵੀ ਦਾਣੇ ਕਿੰਨੇ ਪੈਂਦੇ ਤੁਸੀਂ ਆਪ ਅੰਦਾਜ਼ਾ ਲਾ ਲਿਓ। ਜਦੋਂ ਇਹ ਹਿਸਾਬ ਕਿਤਾਬ ਕਾਪੀ ਤੇ ਤੁਸੀਂ ਕਰ ਲਓ ਤੇ ਫਿਰ ਜ਼ਰੂਰ ਜਿੱਥੇ ਤੱਕ ਵੀ ਜਿਹਦੀ ਪਹੁੰਚ ਹੋਵੇ ਉਹ ਜ਼ਰੂਰ ਉਹਨਾਂ ਕੰਨਾਂ ਤੱਕ ਗੱਲ ਪਹੁੰਚਾਵੇ ਜਿਨ੍ਹਾਂ ਕੰਨਾਂ ਨੇ ਇੱਥੇ ਜੇਬ ਦੇ ਨਾਲ ਹਰਾ ਪੈਨ ਲਾਇਆ ਹੁੰਦਾ ਕਿ ਰੇਟ ਕਿਵੇਂ ਮਿਥਿਆ ਜਾਂਦਾ। ਮਹਿੰਗਾਈ, ਇਨਫਲੇਸ਼ਨ ਦਾ ਹਿਸਾਬ ਕਿਤਾਬ ਲਾ ਕੇ ਜਦੋਂ ਆਪਾਂ 50 ਰੁਪਏ ਰੇਟ ਵਧਾਉਂਦੇ ਹਾਂ ਤੇ ਉਹ ਕਿਹੜੇ ਹਿਸਾਬ ਨਾਲ ਆਪਾਂ ਵਧਾਇਆ ਜਾਂਦਾ। ਇਹ ਜਿਹੜੇ ਵਿਚਲੇ ਤੁਸੀਂ ਕਹਿੰਦੇ ਕਿ ਵਿਚੋਲੀਏ ਖਤਮ ਕਰ ਰਹੇ ਆ, ਕਿਸਾਨ ਸਿੱਧਾ ਜਿਹੜਾ ਡਾਇਰੈਕਟ ਵਪਾਰੀ ਨੂੰ ਵੇਚੇਗਾ ਤੇ ਉਹ ਕਿਵੇਂ ਗੱਲਾਂ ਚੱਲਣਗੀਆਂ, ਇਹ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਤੇ ਆਪਾਂ ਜਦੋਂ ਉਹ ਗੱਲਾਂ ਸੁਣਦੇ ਹਾਂ ਕਿ ਵੀ ਮੰਡੀ 'ਚ ਵਪਾਰੀ ਰਲ ਗਏ, ਉਹਨਾਂ ਬਹਿ ਕੇ ਸਲਾਹ ਕਰ ਲਈ ਵੀ ਇਹਦੇ ਤੋਂ ਜਿਹਨੇ 1 ਰੁਪਈਆ ਵੀ ਵਧਾਇਆ ਉਹਨੂੰ ਇੰਨਾ ਜੁਰਮਾਨਾ ਲਾਵਾਂਗੇ। ਤੇ ਜਦੋਂ 10 ਕੁ ਦਿਨਾਂ ਦੇ ਵਿੱਚ ਸਾਰੇ ਜਿਹੜੇ ਕਿਸਾਨ ਨੇ ਉਹ ਸੁੱਟ ਕੇ ਮੰਡੀ ਰੇਟ ਆਪਣੀ, ਮੈਂ ਫਸਲ ਵੇਚਣ ਦੀ ਗੱਲ ਨਹੀਂ ਕਰ ਰਿਹਾ, ਮੰਡੀ ਸੁੱਟ ਕੇ ਘਰੋਂ ਘਰੀ ਚਲੇ ਜਾਂਦੇ ਆ ਤੇ ਫਿਰ ਉਸ ਮੰਡੀ ਦੇ ਵਿੱਚੋਂ ਮਹੀਨਾ 1.5 ਮਹੀਨਾ ਬਾਅਦ ਜਿਹੜੇ ਟਰੱਕ ਭਰ ਜਾਂਦੇ ਆ ਤੇ ਕਿੱਥੇ ਜਾਂਦੇ ਤੇ ਕਿਸ ਰੇਟ ਤੇ ਜਾਂਦੇ ਆ, ਉਹਦਾ ਜ਼ਰੂਰ ਹਿਸਾਬ ਕਿਤਾਬ ਲਾਇਆ ਜਾਵੇ ਤੇ ਉਹ ਗੱਲਾਂ ਵੀ ਜ਼ਰੂਰ ਕਿਸਾਨਾਂ ਨੂੰ ਦੱਸੀਆਂ ਜਾਣ ਜਿਹੜੇ ਇਸ ਵਕਤ ਧਰਨਿਆਂ ਤੇ ਬੈਠੇ ਨੇ ਵੀ ਹਾਂ ਭਾਈ ਸਾਹਿਬ ਚੱਲਦਾ ਕੀ ਹੈ ਕੰਮ। ਤੇ ਫਿਰ ਇਹ ਜ਼ਰੂਰ ਕੈਲਕੂਲੇਸ਼ਨਾਂ ਲਾਉਣ ਤੋਂ ਬਾਅਦ ਭਾਵੇਂ ਉਸ ਬੰਦੇ ਨੂੰ ਕਹਿਣ ਵੀ ਤੇਰੀ ਕਣਕ ਆਪਾਂ 2000 ਨੂੰ ਕਿ 1000 ਨੂੰ ਨਹੀਂ ਲੈਣੀ, ਫਿਰ ਸ਼ਾਇਦ ਉਹ ਮੰਨ ਵੀ ਲਊਗਾ। ਜੀ ਬਿਲਕੁਲ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ ਕਿ ਜੇ ਇਦਾਂ ਦੇ ਅਸੀਂ ਕੈਲਕੂਲੇਸ਼ਨ ਕਰਨ ਲੱਗੀਏ ਤਾਂ ਗੱਲ ਹੋ ਸਕਦੀ ਹੈ। ਬਾਕੀ ਕਈ ਸਿਆਸੀ ਧਿਰਾਂ ਅੱਜ ਰਹਿ ਗਈਆਂ। ਆਮ ਆਦਮੀ ਪਾਰਟੀ ਨੇ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ, ਬੈਂਸ ਭਰਾ ਦਿੱਲੀ ਨੂੰ ਜਾਣ ਲਈ ਮੋਟਰਸਾਈਕਲ ਸਰਵਿਸ ਕਰਾ ਕੇ ਬੈਠੇ ਹੈ। ਹੋਰ ਵੀ ਧਿਰਾਂ ਜਿਹੜੀਆਂ ਆਪੋ ਆਪਣੇ ਪੱਧਰ ਤੇ ਲੱਗੀਆਂ, ਪਰ ਬੇਨਤੀ ਇੰਨੀ ਕੁ ਸੰਧਾਲੀਆ ਸਾਹਿਬ ਆਪਾਂ ਹਮੇਸ਼ਾ ਕਰਦੇ ਹਾਂ ਤੇ ਕਰਦੇ ਰਹਿਣਾ ਹੈ, ਸੰਘਰਸ਼ ਕਰੋ, ਪਰ ਜੇ ਕੋਈ ਤੰਗ ਪਰੇਸ਼ਾਨ ਹੈ ਉਹਨੂੰ ਰਾਹ ਦੇ ਦਿਓ। ਕੋਈ ਬਿਮਾਰ ਠਮਾਰ ਹੋ ਸਕਦਾ, ਕੋਈ ਇੰਟਰਵਿਊ ਵਾਲਾ ਹੋ ਸਕਦਾ, ਕੋਈ ਬਾਹਰ ਵਿਦੇਸ਼ ਜਾਣ ਵਾਲਾ ਪ੍ਰਵਾਸੀ ਹੋ ਸਕਦਾ, ਉਹਨਾਂ ਨੂੰ ਜ਼ਰੂਰ ਜਾਣ ਦਿੱਤਾ ਜਾਵੇ। ਤੇ ਦੂਸਰੀ ਗੱਲ, ਇਹ ਅੰਦੋਲਨ ਲੜਾਈ ਝਗੜੇ ਦੀ ਭੇਟ ਨਾ ਚੜਨ, ਸਿਆਸੀ ਭੇਟ ਨਾ ਚੜਨ। ਆਪਾਂ ਬਹੁਤ ਚੰਗੇ ਤਰੀਕੇ ਦਿਮਾਗ ਲਾ ਕੇ ਅਗਲੇ ਪਾਸੇ ਨੂੰ ਵਧਣਾ ਹੈ, ਨਹੀਂ ਤਾਂ ਅੰਦੋਲਨ ਸਿਖਰ ਤੇ ਪਹੁੰਚਦੇ ਰਹੇ ਹੈ ਤੇ ਸੰਧਾਲੀਆ ਸਾਹਿਬ ਖਤਮ ਹੁੰਦੇ ਰਹੇ ਹੈ, ਖਤਮ ਕੀਤੇ ਜਾਂਦੇ ਰਹੇ ਹੈ। ਐਤਕੀ ਦਾ ਅੰਦੋਲਨ ਅਸੀਂ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦੀ ਸਿਆਸਤ ਦੀ ਭੇਟ ਚੜੇ। ਬਿਲਕੁਲ ਸਹੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।